KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:26 ਹੋਏ ਨੇ। ਮੰਗਲਵਾਰ ਦਾ ਦਿਨ ਹੈ, 26 ਜਨਵਰੀ ਵਰਾ 2021 ਦਾ। 14 ਮਾਘ ਨਾਨਕਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਬਾਈਡਨ ਦੀ ਮਿਨਿਸਟਰੀ ਦੇ ਵਿੱਚ ਕਿਹੜੇ ਬੰਦੇ ਆ ਰਹੇ ਨੇ, ਖਾਸ ਤੌਰ ਤੇ ਵਿਦੇਸ਼ ਮੰਤਰੀ ਬਲਿੰਕਨ ਕੌਣ ਹੈ, ਉਹਦੇ ਬਾਰੇ ਗੱਲਬਾਤ ਮੈਂ ਕਰਾਂਗਾ। ਉਹਦੀਆਂ ਪਾਲਿਸੀਜ਼ ਉਹ ਕੀ ਸੋਚਦਾ ਹੈ, ਉਸ ਦੀ ਗੱਲਬਾਤ ਹੋਏਗੀ। ਓਬਵੀਅਸਲੀ ਸੰਘਰਸ਼ ਦੀਆਂ, ਕਿਸਾਨ ਮੋਰਚੇ ਦੀਆਂ ਗੱਲਾਂ ਬਾਤਾਂ, ਕੁਝ ਕੁ ਚੀਜ਼ਾਂ ਹੋਰ ਉੱਗੜ ਕੇ ਸਾਹਮਣੇ ਆ ਰਹੀਆਂ ਨੇ, ਹੋਰ ਵੀਡੀਓਜ਼ ਆ ਰਹੀਆਂ ਨੇ। ਅਸਲ ਗਰਾਊਂਡ ਜ਼ੀਰੋ ਤੋਂ ਕੁਝ ਨਹੀਂ ਆ ਰਿਹਾ, ਜਿਹੜਾ ਕੁਝ ਉੱਥੇ ਮੀਡੀਆ ਦਿਖਾ ਰਿਹਾ ਉਹੀ ਹੈ। ਪਰ ਕੁਝ ਕੁ ਜਿਹੜੀਆਂ ਇੱਥੇ ਪਹਿਲਾਂ ਵੀਡੀਓਜ਼ ਪਹੁੰਚ ਗਈਆਂ ਉਹ ਸ਼ੇਅਰ ਹੋ ਰਹੀਆਂ ਨੇ। ਇੱਕ ਚਿੱਠੀ ਜਿਹੜੀ ਬਿਲਕੁਲ ਗਵਰਨਮੈਂਟ ਦੀ ਸੀਕਰਟ ਚਿੱਠੀ ਹੈ, ਉਹ ਕਿਸੇ ਨੇ ਖਾਸ ਆਪਣੇ ਬੰਦਿਆਂ ਨੂੰ ਭੇਜੀ, ਉੱਥੋਂ ਅੱਗੇ ਮੇਰੇ ਕੋਲ ਪਹੁੰਚੀ ਹੈ, ਜਿਹਦੇ ਵਿੱਚ ਇੱਕ ਲਾਕਡਾਊਨ ਕਰਨ ਦੀ 12 ਵਜੇ ਦੀ, ਕੱਲ ਦੀ, ਅੱਜ ਰਾਤ ਹੈ, ਅੱਜ ਉੱਥੇ ਦੁਪਹਿਰ ਦੇ 12 ਵਜੇ ਜਦ ਟਰੈਕਟਰ ਮਾਰਚ ਕਰ ਰਹੇ ਸੀ, ਸਰਕਾਰ ਦੀਆਂ ਲੇਅਰਸ ਕੀ ਸੀ, ਇਸ ਦੇ ਬਾਰੇ ਤੁਹਾਨੂੰ ਕੁਝ ਦੱਸਣ ਦੀ ਮੈਂ ਕੋਸ਼ਿਸ਼ ਕਰਾਂਗਾ। ਸਰਕਾਰ ਸੋਚਦੀ ਕੀ ਸੀ, ਸਰਕਾਰ ਕੀ ਕਰ ਰਹੀ ਸੀ। ਸਰਕਾਰ ਨੇ ਰਾਹ ਦੇ ਵਿੱਚ ਜਿਹੜੀਆਂ ਰੋਕਾਂ ਤੇ ਪੁਲਿਸ ਵਾਲੇ ਖੜੇ ਸੀ, CRP ਵਾਲੇ ਖੜੇ ਸੀ, ਉਹਨਾਂ ਨੂੰ ਜਿਹੜੀਆਂ ਗਨਸ ਕਿਉਂ ਨਹੀਂ ਦਿੱਤੀਆਂ? ਉਹਨਾਂ ਕੋਲ ਰਾਈਫਲਾਂ ਨਹੀਂ ਸੀ, ਨਾ ਉਹਨਾਂ ਕੋਲ ਪਿਸਟਲ ਸੀ, ਨਾ ਰਿਵਾਲਵਰ ਸੀ। ਉਹਨਾਂ ਕੋਲ ਸਿਰਫ ਅਥਰੂ ਗੈਸ ਚਲਾਉਣ ਵਾਲੀਆਂ ਜਿਹੜੀਆਂ ਉਹ ਬੰਦੂਕਾਂ ਹਨ, ਜਾਂ ਉਹਦਾ ਪ੍ਰੋਪਰ ਨਾਂ ਕੀ ਹੈ ਮੈਂ ਇਹ ਨਹੀਂ ਜਾਣਦਾ। ਪਰ ਇੱਕ ਬਾਬਾ ਜਿਹੜਾ ਖੋਹ ਕੇ ਤੇ ਉਹਨੂੰ ਕਹਿੰਦੇ ਤੂੰ ਆ, ਕਹਿੰਦਾ ਮੇਰੇ ਕੋਲ ਨੂੰ ਆਇਆ ਤੇ ਕਹਿੰਦਾ ਮੈਂ ਲੱਫੜ ਮਾਰਿਆ ਤੇ ਉਹ ਖੋਹ ਕੇ ਲੈ ਆਇਆ ਮੈਂ। ਖੜਾ ਵਿਚਾਰਾ ਇੱਕ। ਹੁਣ ਇਹ ਧਰਤੀ ਦੇ ਸਾਧ ਪੁੱਤਾਂ ਨੂੰ, ਦਰਵੇਸ਼ਾਂ ਨੂੰ ਇਹਨਾਂ ਨੂੰ ਨਹੀਂ ਪਤਾ। ਹੁਣ ਜੇ ਅਸੀਂ ਕਹੀਏ ਕਿ ਦਿੱਲੀ ਦੀ ਰਿੰਗ ਰੋਡ ਤੋਂ ਮੈਂ ਜਾਂ ਦਿੱਲੀ ਘੁੰਮ ਜਾਵਾਂ, ਮੈਨੂੰ ਕਿਸੇ ਨੂੰ ਵੀ ਨਹੀਂ ਆਪਾਂ ਨੂੰ ਪਤਾ। ਅਸੀਂ ਤਾਂ ਆਉਂਦੇ ਹਾਂ ਕਰਨਾਲ ਬਾਈਪਾਸ ਤੋਂ, ਰੋਹਣੀ ਦੇ ਹੋ ਕੇ ਧੌਲਾ ਕੂਆਂ ਲਿਖਦਾ ਹੈ, ਧੌਲਾ ਕੂਏ ਤੋਂ ਆ 에ਅਰਪੋਰਟ ਆ ਗਿਆ। ਅੰਦਰ ਤਾਂ ਰੁਲ ਜਾਂਦੇ ਆ। ਜੇ ਅੰਦਰ ਦੇ ਪਾਸੇ ਦੀ ਘੁੰਮਣਾ ਪੈ ਜਾਏ, ਚਾਣਕੀਆਪੁਰੀ ਵਗੈਰਾ ਦੇ ਵਿੱਚ ਨਹੀਂ, ਜਾਂ ਪੰਜਾਬ ਭਵਨ ਦੇ ਨੇੜੇ ਦੀ, ਬੰਦਾ ਰੁਲ ਜਾਂਦਾ ਉੱਥੇ, ਪਤਾ ਨਹੀਂ ਲੱਗਦਾ ਆਪਾਂ। ਉਹ ਕਿਵੇਂ ਉੱਥੇ ਹੋਈ? ਟਿੱਕਰੀ ਬਾਰਡਰ ਵਾਲੇ ਕਿਉਂ ਨਾ ਲਾਲ ਕਿਲੇ 'ਚ ਪਹੁੰਚ ਸਕੇ? ਜੇ ਲਾਲ ਕਿਲੇ ਦੀ ਉਹ ਗੱਲ ਸੀ, ਇਹਨਾਂ ਨੂੰ ਕਿਵੇਂ ਘੱਲਿਆ? ਇਸ ਤੇ ਪਹਿਲੇ ਸ਼ੋਅ ਦੇ ਵਿੱਚ ਵੀ ਗੱਲਾਂ ਹੋਈਆਂ ਨੇ, ਪਰ ਮੈਂ ਤਾਂ ਹੀ ਅੱਜ ਲੇਟ ਹੋਇਆ। ਆਫ ਦੀ ਏਅਰ ਅੱਧਾ ਘੰਟਾ ਫੇਰ ਸਟੂਡੀਓ 'ਚ ਲੱਗਾ, 12:30 ਵਜੇ ਤੱਕ ਉੱਥੇ ਸੁਣ ਕੇ ਆਇਆ, 11:30 ਤੱਕ। ਸਭ ਦੀਆਂ ਸਾਰੇ ਮਨਾਂ ਦੇ ਵਿੱਚ ਬਹੁਤ ਵਲਵਲੇ ਨੇ। ਪਰ ਸਭ ਤੋਂ ਉੱਤਮ ਇੱਕੋ ਹੀ ਚੀਜ਼ ਪਲੀਜ਼ ਰੱਖਿਓ, ਆਪਣੀ ਆਪਸ ਵਿੱਚ ਜਿਹੜੇ ਵਿਚਾਰਾਂ ਦੇ ਆਦਾਨ ਪ੍ਰਦਾਨ ਜਿੰਨੇ ਮਰਜ਼ੀ ਕਰੋ, ਡਾਇਲੋਗ ਜਿੰਨੇ ਮਰਜ਼ੀ ਕਰੋ, ਆਪਸ ਵਿੱਚ ਆਪਣੀ ਜਿਹੜੀ ਹੈ ਉਹ ਏਕਤਾ ਨਾਲ ਟੁੱਟੇ। ਉੱਥੇ ਵੀ ਇਹੀ ਸੁਨੇਹਾ ਦੇਣਾ। 1844 247 1550 184424715550 ਔਨ 에ਅਰ ਨੰਬਰ। KRPRadio.com ਤੇ ਉਸ ਤੋਂ ਬਾਅਦ ਲੋਕ ਸੱਥ ਪੈਂਦੀ ਹੈ, ਲੋਕ ਸੱਥ YouTube ਦੇ ਚੈਨਲ ਤੇ LOKSATTH ਪਾਉਣਾ। ਸਾਰਾ ਸ਼ੋਅ ਉਹਦੇ ਤੇ ਪਿਆ ਹੁੰਦਾ, ਕੋਈ ਐਡਿਟ ਨਹੀਂ, ਕੋਈ ਸ਼ਬਦ ਇੱਧਰੋਂ ਉੱਧਰ ਨਹੀਂ, ਬਣਿਆ ਬਣਾਇਆ ਪਾਈਦਾ, ਕਿਉਂਕਿ ਕਪਟ ਨਹੀਂ ਹੈ। ਜਿਹੜੀ ਗੱਲ ਕਹੀ ਹੈ ਉਸ ਨੂੰ ਉਸੇ ਤਰ੍ਹਾਂ ਹੀ ਪਾ ਕੇ ਤੁਹਾਨੂੰ ਦੇ ਦਈਦੀ ਹੈ। ਵੀ ਗੱਲ ਇਹ ਨਹੀਂ ਕਿ ਕੁਛ ਕਹਿ ਦਿੱਤਾ ਤੇ ਮੁੜ ਕੇ ਸ਼ਬਦ ਕੁਛ ਹੋਰ ਪਾ ਦਿੱਤੇ, ਇਹ ਨਹੀਂ ਕਹਾਣੀ। ਸਿਰਫ ਤੁਹਾਨੂੰ ਪਤਾ ਹੈ, ਤੁਹਾਡੇ ਸਨਮੁਖ ਹੈ, ਜ਼ਿੰਦਗੀ ਦੀ ਵੀ ਕਿਤਾਬ ਖੁੱਲੀ ਹੈ, ਕੋਈ ਲੁਕਮਾ ਨਹੀਂ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤੇ ਇਹ ਉਹਦੇ 'ਚ ਫਰਕ ਵੀ ਕੋਈ ਨਹੀਂ ਪੈਣਾ। ਬਥੇਰੇ ਹੱਲੇ ਹੁੰਦੇ ਆ, ਪਰ ਉਹ ਹੱਲਿਆਂ ਨੇ ਕੱਖ ਨਹੀਂ ਫਰਕ ਪੈਣਾ, ਕਿਉਂਕਿ ਲਕੋਇਆ ਹੀ ਤੁਹਾਡੇ ਤੋਂ ਕਿਸੇ ਕੋਲੋਂ ਕੁਛ ਨਹੀਂ ਹੈ। ਤੇ ਲੋਕ ਸੱਥ ਤੇ LOKSATTH ਤੇ ਸਾਰੇ ਪ੍ਰੋਗਰਾਮ ਤੁਸੀਂ ਸੁਣ ਸਕਦੇ। ਜੋ ਰੇਤੇ 'ਚ ਰਚ ਗਏ ਨੇ ਹੱਡਾਂ ਦੇ ਟੁਕੜੇ, ਜੋ ਬਣ ਗਏ ਬਰੋਲੇ ਗੁਲਾਬੀ ਜੇ ਮੁਕੜੇ, ਇਹਨਾਂ ਨਵੇਂ ਆਕਾਰਾਂ 'ਚ ਢਲਦੇ ਹੀ ਰਹਿਣੇ। ਇਹ ਚੱਕਰ ਨੇ ਅਨੋਖੇ ਤਾਂ ਚੱਲਦੇ ਹੀ ਰਹਿਣੇ। ਇਹ ਗੁੰਦੀਆਂ ਜੋ ਕੁੱਤਾ, ਇਹ ਲਮਕਣ ਪਰਾਂਦੇ, ਕਿੱਥੋਂ ਸੀ ਆਏ ਤੇ ਕਿੱਧਰ ਨੂੰ ਜਾਂਦੇ। ਇਹ ਮੌਸਮ ਨੇ ਮੌਸਮ ਤਾਂ ਚੱਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਸਿਲਾਈ ਜਵਾਨੀ ਜਿਨ੍ਹਾਂ ਦੇ ਮੈਂ ਲੇਖਿਓ, ਚਾਦਰ ਦੇ ਤੋਤੇ ਉਡਾ ਕੇ ਨਹੀਂ ਵੇਖੇ, ਸੰਦੂਕਾਂ 'ਚ ਪਏ ਐਵੇਂ ਗਲਦੇ ਹੀ ਰਹਿਣੇ। ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਜਿਨ੍ਹਾਂ ਸਿਰ ਤੇ ਛੱਤ ਨਹੀਂ, ਨਾ ਪੈਰਾਂ 'ਚ ਜੋੜੇ, ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ, ਉਹ ਭੁੱਖਾਂ ਤੇ ਤੇਹਾਂ 'ਚ ਪਰਦੇ ਹੀ ਰਹਿਣੇ। ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਮੈਨੂੰ ਆ ਕੇ ਪੁੱਛਦੀ ਸੀ ਮਜ਼ਹਬ ਦੀ ਟੋਲੀ, ਤੂੰ ਲਿਖਣਾ ਕਿਉਂ ਚਾਹੁੰਦਾ ਦਰਖਤਾਂ ਦੀ ਬੋਲੀ। ਇਹ ਕਾਸ਼ੀ ਬਨਾਰਸ ਤਾਂ ਬਲਦੇ ਹੀ ਰਹਿਣੇ। ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਚੱਕਰ ਨਹੀਂ ਰੁਕਦੇ, ਚੱਕਰਾਂ ਨੂੰ ਵੇਖ ਕੇ ਆਪਣੇ ਚੱਕਰ ਨਾ ਬਣਾਇਆ ਕਰੋ। ਰਾਣੀ ਤੱਤ 'ਚ ਹਰਮਨਜੀਤ ਲਿਖਦਾ ਹੈ, ਬਾਈਡਨ ਹੋਰਾਂ ਦਾ
ਜਿਹੜਾ ਵਿਦੇਸ਼ ਮੰਤਰੀ ਹੈ ਉਹਦਾ ਨਾਮ ਹੈ ਐਂਟਨੀ ਬਲਿੰਕਨ। ਇਸ ਬੰਦੇ ਬਾਰੇ ਮੈਂ ਤੁਹਾਨੂੰ ਅੱਜ ਕੁਝ ਦੱਸਣਾ ਚਾਹੁੰਦਾ। ਇਹ ਬੰਦਾ ਕੌਣ ਆ? ਕਿਉਂਕਿ ਵਿਦੇਸ਼ ਮੰਤਰੀ ਹੈ ਜਿਹੜਾ ਅਮਰੀਕਾ ਦਾ, ਉਹਨੇ ਦੁਨੀਆ ਦੇ ਵਿੱਚ ਦੁਨੀਆ ਨੂੰ ਕਿਵੇਂ ਸਮਝਣਾ, ਕਿਉਂਕਿ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ ਤੇ ਅਮਰੀਕਾ ਦੀਆਂ ਜਿਹੜੀਆਂ ਫੋਰਨ ਪਾਲਿਸੀਜ਼ ਨੇ, ਜਿਹੜੀਆਂ ਵਿਦੇਸ਼ ਦੀਆਂ ਨੀਤੀਆਂ ਨੇ ਉਹਦੇ ਤੇ ਦੁਨੀਆ ਦੀਆਂ ਨੀਤੀਆਂ ਟਿਕਦੀਆਂ ਆ ਕੇ ਸਾਰੇ ਜਦ ਵਕਤ ਪੈਂਦਾ ਤਾਂ ਇਹਨਾਂ ਵੱਲ ਝਾਕਦੇ ਨੇ। ਐਂਟਨੀ ਬਲਿੰਕਨ ਜਿਹੜਾ ਬਹੁਤ ਸਤਿਕਾਰਤ ਹੈ ਕੈਪੀਟਲ ਹਿੱਲ ਦੇ ਵਿੱਚ, ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਤੇ ਬਹੁਤ ਤਜਰਬੇ ਵਾਲਾ, ਜਿਹਨੇ ਜ਼ਿੰਦਗੀ ਜਿਹੜੀ ਆ ਯੂਰਪ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਕੱਟੀ ਹੈ। ਯਹੂਦੀ ਪਰਿਵਾਰ ਦੇ ਵਿੱਚੋਂ ਪੈਦਾ ਹੋਇਆ। ਐਂਟਨੀ ਬਲਿੰਕਨ ਹੈ ਜਿਹੜਾ ਉਸਨੇ 2016 ਦੇ ਵਿੱਚ ਇੱਕ ਗੱਲ ਕਹੀ ਸੀ। ਯੂਰਪ ਦੇ ਨਾਲ ਬੜੇ ਉਹਦੇ ਨੇੜੇ ਦੇ ਸੰਬੰਧ ਨੇ ਤੇ ਜਿਹਦੇ ਚ ਉਹਦੇ ਲਾਈਫ ਲੌਂਗ ਡੀਪ ਤੇ ਪਰਸਨਲ ਤੇ ਉਹਦੇ ਸੰਬੰਧ ਨੇ। ਉਹ ਕਹਿੰਦਾ ਸਿੰਪਲੀਫਾਈ ਮੈਂ ਕਰ ਦੇਵਾਂ, 2016 ਚ ਉਹਨੇ ਕਿਹਾ ਵੀ ਦੁਨੀਆ ਕਹਿੰਦਾ ਬਹੁਤ ਸੁਰੱਖਿਅਤ ਹੈ ਜਦ ਅਮਰੀਕਨ ਲੋਕਾਂ ਦੇ ਸਾਰੀ ਦੁਨੀਆ ਦੇ ਵਿੱਚ ਵਧੀਆ ਦੋਸਤ ਨੇ, ਵਧੀਆ ਉਹਨਾਂ ਦੇ ਹਿੱਸੇਦਾਰ ਨੇ, ਵਧੀਆ ਉਹਨਾਂ ਦੇ ਜਿਹੜੇ ਐਲਾਈਜ਼ ਨੇ। ਯੂਰਪ ਨੂੰ ਉਹ ਵਾਈਟਲ ਪਾਰਟਨਰ ਕਹਿੰਦਾ। ਤੇ ਜਦ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਗੱਲ ਕੀਤੀ ਸੀ ਕਿ ਜਰਮਨੀ ਦੇ ਵਿੱਚੋਂ ਅਮਰੀਕਾ ਦੇ ਫੌਜੀ ਮੂਵ ਕੀਤੇ ਜਾਣ ਤਾਂ ਉਸਨੇ ਕਿਹਾ ਸੀ ਇਹ ਬਹੁਤ ਬਚਕਾਨਾ ਤੇ ਪਾਗਲਪਣਾ ਵਾਲੀ ਗੱਲ ਹੈ, ਇਹਦੇ ਨਾਲ ਨੈਟੋ ਜਿਹੜੀ ਉਹ ਕਮਜ਼ੋਰ ਹੋਏਗੀ ਤੇ ਵਲਾਦੀਮੀਰ ਪੁਤਿਨ ਦੀ ਧੌਂਸ ਵੱਧ ਜਾਏਗੀ। ਬਹੁਤ ਵਧੀਆ ਫ੍ਰੈਂਚੋ ਬੋਲਦੇ ਨੇ ਤੇ ਛੋਟਿਆਂ ਹੁੰਦੇ ਉਹ ਪੈਰਿਸ ਉਹਦੇ ਮਾਪਿਆਂ ਦਾ ਜਿਹੜਾ ਤਲਾਕ ਹੋ ਗਿਆ ਸੀ, ਟੁੱਟੇ ਹੋਏ ਪਰਿਵਾਰ ਦੇ ਵਿੱਚੋਂ ਹੀਰੇ ਨਿਕਲਿਆ। ਤੁਸੀਂ ਵੇਖੋ, ਕਲਿੰਟਨ ਨੂੰ ਵੇਖ ਲਓ, ਉਹਨੂੰ ਵੇਖ ਲਓ। ਇਹ ਜਦ ਉਸਦੀ ਮਾਂ ਨੇ ਜਾ ਕੇ, ਜੂਡਿਥ ਨੇ, ਪੋਲਿਸ਼ ਅਮਰੀਕਨ ਹੋਲੋਕਾਸਟ ਦਾ ਸਰਵਾਈਵਰ ਸੀ ਜਿਹੜਾ ਹੈ, ਯਹੂਦੀ ਪਰਿਵਾਰ 'ਚ ਪੈਦਾ ਹੋਇਆ ਸੀ, ਯਹੂਦੀ ਨਾਲੇ ਉਸਨੇ ਵਿਆਹ ਕਰਾਇਆ। ਬਹੁਤ ਸਿਰੇ ਦਾ ਵਕੀਲ ਸੀ। ਇਸਦਾ ਦੂਸਰਾ ਜਿਹੜਾ ਇਹਦਾ ਮਤਰੇਆ ਪਿਤਾ ਸੀ, ਸੈਮੂਅਲ ਪਿਸਰ ਉਸਦਾ ਨਾਮ ਉਸਨੂੰ ਕਹਿੰਦੇ ਸੀ। ਤੇ ਫਰਾਂਸ ਦੇ ਵਿੱਚ ਛੋਟਾ ਹੁੰਦਾ ਉਹ ਮੂਵ ਹੋਇਆ। ਉਸ ਤੋਂ ਬਾਅਦ ਉਹਦੀ ਹਾਫ ਸਿਸਟਰ ਜਿਹੜੀ ਲੀਆ ਪਿਸਰ ਹੈ ਤੇ ਉਹ ਨਿਊਯਾਰਕ 'ਚ ਰਹਿੰਦੀ ਹੈ ਤੇ ਨਿਊਯਾਰਕ ਦੇ ਵਿੱਚ ਰਹਿੰਦੀ ਹੋਈ ਫਰਾਂਸ ਉਹਦਾ ਇੱਕ ਘਰ ਆ, ਐਲਾਦੀਨ ਪ੍ਰੋਜੈਕਟਸ ਦੀ ਉਹ ਇੱਕ ਜਿਹੜੀ ਨੌਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ। ਬਹੁਤ ਲੋਕ ਨੇ ਜਿਹੜੇ NGO ਦੇ ਵਿੱਚ ਕੰਮ ਕਰਦੇ। ਉਹਨੇ ਹਾਰਵਰਡ ਦੇ ਵਿੱਚ ਅੰਡਰ ਗ੍ਰੈਜੂਏਟ ਸੀ ਜਦ ਹੀ ਉਹ ਆਪ ਡਿਸਪੈਚ ਲਿਖਣ ਲੱਗਿਆ ਸਟੂਡੈਂਟ ਨਿਊਜ਼ਪੇਪਰ ਦੇ ਵਿੱਚ। US ਸੈਨੇਟ ਦੇ ਵਿੱਚ ਜਦ ਬਾਈਡਨ ਦੇ ਉਹ ਜਦ ਕਲੋਜ਼ ਹੋਇਆ, ਬਾਈਡਨ ਦਾ ਟੌਪ ਏਡ ਰਿਹਾ, ਬਹੁਤ ਕਲੋਜ਼ੈਸਟ ਐਡਵਾਈਜ਼ਰ। ਬਾਈਡਨ ਬਹੁਤ ਜ਼ਿਆਦਾ ਬਲਿੰਕਨ ਤੇ ਭਰੋਸਾ ਕਰਦੇ, ਤਾਂ ਹੀ ਪਹਿਲੇ ਦਿਨ ਬਲਿੰਕਨ ਦੀ ਜਿਹੜੀ ਪਹਿਲੀ ਜੌਬ ਸੀ ਉਹ ਕੈਪੀਟਲ ਹਿੱਲ ਦੇ ਵਿੱਚ ਸੀ ਤੇ ਬਾਈਡਨ ਦੇ ਲਈ ਉਹਨੇ 2002 ਦੇ ਵਿੱਚ ਡੈਮੋਕ੍ਰੈਟਿਕ ਸਟਾਫ ਡਾਇਰੈਕਟਰ ਦੇ ਤੌਰ ਤੇ ਸੈਨੇਟ ਜਿਹੜੀ ਫੋਰਨ ਰਿਲੇਸ਼ਨ ਕਮੇਟੀ ਸੀ ਉਹਦੇ 'ਚ ਕੰਮ ਕੀਤਾ ਤੇ ਬਾਈਡਨ ਸੀਨੀਅਰ ਡੈਮੋਕ੍ਰੈਟ ਰਿਹਾ 1997 ਤੋਂ ਲੈ ਕੇ 2009 ਤੱਕ ਇਸ ਕਮੇਟੀ। ਬਲਿੰਕਨ ਨੇ ਬਹੁਤ ਨੇੜਿਓਂ ਬਾਈਡਨ ਦੇ ਐਡਵਾਈਜ਼ਰ ਦੇ ਤੌਰ ਤੇ ਕੰਮ ਕੀਤਾ ਜਦੋਂ ਸੈਨੇਟ ਸੀ। ਨਾਲ ਹੀ ਇਹਦੇ ਬ੍ਰਾਇਨ ਮਕੀਓਨ ਸੀ ਹੁਣ ਜਿਸਨੇ ਅੰਡਰ ਸੈਕਟਰੀ ਆਫ ਡਿਫੈਂਸ ਪਾਲਿਸੀ ਦਾ ਕੰਮ ਕਰਨਾ ਤੇ ਐਵਰਿਲ ਹੇਨਜ਼ ਜਿਹੜਾ ਡਿਪਟੀ ਡਾਇਰੈਕਟਰ ਸੈਂਟਰਲ ਇੰਟੈਲੀਜੈਂਸ ਏਜੰਸੀ ਦਾ CIA ਦਾ ਬਣਨਾ ਤੇ ਬਾਈਡਨ ਦਾ ਬਹੁਤ ਕਲੋਜ਼ੈਸਟ ਐਡਵਾਈਜ਼ਰ ਸੈਨੇਟ ਤੇ ਬਹੁਤ ਲੰਮਾ ਸਮਾਂ ਚੀਫ ਆਫ ਸਟਾਫ ਜਿਹੜਾ ਟੈਡ ਕਾਫਮੈਨ ਤੇ ਜਿਸਨੇ ਜਿਹੜਾ ਬਾਈਡਨ ਦਾ ਟੌਪ ਏਡ। ਦੋ ਟੋਨੀ ਜਿਹੜੇ ਦੋਸਤ ਨੇ ਬਚਪਨ ਦੇ, ਇਹ ਟੋਨੀ ਐਂਟਨੀ
ਤੇ ਇੱਕ ਹੋਰ ਟੋਨੀ, ਉਹਨਾਂ ਦੀ ਜ਼ਿੰਦਗੀ ਕਿਵੇਂ ਲਿਖਦੇ ਆ। ਤੇ ਬਲਿੰਕਨ ਜਦ 5 ਸਾਲ ਦੇ ਸੀ, ਉਹ ਉਸ ਸਮੇਂ ਹੋਰ ਇੱਕ ਟੋਨੀ ਨੂੰ ਮਿਲੇ। ਉਹ ਟੋਨੀ ਹੈਗਾ ਟੋਨੀ ਐਂਥਨੀ ਲੋਜ਼ੈਟੋ ਗਾਰਡਨਰ, ਜਿਹੜਾ ਉਸਦੀ ਮਾਤਾ ਦੇ ਬਹੁਤ ਕਲੋਜ਼ ਦੋਸਤ ਦਾ ਬੇਟਾ ਹੈ, ਡੈਨੀਅਲ ਲੋਜ਼ੈਟੋ ਗਾਰਡਨ, ਜਿਸ ਦੀ ਮਾਤਾ ਦਾ ਨਾਮ ਹੈ। ਇਕੱਠੇ ਹੀ ਅਪਰ ਈਸਟ ਸਟੇਟ ਮੈਨਹਟਨ 'ਚ ਪੜ੍ਹੇ, ਦੋਨੇ ਹੀ ਸਕੂਲਾਂ ਦੇ ਵਿੱਚ ਨੇੜੇ ਨੇੜੇ ਗਏ। ਬਲਿੰਕਨ ਡਾਲਟਨ 'ਚ ਗਿਆ, ਗਾਰਡਨਰ ਸੇਂਟ ਬਰਨਾਰਡ 'ਚ ਗਿਆ। ਤੇ ਅੱਧੀ ਸੈਂਚੁਰੀ ਤੋਂ ਦੋਨੇ ਹੀ ਦੋਸਤ ਨੇ। ਬਲਿੰਕਨ ਫਰਾਂਸ ਮੂਵ ਹੋ ਗਿਆ ਤੇ ਗਾਰਡਨਰ ਨੇ ਆਪਣੀ ਮਾਂ ਦੇ ਨਾਲ ਉਹ ਇਟਲੀ ਮੂਵ ਹੋ ਗਿਆ। ਦੋਨੇ ਯੂਰਪ ਚਲੇ ਗਏ। ਦੋਨੇ ਹਾਰਵਰਡ ਦੇ ਵਿੱਚ ਆ ਕੇ ਅੰਡਰ ਗ੍ਰੈਜੂਏਟ ਕੀਤੇ, ਫਿਰ ਕੋਲੰਬੀਆ ਲਾਅ ਸਕੂਲ ਦੇ ਵਿੱਚ ਦੋਨਾਂ ਨੇ ਲਾਅ ਕੀਤਾ, ਜਿੱਥੇ ਇਹਦੇ ਦੂਜੇ ਗਾਰਡਨਰ ਦਾ ਪਿਤਾ ਰਿਚਰਡ, ਜਿਹੜਾ ਉੱਥੇ ਪ੍ਰੋਫੈਸਰ ਸੀ ਤੇ ਬਹੁਤ ਟੌਪ ਦਾ ਲਾਅ ਦਾ ਪ੍ਰੋਫੈਸਰ, ਤੇ ਬਲਿੰਕਨ ਉਹਦਾ ਸਭ ਤੋਂ ਟੌਪ ਸਟੂਡੈਂਟ ਸੀ ਮਿਡ 90s ਦੇ ਵਿੱਚ। ਲਾਅ ਕੀਤਾ ਕੋਲੰਬੀਆ ਲਾਅ ਸਕੂਲ 'ਚ। ਕੋਲੰਬੀਆ ਯੂਨੀਵਰਸਿਟੀ ਸਭ ਤੋਂ ਟੌਪ, ਨਿਊਯਾਰਕ ਯੂਨੀਵਰਸਿਟੀ ਤੇ ਕੋਲੰਬੀਆ ਯੂਨੀਵਰਸਿਟੀ ਅਮਰੀਕਾ ਦੀ ਦੁਨੀਆ ਦੀਆਂ ਟੌਪ ਜਿਹੜੀਆਂ ਯੂਨੀਵਰਸਿਟੀਆਂ ਨੇ। ਇੱਕ ਵਾਰ ਸੁਭਾਗ ਮੈਨੂੰ ਮਿਲਿਆ ਭਾਈ ਸਾਹਿਬ ਨਾਲ, ਉਹਨਾਂ ਜਾਂ ਪੋਸਟ ਡਾਕਟਰੇਟ ਕੀਤੀ ਹੈ ਕੋਲੰਬੀਆ ਦੇ ਵਿੱਚੋਂ। ਮੈਂ ਗਿਆ, ਦੇਖ ਕੇ ਉੱਥੇ ਲੋਕਾਂ ਨੂੰ ਆਲੇ ਦੁਆਲੇ, ਮਤਲਬ ਤੁਹਾਡੇ ਵਾਈਬਸ ਨੇ ਜਿਹੜੀਆਂ ਇੱਕ ਮਾਹੌਲ ਕਿਸੇ ਕਾਲਜ ਦਾ, ਇੱਕ ਯੂਨੀਵਰਸਿਟੀ ਦਾ ਜਾ ਕੇ ਪਤਾ ਲੱਗਦਾ ਵੀ ਕਿੰਨੇ ਲੋਕ ਕਿਵੇਂ ਤੁਰਦੇ ਫਿਰਦੇ ਆ, ਕਿਵੇਂ ਗੱਲਾਂ ਬਾਤਾਂ ਕਰਦੇ ਆ, ਕੀ ਡਿਸਕਸ਼ਨਸ ਨੇ, ਚਿਹਰੇ ਵੀ ਨੇ, ਕਿਉਂਕਿ ਐਂਟਰ ਹੀ ਨਹੀਂ ਹੋਣ ਦਿੰਦੇ ਉਹ ਟੌਪ ਜਿਹੜੇ 98 ਤੋਂ ਉੱਪਰਲੇ ਨੇ, ਉਹਦੇ 'ਚ ਇਹ ਯੂਨੀਵਰਸਿਟੀ ਜਾਂਦੇ। ਨਿਊਯਾਰਕ ਯੂਨੀਵਰਸਿਟੀ ਦੇ ਵਿੱਚ ਸਾਡੇ ਬਾਈ ਜੀ ਬਹੁਤ ਕਲੋਜ਼ ਜਸਵਿੰਦਰ ਸਿੰਘ ਸੇਖੋਂ, ਉਹਨਾਂ ਦਾ ਪੁੱਤਰ ਨਿਊਯਾਰਕ ਸਟੇਟ ਯੂਨੀਵਰਸਿਟੀ ਦੇ ਟੌਪ ਜਿਹੜਾ ਉਹ ਪੜ੍ਹਿਆ, ਤੇ ਹੰਸਾ ਪਿੰਡਾ ਰਾੜਾ ਸਾਹਿਬ ਕੋਲ, ਤੇ ਉਹਨਾਂ ਦਾ ਪੁੱਤਰ। ਬਹੁਤ ਮਾਣ ਦੀਆਂ ਗੱਲਾਂ ਇਹ ਇਹਨਾਂ ਯੂਨੀਵਰਸਿਟੀਆਂ ਦੇ ਕੋਲ ਦੀ ਨਹੀਂ ਲੰਘ ਹੁੰਦੇ ਮਾੜੇ ਬੰਦਿਆਂ ਤੋਂ। ਬਲਿੰਕਨ ਤੇ ਟੋਨੀ ਦੋਨੇ ਹੀ ਜਦ ਲਾਅ ਕੀਤਾ, ਬਲਿੰਕਨ ਤੇ ਟੋਨੀ ਗਾਰਡਨਰ ਨੇ ਦੋਨਾਂ ਨੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਵਿੱਚ ਕੰਮ ਕੀਤਾ ਪ੍ਰੈਜ਼ੀਡੈਂਟ ਬਿਲ ਕਲਿੰਟਨ ਦੇ ਥੱਲੇ। ਕਲਿੰਟਨ ਨੇ ਗਾਰਡਨਰ ਦੇ ਪਿਤਾ ਨੂੰ ਅੰਬੈਸਡਰ ਲਾਤਾ ਸਪੇਨ ਦਾ, ਤੇ ਉਸ ਤੋਂ ਬਾਅਦ ਬਲਿੰਕਨ ਦਾ ਪਿਤਾ ਡੋਨਲਡ ਬਲਿੰਕਨ, ਜਿਹੜਾ ਉਹਦਾ ਪਹਿਲਾ ਪਿਤਾ, ਅਸਲ ਪਿਤਾ ਸੀ, ਉਹ ਦੂਜੀ ਬਾਅਦ ਉਹ ਉਸਦੀ ਮਾਤਾ ਨੇ ਵਿਆਹ ਕਰਾ ਲਿਆ ਸੀ ਜਾ ਕੇ ਫਰਾਂਸ ਦੇ ਵਿੱਚ, ਉਹ ਅੰਬੈਸਡਰ ਹੰਗਰੀ ਦਾ ਲੱਗਿਆ। ਤੇ ਰਿਚਰਡ ਗਾਰਡਨਰ ਜਿਹੜਾ ਲਾਅ ਪ੍ਰੋਫੈਸਰ, ਇਸ ਦੇ ਦੋਸਤ ਦਾ ਪਿਤਾ ਸੀ, ਉਹ ਅੰਬੈਸਡਰ ਇਟਲੀ ਦਾ ਰਿਹਾ ਪ੍ਰੈਜ਼ੀਡੈਂਟ ਜਿਮੀ ਕਾਰਟਰ। ਤੁਸੀਂ ਫੈਮਿਲੀ ਜਿਹੜੀ ਨਾ ਇਹਨਾਂ ਦੇ ਖੂਨ ਦੇ ਵਿੱਚ ਆ, ਜਿਹੜੀ ਪਬਲਿਕ ਸਰਵਿਸ। ਟੋਨੀ ਤੇ ਦੋਨੇ ਟੋਨੀ ਜਿਹੜੇ ਨੇ ਦੋਨੇ ਓਬਾਮਾ ਐਡਮਿਨਿਸਟ੍ਰੇਸ਼ਨ 'ਚ ਆ ਗਏ। ਜਦ ਬਲਿੰਕਨ ਨੇ ਸਰਵ ਕੀਤਾ ਟੌਪ ਐਡਵਾਈਜ਼ਰ ਟੂ ਬਾਈਡਨ, ਤੇ ਜਾਂ ਵਾਈਸ ਪ੍ਰੈਜ਼ੀਡੈਂਟ ਤੌਰ ਤੇ ਡਿਪਟੀ ਸੈਕਟਰੀ ਆਫ ਸਟੇਟ, ਤੇ ਉਸ ਤੋਂ ਬਾਅਦ ਗਾਰਡਨਰ ਨੇ ਸਰਵ ਕੀਤਾ ਅੰਬੈਸਡਰ ਟੂ ਦ ਯੂਰਪੀਅਨ ਯੂਨੀਅਨ। ਪਬਲਿਕ ਸਰਵਿਸ ਪਰਿਵਾਰ ਦੇ ਵਿੱਚ ਜਦ ਟੋਨੀ ਬਲਿੰਕਨ ਆਪਣੀ ਘਰਵਾਲੀ ਨੂੰ ਮਿਲਦਾ ਹੈ ਇਵਾਨ ਰਾਇਨ ਨੂੰ 1995 'ਚ, ਤਾਂ ਉਸ ਸਮੇਂ ਵਾਈਟ ਹਾਊਸ ਦੇ ਵਿੱਚ ਸਪੀਚ ਰਾਈਟਰ ਸੀ ਨੈਸ਼ਨਲ ਸਿਕਿਉਰਿਟੀ ਕੌਂਸਲ ਦਾ, ਤੇ ਉਹ ਸਕੈਜੂਲਰ ਸੀ ਹਿਲਰੀ ਕਲਿੰਟਨ। ਤੇ ਕਲਿੰਟਨ ਦੇ ਨਾਲ ਹੀ ਉਹ ਸੈਨੇਟ ਦੀ ਜਾਂ ਕੈਂਪੇਨ ਉਹਨੇ ਲੜੀ, ਉਹ ਕੰਮ ਉਹਨੇ ਕੀਤਾ ਉਸਦੀ ਵਾਈਫ ਨੇ। ਉਦੋਂ ਬਾਅਦ ਫਿਰ ਬਾਈਡਨ ਦੇ ਨਾਲ ਉਸਨੇ ਕੰਮ ਕੀਤਾ ਜਦ ਉਹ ਵਾਈਸ ਪ੍ਰੈਜ਼ੀਡੈਂਟ ਸੀ। ਅਸਿਸਟੈਂਟ ਸੀ ਉਹ ਇੰਟਰ ਗਵਰਨਮੈਂਟਲ ਅਫੇਅਰਸ ਦੀ 13 ਤੋਂ 17 ਤੱਕ, ਫਿਰ ਅਸਿਸਟੈਂਟ ਸੈਕਟਰੀ ਆਫ ਸਟੇਟ ਐਜੂਕੇਸ਼ਨਲ ਤੇ ਕਲਚਰਲ ਅਫੇਅਰਸ ਦੀ। ਤੇ ਹਿਲਰੀ ਦੋਨਾਂ ਦੇ ਵਿਆਹ ਦੇ ਵਿੱਚ ਮਹਿਮਾਨ ਸੀ ਜਦ ਬਲਿੰਕਨ ਤੇ ਰਾਇਨ ਨੇ 2002 'ਚ ਵਿਆਹ ਕੀਤਾ। ਤੇ ਬਲਿੰਕਨ ਨੇ ਜਦ ਟੋਸਟ ਕੀਤਾ ਆਪਣੀ ਰਿਸੈਪਸ਼ਨ ਤੇ, ਤਾਂ 40 ਮਿਲੀਅਨ ਅਮਰੀਕਨਸ ਨੂੰ ਜਿਹੜਾ ਉਹਨੇ ਟੋਸਟ ਕੀਤਾ, ਸਾਰਿਆਂ ਨੂੰ ਕਹਿੰਦੇ ਜਿਹਨੇ ਬਿਲ ਕਲਿੰਟਨ ਨੂੰ ਤੁਸੀਂ ਵੋਟਾਂ ਪਾਈਆਂ, ਕਿ ਇਸ ਇਲੈਕਸ਼ਨ ਦੇ ਵਿੱਚੋਂ ਹੀ ਉਸਨੂੰ ਤੇ ਉਹ ਕਹਿੰਦੇ ਮੈਨੂੰ ਇਹੀ ਐਡਮਿਨਿਸਟ੍ਰੇਸ਼ਨ 'ਚ ਅਸੀਂ ਦੋਨੇ ਮਿਲੇ ਆ, ਤੇ ਦੋਨਾਂ ਦੇ 2 ਬੱਚੇ ਨੇ। ਤੇ ਉਸ ਤੋਂ ਬਾਅਦ ਬਲਿੰਕਨ ਦੀ ਜਿਹੜੀ ਹਾਫ
सिस्टर है लीआ पिसल जिहड़ी मैं कहा तुहानूं, ओह स्टेट डिपार्टमेंट के नाल काम कीता ने, कम्यूनीकेशन डायरैक्टर नैशनल सिक्योरिटी कौंसल ते ब्लिंकन एडमिनिस्ट्रेशन। ब्लिंकन दा अंकल जिहड़ा उन्हें यूएस अंबैसडर टू बेल्जियम, उसके बाद ब्लिंकन दा फादर जिवें दस्सिया हंगरी दा अंबैसडर, ब्लिंकन दा स्टैप फादर जिहड़ा सी ओह जॉन एफ कैनेडी दा फ्रेंच प्रेजिडेंट्स लिए एडवाइजर सी। ज्यूश रूट्स ने ते यूरोपीयन जिहड़ी खून जिहड़ा ट्रेडिशन ओह है यहूदी परिवार च जम्मिया, यहूदी परिवारां दे परिवार च ब्लिंकन जम्मिया ते उहदा जिहड़ा स्टैप फादर सी सैमुअल पिसल जिहड़ा होलोकॉस्ट सर्वाइवर सी ते उसने एक इस दे बारे लिखिया बई यहूदियां दे विच जद उन्हें नाजीज तो सर्वाइव किया डेथ कैंप दे विच ऑशविट्ज दे विच उथों सर्वाइव किया, उन्हें जिंदगी च लिखिया सी कि जिहड़ी खून नूं बचाउण लई एक आस ही है। 2013 दी वाशिंगटन पोस्ट दी उसदी जिहड़ी एक इंटरव्यू सी इस दे दूसरे मतरे पिता दी सैमुअल पिसल दी, तां उसने यही गल कीती कि बई मैं मेरा पुत्र आ जिहड़ा मेरा स्टैप सन आ जिहड़ा ब्लिंकन है वो मैनूं पुछना चाहुंदा है भी मैं किवें सर्वाइव किया उहदी उम्र दे विच। ऑशविट्ज एक कैंप ਉਹਦੇ ਵਿੱਚੋਂ ਪੋਲੈਂਡ ਦਾ ਵਿੱਚ ਟ੍ਰੇਨਾਂ ਭਰੀਆਂ ਹੀ ਆਉਂਦੀਆਂ, ਉਹਦੇ ਵਿੱਚ ਯਹੂਦੀਆਂ ਨੂੰ ਮਾਰ ਦਿੱਤਾ ਜਾਂਦਾ, ਉਹਦੇ ਵਿੱਚੋਂ ਇਹਦਾ ਪਿਤਾ ਬਚ ਕੇ ਨਿਕਲਿਆ। ਇੱਕ ਬਲਿੰਕਨ ਨੂੰ ਉਹ ਕਹਿੰਦੇ ਨੇ ਵੀ ਇੰਟਰਵੈਂਸ਼ਨ ਬਹੁਤ ਵਧੀਆ ਉਹ ਕਰਦਾ ਜਦ ਉਸਨੂੰ ਲੱਗਦਾ, ਜਦ ਉਹਦਾ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਚ ਓਬਾਮਾ ਤੇ ਦੇ ਥੱਲੇ ਤੇ ਡਿਪਟੀ ਸੈਕਟਰੀ ਆਫ ਸਟੇਟ ਤੇ ਬਲਿੰਕਨ ਨੇ ਕੰਮ ਕੀਤਾ ਤਾਂ ਅਮਰੀਕਾ ਦੀ ਇਨਵੋਲਵਮੈਂਟ ਜਿਹੜੀ ਸੀਰੀਆ ਦੇ ਕਨਫਲਿਕਟ ਦੇ ਵਿੱਚ ਸੀ ਉਹ ਉਸਦੀ ਬਾਈਡਨ ਦੇ ਨਾਲ ਵੀ ਕਨਫਲਿਕਟ ਰਿਹਾ। ਜਦ ਬਾਈਡਨ ਦੇ ਨਾਲ ਤੇ ਇਰਾਕ ਦੀ ਜਿਹੜੀ ਇਨਵੇਜ਼ਨ 2003 ਦੀ ਗੱਲ ਉਹ ਕਹਿੰਦਾ ਉਹ ਆਰਮਜ਼ ਕਨਫਲਿਕਟ ਦੇ ਹੱਕ 'ਚ ਨਹੀਂ, ਉਹ ਕਹਿੰਦਾ ਡਿਪਲੋਮੇਸੀ ਹੋਣੀ ਚਾਹੀਦੀ, ਹਥਿਆਰਬੰਦ ਨਹੀਂ ਗੱਲ ਬਣਨੀ ਚਾਹੀਦੀ, ਡਿਪਲੋਮੇਸੀ ਹੋਵੇ, ਤੁਹਾਡੇ ਕੋਲ ਗੱਲ ਹੋਵੇ ਟੇਬਲ ਤੇ ਬਹਿਣ। ਜਿਹੜੀ ਕਿ ਬਹੁਤ ਵਧੀਆ ਸੌਕਰ ਬਹੁਤ ਵਧੀਆ ਖੇਲਦਾ, ਗਿਟਾਰ ਬਹੁਤ ਵਧੀਆ ਵਜਾਉਂਦਾ ਤੇ ਦੁਨੀਆ ਦੇ ਵਿੱਚ ਕਿਸੇ ਵੀ ਧੱਕੇ ਨੂੰ, ਕਿਸੇ ਵੀ ਕੌਮ ਤੇ ਹੋਏ ਧੱਕੇ ਨੂੰ, ਕੋਈ ਯਹੂਦੀ ਹੈ ਤੇ ਉਹਨੇ ਦੇਖਿਆ ਆਪਣੇ ਯਹੂਦੀ ਪਰਿਵਾਰ 'ਚ ਪੈਦਾ ਹੋਇਆ ਤੇ ਆਪਣੇ ਪਿਤਾ ਨੂੰ ਮਤਲਬ ਪਿਤਾ ਦੁੱਖ ਉਸਨੇ ਬਚਪਨ ਦੇ ਵਿੱਚ ਪੁੱਛਿਆ ਵੀ ਕਿਵੇਂ ਉਹਨੇ ਸਰਵਾਈਵ ਕੀਤਾ ਔਸ਼ਵਿਟਜ਼ ਦੇ ਵਿੱਚ, ਤਾਂ ਉਹ ਇਸ ਗੱਲ ਨੂੰ ਸ਼ੋਰ ਕਰਦਾ ਵੀ ਮਾਈਨੋਰਟੀਜ਼ ਨਾਲ ਕਿਤੇ ਵੀ ਦੁਨੀਆ ਦੇ ਵਿੱਚ ਧੱਕਾ ਨਾ ਹੋ। ਇਹ ਹੈ ਜੀ ਐਂਥਨੀ ਬਲਿੰਕਨ ਜਿਹਦੀ ਮੈਂ ਜ਼ਿੰਦਗੀ ਬਾਰੇ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਸੀ, ਜਿਸ ਨੇ ਬਹਿੰਦਿਆਂ ਸਾਰ ਇਸੇ ਸਾਲ ਦੇ ਵਿੱਚ ਇਹੋ ਜਿਹੀਆਂ ਪਾਲਿਸੀਜ਼ ਲੈ ਕੇ ਆਉਣੀਆਂ ਨੇ। ਤੁਸੀਂ ਵੇਖੋਗੇ ਵੀ ਦੁਨੀਆ ਦੀ ਤਰਜ਼ ਕਿਵੇਂ ਬਦਲਦੀ ਹੈ। ਨਵੇਂ ਸਕੈਮ ਤੋਂ ਬਚਿਓ, WhatsApp ਤੇ ਆ ਰਿਹਾ ਹਰ ਕਦੇ ਕੈਲੀਫੋਰਨੀਆ ਦਾ ਨੰਬਰ ਹੈ, ਕਦੇ ਟੈਕਸਸ ਦਾ ਨੰਬਰ ਹੈ। WhatsApp ਤੇ ਆਉਂਦਾ ਤੁਹਾਨੂੰ ਫੋਨ, ਹਾਏ ਸਰ ਲਿਖ ਕੇ, ਡੀਅਰ ਸਰ ਆਪਣੀ ਰੀਸੈਂਟ ਜਿਹੜੀ ਕਨਵਰਸੇਸ਼ਨ ਹੋਈ ਆ ਫੋਨ ਤੇ, ਆ ਈਮੇਲ ਤੁਹਾਨੂੰ ਅਸੀਂ ਭੇਜ ਰਹੇ ਹਾਂ, 30% ਡਿਸਕਾਊਂਟ ਹੈ ਤੁਹਾਨੂੰ ਇਹਦੇ ਤੋਂ ਮਿਲੇਗਾ, 50% ਡਿਸਕਾਊਂਟ ਵੀ ਦੇ ਦਾਂਗੇ ਤੁਹਾਨੂੰ ਯੂਟਿਲਿਟੀ ਬਿਲਸ ਤੇ ਅਸੀਂ ਜਿਹੜਾ ਬਿੱਲ ਤੁਹਾਡਾ ਵੇਵ ਆਫ ਕਰ ਦਿਆਂਗੇ, ਕੋਈ ਪਰਸਨਲ ਇਨਫੋਰਮੇਸ਼ਨ ਨਹੀਂ ਤੇ ਕੋਈ ਟੈਕਸਸ ਨਹੀਂ। ਅਸੀਂ ਡਿਸਕਾਊਂਟ ਕਿਉਂ ਦੇ ਰਹੇ ਹਾਂ? ਕਿਉਂਕਿ ਅਸੀਂ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੀਆਂ ਵੱਡੀਆਂ ਕੰਪਨੀਆਂ ਦੇ ਨਾਲ ਕੰਮ ਕਰਦੇ ਹਾਂ, ਸੋ ਇਸ ਲਈ ਡਿਸਕਾਊਂਟ ਦੇ ਰਹੇ ਹਾਂ। ਕਸਟਮਰ ਸਰਵਿਸ ਵੱਲੋਂ ਜਦੋਂ ਹੀ ਵੈਲਕਮ ਟੂ ਸਰਵਿਸ ਪ੍ਰੋਵਾਈਡਡ ਬਾਈ ਦ ਬਿਲਿੰਗ ਡਿਸਕਾਊਂਟ ਡਿਪਾਰਟਮੈਂਟ ਇਹ ਤੇ ਲਿਖ ਕੇ ਤੇ ਅਸੀਂ ਲਾਰਜ ਪਰਸਨਲ ਯੂਟਿਲਿਟੀ ਤੋਂ ਅਲੱਗ ਹੈ। US ਮੇਲਿੰਗ ਐਡਰੈਸ, ਕੰਪਨੀ ਐਡਰੈਸ S520 ਬ੍ਰੌਡਵੇ ਸਟਰੀਟ, ਸੈਂਟਾ ਮੋਨਿਕਾ, ਕੈਲੀਫੋਰਨੀਆ। ਵੈਬਸਾਈਟ ਹੈ ਜਿਹੜੀ ਉਹ UK ਦੀ ਹੈ, uw-co.uk। ਸਮੀਰ ਮਲਹੋਤਰਾ 1430 755 0743। ਆਪਣੇ ਬੰਦੇ
हुणे ही एक होर आके हटिया, नमस्कार सर मैं कैलिफोर्निया से बोल रहा हूँ, इधरों ये लग्या है सी ते इहदे तो थोड़ा जिहा बचिओ। कारण यह है कि जद कितों डिस्काउंट की गल हुंदी है तां उसे समय असी तेज हो जाते हैं। जब तुसी किसी ने टैलीफोन ते गल ही नहीं की तां तुहानूं किवें पता भी तुहानूं ईमेल कित्थों आ गई तुहाडे फोन दे। फोन इहदा मतलब तुहाडा WhatsApp नंबर जिहड़ा किते हुण शेयर होना शुरू हो गया, पहला नहीं सी हो रही ते हुण ये शुरू होया। ते बहुत लोग ने जिहड़े सिग्नल नूं जिहड़ा सिग्नल ते जिहड़ा ओह मूव ऑन कर रहे ने, पर फिर भी कोई भी चीज सिग्नल भी डाउनलोड करना उस तो पहला तुहानूं पता होना चाहिए कि जिहड़ा सानूं फायदा जां नुकसान। सर चंद कमल सिंह जी लाइन नंबर 2। अजीत जी सत श्री अकाल। सत श्री अकाल खोसा साहब। अजीत जी लाइव इंफॉर्मेशन वैंकूवर डाउनटाउन दी हेस्टिंग ते खडोआ दे कॉर्नर ते विचकार हाउस स्ट्रीट ते मुजाहरा हो रहा वा। अच्छा जी। किसानां दे हक विच पर सब तो वड्डी गल जी एक ही है, 100-150 बंदा भी है तो कोई शक नहीं, 25-30 पुलिस वाले। पर एक माड़ी गल जी हो रही है कि खालसा ना लग रहा है जी, नहीं चंगी गल। क्यों किसान मोर्चे सपोर्ट करेंगे, किसानों के हक लाइए ना कि खालिस्तान पे। मेरी यही एक दुआ वा सारे वास्ते कि जे करना मोर्चे ਉਹਦੇ हक में जाओ तो उल्ट ना जाओ ਜਿਹੜਾ ਕਿ ਸਾਨੂੰ ਇੰਡੀਆ ਨੂੰ ਨੁਕਸਾਨ ਹੋਵੇ। थैंक यू वेरी मच। बिल्कुल ठीक है। इस चीज ते गल करते हैं ते अज ਉਹ ਜਿਹੜੇ मेरा ख्याल है गए हुए ने जिन्ने भी मुजाहरा उत्थे करन, ਉਹ मेरे ख्याल 26 जनवरी वाले मुजाहरे ते गए हुए ने, ਜਿਹੜੇ कुछ एक नोट मैनू भी मिलिया ते ਇਹ किसान अंदोलन करके नहीं गए हुए, मैं जिथों तक मैनू इस गल का पता लगदा। एनीवेज अगले हिस्से च आपां गलबात इस दे बारे करदे हां। अच्छा एक सर्कुलर जिहड़ा मैनू मिलिया, जिहड़ा दिल्ली दे विच कल अज दे दोपहर दे समय ਉਹਦੇ ਵਿੱਚ ਕਿ ਭਾਰਤ ਨੂੰ ਲੌਕਡਾਊਨ ਤੁਸੀਂ ਕਿਵੇਂ ਕਰਨਾ। ਜਿਨ੍ਹਾਂ ਨੇ ਮੈਨੂੰ ਇਹ ਭੇਜਿਆ ਉਹ ਕਹਿੰਦੇ ਮੈਨੂੰ ਅੰਦਰੋਂ ਇਹ ਮਿਲਿਆ ਤੇ ਬਹੁਤ ਕਮਿਊਨਿਟੀ ਦੇ ਜਾਣੇ ਪਛਾਣੇ ਹੁੰਦੇ ਨੇ, ਉਹ ਕਹਿੰਦੇ ਬਿਲਕੁਲ ਸਹੀ ਹੈ। ਤੇ 12:30 ਤੇ 26 ਤਰੀਕ ਨੂੰ ਇਹ ਜਿਹੜਾ ਸਰਕੂਲਰ ਗਿਆ ਭਾਰਤ ਸਾਰੇ DCs ਨੂੰ ਤੇ ਸਾਰੇ ਡਿਸਟ੍ਰਿਕਟ ਸਿਕਿਉਰਿਟੀ ट्रैफिक ते सारिਆਂ ਇਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਜਿਹੜੇ ਫਾਰਮਰਸ ਨੇ ਟਰੈਕਟਰ ਦੇ ਨਾਲ ਰਾਜਪਾਲ ਇੰਡੀਆ ਗੇਟ, ਰੈੱਡ ਫੋਰਟ, ਰਾਮਲੀਲਾ ਗਰਾਊਂਡ ਤੇ ਰਾਸ਼ਟਰਪਤੀ ਭਵਨ, PM ਰੈਜ਼ੀਡੈਂਸ, HM ਰੈਜ਼ੀਡੈਂਸ, ਪਾਰਲੀਮੈਂਟ ਹਾਊਸ, CM ਹਾਊਸ, ਲੈਫਟੀਨੈਂਟ ਗਵਰਨਰ ਹਾਊਸ ਤੇ ਇੱਥੇ ਤੱਕ ਇਹ ਟਰੈਕਟਰ ਆ ਸਕਦੇ ਨੇ। ਤੇ ਉਸ ਤੇ ਚੱਲਦੇ ਆ COVID-19 ਦੀ ਗੱਲ ਕਰਦੇ ਆ ਵੀ ਜੇ ਉਸੇ ਸਮੇਂ ਭਾਰਤ ਨੂੰ ਲੌਕਡਾਊਨ ਕਰਨ ਦਾ ਜਿਹੜਾ ਇੱਕ ਸੱਦਾ। ਅੱਛਾ ਹੁਣ ਇਹ ਜਿਹੜਾ ਸਰਕੂਲਰ ਹੈ, ਜਦ ਮੈਂ ਪੁੱਛਿਆ ਮੈਂ ਕਿਹਾ ਜੀ ਵੀ ਇਹ ਸਰਕੂਲਰ ਦੀ ਅਥੈਂਟਿਸਿਟੀ ਉਹ ਕਹਿੰਦੇ 100% ਹੈ। ਇਹ ਕੀ ਸੀ? ਉਹ ਕਹਿੰਦੇ ਲੇਅਰ ਰੱਖੀ ਸੀ ਬਈ ਜੇ ਬਾਈ ਦਾ ਵੇ ਟਰੈਕਟਰ ਕੰਟਰੋਲ ਨਾ ਹੋਏ, ਮਤਲਬ ਅੰਦਰ ਆ ਵੜੇ, ਉਸੇ ਸਮੇਂ ਭਾਰਤ ਸਾਰਾ ਕੋਈ ਸਖਤੀ ਹੋ ਗਈ, ਸਖਤੀ ਦੇ ਵਿੱਚ ਕਿਸਾਨਾਂ ਦੀ ਸ਼ਹੀਦੀ ਹੋ ਗਈ ਤਾਂ ਭਾਰਤ ਦੇ ਵਿੱਚ ਸਾਰੇ ਦੇ ਵਿੱਚ ਇਸ ਨੂੰ ਕੰਟਰੋਲ ਕਰਨ ਲਈ ਲਾਕਡਾਊਨ ਲਾਇਆ ਜਾਏਗਾ, ਲੱਗਿਆ ਜਾਏਗਾ ਕਿ ਇਹ ਲਾਕਡਾਊਨ ਹੈਗਾ COVID-19 ਕਰਕੇ। ਇਹ ਇੱਕ ਸਰਕੂਲਰ ਜਿਹੜਾ ਜਾਰੀ ਹੋਇਆ 12 ਵਜੇ, ਕੱਲ 12 ਵਜੇ ਮਤਲਬ 8 ਵਜੇ ਜਦੋਂ ਉੱਥੋਂ ਤੁਰੇ ਨੇ 4 ਘੰਟੇ ਬਾਅਦ ਜਦ ਸਿਚੁਏਸ਼ਨ ਉਹਨਾਂ ਨੇ ਵੇਖੀ
ਹੁਣ ਮੈਂ ਕੁਝ ਮੁੱਦੇ ਤੁਹਾਨੂੰ ਦੇਣੇ ਚਾਹੁੰਦਾ, ਤੁਸੀਂ ਫਿਰ ਇਹਦੇ ਤੇ ਗੱਲਬਾਤ ਕਰਿਓ। ਦੂਸਰਾ, ਜਿਹੜਾ ਰਿੰਗ ਰੋਡ ਲਾਲ ਕਿਲੇ ਤੱਕ ਆਉਂਦੀ ਹੈ ਉਹਦਾ ਕਰਨਾਲ ਬਾਈਪਾਸ ਤੇ ਇੱਕ ਬੈਰੀਕੇਡ ਤੋੜਨ ਤੋਂ ਬਾਅਦ ਕਿਤੇ ਹੋਰ ਬੈਰੀਕੇਡ ਨਹੀਂ ਸੀ, ਤੇ ਜਿੱਥੇ ਜਿਹੜੀ ਉੱਥੇ ਪੁਲਿਸ ਸੀ ਉਹਨਾਂ ਕੋਲ ਸਾਰਿਆਂ ਕੋਲ ਡੰਡੇ ਸੀ ਤੇ ਅਥਰੂ ਗੈਸ ਦੇ ਗੋਲਿਆਂ ਵਾਲੀ ਉਹਨਾਂ ਦੇ ਕੋਲ ਗਨ ਸੀ ਤੇ ਹੋਰ ਕੋਈ ਵੈਪਨ ਨਹੀਂ ਸੀ। ਚਲੋ ਇਹਦੇ ਵਿੱਚ ਮੈਂ ਤਾਂ ਇਸ ਨੂੰ ਠੀਕ ਸਮਝਦਾ, ਚੰਗਾ ਸਮਝਦਾ, ਵੈਪਨ ਨਹੀਂ ਸੀ ਕੋਈ। ਜਿਵੇਂ ਇੱਕ ਵੀਡੀਓ ਜਿਹੜੀ ਆ ਵਾਇਰਲ ਹੋਈ ਹੈ, ਇੱਕ ਬਜ਼ੁਰਗ ਹਰੀ ਦਸਤਾਰ ਬੰਨੀ ਹੋਈ ਹੈ, ਲੱਗਦੇ ਤਾਂ ਉਹ ਭੋਲਾ ਸਿੰਘ ਮਾਨਸਾ ਵਰਗੇ ਨੇ ਪਰ ਉਹ ਨਹੀਂ ਹੈਗੇ, ਉਹਨਾਂ ਦੇ ਕੋਲ ਉਹ ਗਨ ਖੋਈ ਹੋਈ ਆ ਉਹਨਾਂ ਨੇ ਇੱਕ ਪੁਲਿਸ ਵਾਲੇ ਤੋਂ। ਬੰਦੇ ਹੀ ਨੇ ਹੁਣ ਉੱਥੇ, ਇੱਥੇ ਵਾਲੀ ਪੁਲਿਸ ਨੂੰ ਤਾਂ ਤਕੜੇ ਹੈ ਨਹੀਂ, ਜਿਵੇਂ ਬਹੁਤ ਜ਼ਿਆਦਾ 5 ਬੰਦਿਆਂ ਨੂੰ ਵੀ ਉਠਾ ਲੈਣ, ਉਹ ਤਾਂ ਗਨ ਦੇ ਸਿਰ ਤੇ ਜਿਹੜੀ ਆ ਉਹਨਾਂ ਦਾ ਜ਼ੋਰ ਹੈ। ਇੱਕ ਗੱਲ। ਦੂਸਰੀ ਤੀਸਰੀ ਜਿਹੜੀ ਗੱਲ ਹੈ, ਜਿਹੜੇ 2 ਟਰੈਕਟਰਾਂ ਨੇ ਦਿੱਲੀ ਪੁਲਿਸ ਦੇ ਸਿਪਾਹੀਆਂ ਦੇ ਆਲੇ ਦੁਆਲੇ ਉਹਨੂੰ ਘੁਮਾਇਆ, ਉਹ ਲਾਲ ਕਿਲੇ ਦੇ ਨੇੜੇ ਆ ਤੇ ਲਾਲ ਕਿਲੇ ਤੋਂ ਉੱਪਰਲੀ ਆਲੇ ਦੁਆਲੇ ਉਹਦੀ ਜਿਹੜੀ ਬਹੁਤ ਵੱਡੀ ਆਲੇ ਦੁਆਲੇ ਇੱਕ ਟ੍ਰੈਂਚ ਆ, ਖਾਲੀ ਆ ਬਹੁਤ ਖੁੱਲੀ, ਉਹ 'ਚ ਉਹਨਾਂ ਨੇ ਛਾਲਾਂ ਮਾਰੀਆਂ, ਸੱਟਾਂ ਵੀ ਲੱਗੀਆਂ ਹੋਣਗੀਆਂ। ਉਹ ਇੱਕ ਵੀਡੀਓ ਹੋਰ ਜਿਹੜੀ ਦਿਖਿਆ ਜਿਹਦੇ ਵਿੱਚ ਕੇਸਰੀ ਝੰਡੇ ਦੇ ਨਾਲ ਕਿਸਾਨਾਂ ਦਾ ਵੀ ਝੰਡਾ ਤੇ ਇੱਕ ਲਾਲ ਵੀ ਝੰਡਾ ਵੀ ਨੇ ਉਹ ਕਲਿੱਪ ਦਿਖਾਇਆ ਸੀ। ਮੁੜ ਕੇ ਉਹ ਕਲਿੱਪ ਕਿਸੇ ਨੇ ਸਾਂਭ ਲਿਆ। ਉੱਥੇ ਕੱਲਾ ਕੇਸਰੀ ਝੰਡਾ ਨਹੀਂ, ਨਾਲ ਝੰਡਾ ਜਿਹੜਾ ਕਿਸਾਨਾਂ ਦਾ ਵੀ ਹੈ। ਹੁਣ ਸਵੇਰੇ ਵੀ ਗੱਲ ਆਪਾਂ ਕਰਦੇ ਸੀ, ਬਾਕੀ ਪਾਸਿਆਂ ਤੋਂ ਟਿੱਕਰੀ ਬਾਰਡਰ ਤੋਂ ਇਸ ਨੂੰ ਕੰਟਰੋਲ ਕਰ ਦਿੱਤਾ ਗਿਆ। ਟਿੱਕਰੀ ਬਾਰਡਰ ਤੋਂ ਉਹ ਆ ਨਾ ਸਕੇ। ਮੈਂ ਪ੍ਰਿਤਪਾਲ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਸੀ, ਮੇਰੇ ਨਾਲ ਆ, ਦਿੱਲੀ ਬਹੁਤ ਚਿਰ ਹੋ ਰਹੇ ਆ, ਉੱਥੇ ਦੇ ਸਿਸਟਮ, ਉਹਨਾਂ ਦੇ ਸੜਕਾਂ ਦਾ ਪਤਾ ਵੀ ਕਿਹੜੀ ਸੜਕ ਕਿੱਥੇ ਜਾਂਦੀ, ਉਹ ਆਪਾਂ ਨੂੰ ਮਾੜਾ ਜਿਹਾ ਸਮਝਾਉਣਗੇ, ਵਿਜ਼ੂਅਲਾਈਜ਼ ਕਰਨਗੇ, ਕਿਉਂਕਿ ਆਪਾਂ ਨੂੰ ਬਾਹਲਾ ਨਹੀਂ ਪਤਾ। ਆਪਾਂ ਤਾਂ ਕਰਨਾਲ ਬਾਈਪਾਸ ਦੇਖ ਲੈਣਾ ਵੀ ਆਹ ਜਿਹੜਾ ਗਾਰਬੇਜ ਵਾਲਾ ਪਹਾੜ ਆ ਗਿਆ, ਇੱਥੋਂ ਅਸੀਂ ਸੱਜੇ ਨੂੰ ਮੁੜ ਜਾਣਾ, ਸੱਜੇ ਨੂੰ ਮੁੜ ਕੇ ਫਿਰ ਜਿੱਥੋਂ ਟ੍ਰੇਨ ਚੱਲਦੀ ਉਹਦੇ ਥੱਲੇ ਦੀ ਹੋ ਜਾਣਾ, ਫਿਰ ਉੱਥੇ ਧੌਲਾ ਕੂਆਂ ਦੇ ਸਾਈਨ ਆ ਜਾਣੇ ਨੇ, ਰੋਹਣੀ ਧੌਲਾ ਕੂਆਂ, ਉੱਥੋਂ ਬਸ ਅਸੀਂ ਏਅਰਪੋਰਟ ਤੇ ਚਲੇ ਜਾਣਾ, ਜਾਨੂੰ ਏਅਰਫੋਰਸ ਦੀਆਂ ਬੈਰਕਾਂ ਆ ਜਾਣੀਆਂ ਨੇ। ਤੇ ਲਾਲ ਕਿਲੇ ਦੇ ਵਿੱਚ ਵੀ ਕੀ ਹੈ, ਲਾਲ ਕਿਲਾ ਕਿੱਡਾ ਹੈ, ਲਾਲ ਕਿਲੇ ਦੇ ਵਿੱਚ ਕਿੰਨੀ ਮਿਲਟਰੀ ਹੁੰਦੀ ਹੈ ਹਰ ਵਕਤ, ਕਿੰਨੀਆਂ ਬੈਰਕਾਂ ਨੇ, ਉਹ ਵੀ ਉਹ ਦੱਸਣਗੇ। ਪ੍ਰਿਤਪਾਲ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਸੀ, ਮੇਰੇ ਨਾਲ ਨੇ। ਸੇਖੋ ਸਾਹਿਬ ਸਵਾਗਤ ਹੈ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ। ਪਹਿਲਾਂ ਤਾਂ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਮੇਰਾ ਕਿਸੇ ਚੀਜ਼ ਨਾਲ ਕੋਈ ਮਕਸਦ ਨਹੀਂ ਹੈਗਾ, ਮੇਰਾ ਆਪ ਲੋਕਾਂ ਨੂੰ ਜਾਗਰੂਕ ਕਰਨ ਦਾ ਮਕਸਦ ਹੈਗਾ, ਔਰ ਅਸੀਂ ਇੱਕ ਏਕਤਾ ਦੇ ਵਿੱਚ ਇਸ ਮੋਰਚੇ ਦੇ ਨਾਲ ਡਟ ਕੇ ਖੜੀਏ ਔਰ ਇਹਨੂੰ ਕਾਮਯਾਬ ਕਰੀਏ। ਮੇਰੀ ਬਸ ਇਹੀ ਬੇਨਤੀ ਸਾਰਿਆਂ ਤੋਂ, ਕਿਉਂਕਿ ਸਾਡੀ ਕੌਮ ਇਸ ਵੇਲੇ 2 ਹਿੱਸਿਆਂ 'ਚ ਵੰਡਦੀ ਜਾ ਰਹੀ ਹੈ, ਜਿਹੜੀ ਬੜੀ ਦੁਖਦਾਈ ਗੱਲ ਹੈ। ਤੇ ਮੈਂ ਚਾਹੁੰਦਾ ਕਿ ਅਸੀਂ ਇਕਮੁੱਠ ਹੋ ਜਾਈਏ, ਕਿਉਂਕਿ ਸਰਕਾਰੀ ਏਜੰਸੀਆਂ ਦਾ ਇਹ ਸਾਰਾ ਕਾਰਾ ਹੈਗਾ। ਤੁਸੀਂ ਦੇਖੋ ਕਿ ਸਵੇਰੇ ਜਦੋਂ 3:30 ਵਜੇ ਦੇ ਕਰੀਬ ਸਿੰਧੂ ਬਾਰਡਰ ਦੇ ਉੱਪਰ ਸਿਰਫ ਇੱਕ ਬੈਰੀਕੇਡ ਹੈ, ਇੱਕ ਲਾਈਨ ਹੈ ਬੈਰੀਕੇਡ ਦੀ, ਜਿਹੜੀ ਪੀਲੀ ਗ੍ਰਿਲ ਦੀ ਲਾਈਨ ਹੈ, ਇੱਕ ਲਾਈਨ ਹੈ, ਉੱਥੇ ਬਹੁਤ ਸਾਰੇ ਕਿਸਾਨ, ਇੱਕ ਯੂਨੀਅਨ ਦਾ ਝੰਡਾ ਹੈ ਸਿਰਫ ਚਿੱਟੇ ਰੰਗ ਦਾ, ਮੈਂ ਨਹੀਂ ਦੱਸ ਸਕਦਾ ਕਿਹੜੀ ਯੂਨੀਅਨ ਸੀਗੀ, ਔਰ 3 ਕੇਸਰੀ ਨਿਸ਼ਾਨ ਸਾਹਿਬ ਨੇ ਤੇ ਬਾਕੀ ਰਾਜ ਕਰੇਗਾ ਖਾਲਸਾ ਦੇ ਨਿਸ਼ਾਨ ਸਾਹਿਬ ਨੇ। ਔਰ ਉਹ ਬੈਰੀਕੇਡ ਨੂੰ ਜੇ ਕੋਈ ਪੈਦਲ ਪਰਲੇ ਪਾਸੇ ਚਲਾ ਵੀ ਜਾਂਦਾ ਤਾਂ ਉਹਨੂੰ ਵਾਪਸ ਬੁਲਾ ਕੇ, ਜਦੋਂ ਪਿੱਛੇ ਪੂਰਾ ਹਜੂਮ ਇਕੱਠਾ ਹੋ ਜਾਂਦਾ ਹੈ, ਉਹ ਬੈਰੀਕੇਡ ਤੋੜ ਕੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਰਾਜਪਥ ਤੇ ਪਰੇਡ ਹੋ ਰਹੀ ਹੋਵੇ, ਔਰ ਦਿੱਲੀ ਕਿੰਨਾ ਮਤਲਬ ਕਿ ਹਾਈ ਅਲਰਟ ਤੇ ਹੁੰਦਾ ਹੈ 15 ਅਗਸਤ ਤੇ 26 ਜਨਵਰੀ ਨੂੰ, ਔਰ 40 ਬੈਰੀਕੇਡ ਇਹੋ ਜਿਹੇ ਲਾਏ ਜਾਣ ਜਿਹੜੇ ਬੜੇ ਆਸਾਨੀ ਨਾਲ ਤੋੜੇ ਜਾਣ, ਔਰ ਉਹ ਜਿਹੜਾ ਉਹਨਾਂ ਦੇ ਅੱਗੇ ਕਾਫਲਾ ਲੱਗਾ ਹੋਇਆ ਉਹ ਸਮਝ ਸਕਦੇ ਹੋ ਕਿ ਉਹ ਸਲੀਪਰ ਸੈੱਲਾਂ ਦਾ ਕਾਫਲਾ ਸੀਗਾ। ਉਹ ਗੁੰਮਰਾਹ ਕਰਕੇ ਬਹੁਤ ਸਾਰੇ ਕਿਸਾਨਾਂ ਨੂੰ ਲਾਲ ਕਿਲੇ ਤੱਕ ਲੈ ਗਿਆ, ਕਿਉਂਕਿ ਉਹਨਾਂ ਦੇ ਕੋਲ ਇਨਫੋਰਮੇਸ਼ਨ। ਸੇਖੋ ਸਾਹਿਬ ਮੈਨੂੰ ਸਵਾਲ ਪੁੱਛੀ ਜਾ, ਜੀ ਗੱਲ ਵਿੱਚ ਨਾ ਰਹਿ ਜਾਵੇ। ਇੱਕ ਜਿਹੜੀ ਤੁਸੀਂ ਕਹਿੰਦੇ ਵੀ ਚਿੱਟਿਆਂ ਝੰਡਿਆਂ ਵਾਲਾ ਗਰੁੱਪ ਸੀ, ਉਹ ਗਰੁੱਪ ਕਿਹੜਾ ਸੀ? ਉਹ ਦੇਖੋ ਤੁਸੀਂ ਵੀਡੀਓ ਦੇਖ ਸਕਦੇ ਹੋ, 3:15 ਵਜੇ ਦਾ ਸਿੰਧੂ ਬਾਰਡਰ ਦੇ ਉੱਪਰ ਸਭ ਤੋਂ ਪਹਿਲਾਂ ਰਾਜੇਵਾਲ ਗਰੁੱਪ ਜਾਂ ਬਾਕੀ ਜਿਹੜੀ ਕਿਸਾਨ ਜਥੇਬੰਦੀਆਂ ਦੇ ਗਰੁੱਪ ਨੂੰ ਪਹਿਲਾਂ ਸਭ ਤੋਂ ਪਹਿਲਾਂ ਗਰੁੱਪ ਕਿਹੜਾ ਆਉਂਦਾ ਹੈਗਾ, ਉਹ ਕਿਉਂ ਆਉਂਦਾ, ਕਿਸ ਲਈ ਆਉਂਦਾ, ਉਹ ਲੋਕ ਆਪਣੇ ਆਪ ਪਛਾਣ ਸਕਦੇ ਨੇ ਝੰਡੇ ਦੇਖ ਕੇ। ਕਿਉਂਕਿ ਮੈਨੂੰ ਇੰਨੀ ਜਾਣਕਾਰੀ ਨਹੀਂ ਹੈ, ਕਿਉਂਕਿ ਇੱਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਯੂਨੀਅਨਾਂ ਹੈਗੀਆਂ ਨੇ, ਔਰ ਉਹ ਕਿਸਾਨ ਯੂਨੀਅਨ ਹੈ, ਤੁਸੀਂ ਉਹ ਦੇਖ ਸਕਦੇ ਹੋ, ਉਹਨਾਂ ਦੇ ਵਿੱਚ ਬੰਦਿਆਂ ਨੂੰ ਪਛਾਣ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕੌਣ ਸਲੀਪਰ ਸੈੱਲ ਦੇ
ਏਜੰਸੀਆਂ ਦੇ ਬੰਦੇ ਨੇ, ਤੁਸੀਂ ਪਛਾਣ ਸਕਦੇ ਹੈਗੇ ਹੋ। ਔਰ ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹਨਾ ਕਿ ਲਾਲ ਕਿਲੇ ਦੇ ਅੰਦਰ ਬਹੁਤ ਵੱਡੇ ਲੈਵਲ ਦੇ ਉੱਤੇ CRP, ITBP ਔਰ ਆਰਮੀ ਇੰਟੈਲੀਜੈਂਸ ਵਿੰਗ ਤੋਂ ਲੈ ਕੇ ਰਾਸ਼ਟਰਪਤੀ ਗਾਰਡ ਤੱਕ ਦੇ ਲੋਕ ਉੱਥੇ ਉਹਨਾਂ ਦੇ ਪੱਕੇ ਕੈਂਪ ਲੱਗੇ ਹੋਏ ਨੇ। ਔਰ ਸਪੈਸ਼ਲੀ ਜਦੋਂ 15 ਅਗਸਤ ਹੁੰਦੀ ਹੈ ਜਾਂ 26 ਜਨਵਰੀ ਹੁੰਦੀ ਹੈ, ਜਿੰਨੀਆਂ ਵੀ ਪਾਰਟਿਸਿਪੇਟ ਕਰਨ ਫੌਜ ਦੇ ਬੰਦੇ, ਪੁਲਿਸ ਦੇ ਦਸਤੇ, ਜਿੰਨੀਆਂ ਏਜੰਸੀਆਂ ਦੇ ਬੰਦੇ ਨੇ, ਸਾਰੇ ਲਾਲ ਕਿਲੇ ਦੇ ਅੰਦਰ ਹੁੰਦੇ ਆ, ਰਿਸਟ੍ਰਿਕਟਿਡ ਏਰੀਆ ਦੇ ਅੰਦਰ। ਉੱਥੇ ਅੰਗਰੇਜ਼ਾਂ ਦੇ ਵੇਲੇ ਦੀਆਂ ਬੈਰਕਾਂ ਬਣੀਆਂ ਜਿਨ੍ਹਾਂ ਦੇ ਵਿੱਚ ਤਕਰੀਬਨ 1.5 ਲੱਖ ਦੇ ਕਰੀਬ ਫੌਜ ਰਹਿ ਸਕਦੀ ਹੈ। ਔਰ ਇੰਨੀ ਵੱਡੀ ਮਾਤਰਾ ਦੇ ਵਿੱਚ ਉੱਥੇ ਫੌਜ ਹੋਣੀ ਹੈ ਉਸ ਦਿਨ। ਔਰ ਮੈਂ ਹੈਰਾਨ ਹਾਂ ਕਿ ਵੀ ਇਹ ਬੰਦੇ ਕਿਵੇਂ ਪਹੁੰਚ ਗਏ। ਔਰ ਉਹਨਾਂ ਨੂੰ ਮਤਲਬ ਕਿ ਤੁਸੀਂ ਵੀਡੀਓ ਦੇਖੋਗੇ ਜਿੱਥੇ ਮਤਲਬ ਕਿ ਬਹੁਤ ਦੁੱਖ ਹੁੰਦਾ ਹੈ। ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਦੇ ਵਿੱਚ ਏਜੰਸੀਆਂ ਪੂਰੀ ਤਰ੍ਹਾਂ ਸਫਲ ਹੋਈਆਂ ਨੇ। ਔਰ ਇਸ ਮੂਵਮੈਂਟ ਨੂੰ ਤੋੜਨ ਦੇ ਲਈ, ਢਾਹ ਲਾਉਣ ਦੇ ਲਈ ਤੁਸੀਂ ਦੱਸਿਆ ਹੀ ਹੈ, ਇਹਨਾਂ ਨੇ ਸਰਕੂਲਰ 3 ਪਲੈਨਿੰਗਾਂ ਕੀਤੀਆਂ ਸੀ। ਇੱਕ ਸੀਗੀ ਇਹਨਾਂ ਨੂੰ ਲਾਲ ਕਿਲੇ ਤੱਕ ਲਿਆਂਦਾ ਜਾਵੇ, ਦੂਜੀ ਸੀਗੀ ਕਿ ਲਾਲ ਕਿਲੇ ਜਾਣ ਤੋਂ ਬਾਅਦ ਜੇ ਕਤਲੋ ਗਾਰਦ ਹੁੰਦੀ ਹੈ, ਕਿਸਾਨ ਸ਼ਹੀਦ ਹੋ ਜਾਂਦੇ ਨੇ, ਤਾਂ ਪੂਰਾ ਹਿੰਦੁਸਤਾਨ ਲਾਕਡਾਊਨ ਕਰ ਦਿੱਤਾ ਜਾਵੇ, ਇੰਟਰਨੈਟ ਬੰਦ ਕਰ ਦਿੱਤਾ ਜਾਵੇ। ਇੰਟਰਨੈਟ ਇਹਨਾਂ ਨੇ ਬੰਦ ਕਰਤਾ, ਉਹ ਤੁਸੀਂ ਦੇਖ ਹੀ ਲਿਆ। ਫਿਰ ਇੰਨੀ ਵੱਡੀ ਅੰਦਰ ਫੌਜ ਹੋਵੇ ਔਰ ਫੌਜ ਜਿਹੜੀ ਬਾਹਰ ਨਾ ਨਿਕਲੇ, ITBP ਵੀ ਬਾਹਰ ਨਾ ਨਿਕਲੇ, CRP ਬਾਹਰ ਨਾ ਨਿਕਲੇ, BSF ਬਾਹਰ ਨਾ ਨਿਕਲੇ, ਦਿੱਲੀ ਪੁਲਿਸ ਬਗੈਰ ਹਥਿਆਰ ਤੋਂ ਹੋਵੇ, ਇਹ ਕਿਸ ਚੀਜ਼ ਦੀ ਨਿਸ਼ਾਨੀ ਹੈ? ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ। ਲੋਕ ਇਹਨਾਂ ਦੇ ਹੱਕ ਸਠੋਲੇ ਨਾ ਬਣਨ, ਆਪਣੀ ਮਕਸਦ ਦੇ ਉੱਤੇ ਫੋਕਸ ਕਰਨ। ਸਾਡਾ ਮਕਸਦ ਕੀ ਹੈ? ਸਾਡਾ ਮਕਸਦ ਤਿੰਨੇ ਬਿੱਲਾਂ ਨੂੰ ਕੈਂਸਲ ਕਰਾਉਣਾ, ਇਹਦੇ ਤੇ ਫੋਕਸ ਕਰਨਾ। ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ, ਆਪਸ ਦੇ ਵਿੱਚ ਨਾ ਲੜੋ। ਦੇਖੋ BJP ਦੀ ਕਿੰਨੀ ਕੋਝੀ ਚਾਲ ਹੈ। ਕੰਗਨਾ ਰਣੌਲਟ ਤੋਂ ਕੀ ਵੀਡੀਓ ਵਿੱਚ ਕੀ ਕਹਿ ਰਹੀ ਆ? ਤੁਹਾਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਤੁਹਾਡੀ ਅੱਜ ਮੇਨ ਮੀਡੀਆ ਦੇ ਵਿੱਚ ਫੋਟੋਆਂ ਹੋਣੀ ਚਾਹੀਦੀਆਂ ਸੀ। ਪੀਰਾ ਗੜੀ ਤੁਹਾਡੇ ਉੱਤੇ ਫੁੱਲ ਵਰਸਾਏ ਗਏ, ਰੋਹਿਣੀ ਤੁਹਾਡੇ ਤੇ ਫੁੱਲ ਵਰਸਾਏ ਗਏ, ਤੁਹਾਨੂੰ ਪਾਲਮ ਚ ਫੁੱਲ ਵਰਸਾਏ ਗਏ। ਤੁਸੀਂ ਮੈਨੂੰ ਇਹ ਚੀਜ਼ ਦੱਸੋ ਕਿ ਤੁਸੀਂ ਉਹ ਫੋਟੋ ਦੇਖਣਾ ਚਾਹੁੰਦੇ ਸੀ ਕਿ ਤੁਸੀਂ ਗੋਦੀਆ ਮੀਡੀਆ ਜਿਵੇਂ ਹੁਣ ਬਦਨਾਮ ਕਰ ਰਿਹਾ ਸਾਨੂੰ ਮਤਲਬ ਕਿ ਤਿਰੰਗੇ ਨੂੰ ਨਿਰਾਦਰ ਕਰਨ ਦੇ ਲਈ ਲੈਵਲ ਕੀਤਾ ਜਾ ਰਿਹਾ ਗੋਦੀ ਮੀਡੀਆ ਵੱਲੋਂ। ਇਹ ਕੋਈ ਚੰਗੀ ਗੱਲ ਹੈਗੀ ਹੈ? ਏਜੰਸੀਆਂ ਵੱਲੋਂ ਪਲਾਂਟਡ ਸੀਗਾ ਸਾਰਾ ਕੁਝ। ਔਰ ਤੁਸੀਂ ਦੇਖੋਗੇ, ਜੇ ਤੁਸੀਂ ਅਕਸ਼ਰਧਾਮ ਵਾਲੇ ਬੈਰੀਅਰ ਨੂੰ ਦੇਖਦੇ ਹੋ, ਉੱਥੇ ਨਿਹੰਗ ਸਿੰਘ ਦੀ ਇੱਕ ਫੋਟੋ ਆਈ ਹੈ ਜਿਹੜਾ ਬੈਰੀਅਰ ਤੇ ਨੱਚ ਰਿਹਾ। ਘੱਟੋ ਘੱਟ ਵੀ 40 ਤੋਂ ਵੱਡੀ ਲੰਬੀ ਲਾਈਨਾਂ ਬੈਰੀਕੇਡ ਦੀ ਲੱਗੀਆਂ ਹੋਈਆਂ ਨੇ, ਜਿਹੜਾ UP ਦੇ ਸਿੰਘਾਂ ਨੇ ਤੇ UP ਦੇ ਕਿਸਾਨਾਂ ਨੇ ਤੋੜਿਆ ਹੈ। ਔਰ ITO ਤੇ ਆਏ ਨੇ, ਕਿਉਂਕਿ ਅਕਸ਼ਰਧਾਮ ਤੋਂ ITO ਤੋਂ ਆਉਣ ਦੇ ਲਈ 15-20 ਮਿੰਟ ਲੱਗਦੇ ਨੇ। ਔਰ ITO ਤੇ ਆ ਕੇ ਹੈੱਡਕੁਆਟਰ, ਪੁਲਿਸ ਹੈੱਡਕੁਆਟਰ ਦੇ ਸਾਹਮਣੇ ਇਹਨਾਂ ਦਾ ਜ਼ਬਰਦਸਤ ਜੰਗ ਹੁੰਦੀ ਹੈ 2-2.5 ਘੰਟੇ ਤੱਕ। ਉੱਥੇ ਇੱਕ ਕਿਸਾਨ ਸ਼ਹੀਦ ਵੀ ਹੁੰਦਾ ਹੈ। ਔਰ ਉਸ ਤੋਂ ਬਾਅਦ ਪੁਲਿਸ ਪਿੱਛੇ ਹਟਦੀ ਹੈ ਔਰ ਸਾਰੇ ਟਰੈਕਟਰ ਪਹਿਲਾਂ ਪਿੱਛੇ ਮੁੜਨ ਦੀ ਕੋਸ਼ਿਸ਼ ਕਰਦੇ, ਪਿੱਛੇ ਮੁੜ ਨਹੀਂ ਸਕਦੇ। ਉਹਨਾਂ ਕੋਲ ਸਿੱਧਾ ਜਾਣ ਦਾ ਹੀ ਰਸਤਾ ਹੁੰਦਾ। ਉਹ ਉੱਥੋਂ ITO ਚੌਰਾਹੇ ਤੋਂ ਦਰਿਆਗੰਜ ਕੰਨੀ ਮੁੜ ਜਾਂਦੇ ਨੇ। ਔਰ ਦਰਿਆਗੰਜ ਤੋਂ ਜਿਹੜਾ ਰਸਤਾ ਸਿੱਧਾ ਲਾਲ ਕਿਲੇ ਨੂੰ ਜਾਂਦਾ ਹੈ। ਔਰ ਪੂਰੀ ਦੀ ਪੂਰੀ ਟ੍ਰੈਫਿਕ ਇੰਟੈਂਸ਼ਨਲੀ ਲਾਲ ਕਿਲੇ ਤੇ ਡਿਵਰਟ ਕੀਤੀ ਜਾਂਦੀ ਹੈ। ਜਦੋਂ ਲਾਲ ਕਿਲੇ ਤੇ ਪਹੁੰਚਦੀ ਹੈ, ਉਹ ਟਰੈਕਟਰ ਉੱਥੇ ਇਕੱਠੇ ਹੋ ਜਾਂਦੇ ਨੇ ਜਿਹੜੇ ਸਿੰਧੂ ਬਾਰਡਰ ਤੋਂ ਆ ਰਹੇ ਨੇ ਔਰ ਟਿੱਕਰੀ ਬਾਰਡਰ ਤੋਂ ਆ ਰਹੇ ਨੇ। ਬਹੁਤ ਵੱਡਾ ਹਜੂਮ ਤੁਸੀਂ ਦੇਖੋਗੇ ਲਾਲ ਕਿਲੇ ਤੋਂ ਸ਼ੀਸ਼ਗੰਜ ਗੁਰਦੁਆਰੇ ਵਾਲੀ ਜਿਹੜੀ ਸਿੱਧੀ ਸੜਕ ਹੈ ਚਾਂਦਨੀ ਚੌਕ ਵਾਲੀ, ਉਹ ਪੂਰੀ ਭਰ ਜਾਂਦੀ ਹੈ। ਉਦੋਂ ਉੱਥੋਂ ਦੀਪ ਗਰੇਵਾਲ ਕੇਸਰੀ ਨਿਸ਼ਾਨ ਦੇ ਨਾਲ ਆਪਣੀ ਲਾਈਵ ਵੀਡੀਓ ਕਰਦਾ ਹੈ ਜੀ। ਔਰ ਉਸ ਤੋਂ ਬਾਅਦ ਉਹਨੂੰ ਕਿਸਾਨ ਥੱਲੇ ਉਤਾਰ ਲੈਂਦੇ ਨੇ ਔਰ ਉੱਥੋਂ ਫਿਰ ਭੱਜਦਾ ਕਿਸਾਨ ਪਿੱਛੇ ਨੇ ਔਰ ਉੱਥੋਂ ਭੱਜਦਾ ਉਹ ਵੀ ਵੀਡੀਓ ਲੋਕ ਦੇਖ ਰਹੇ ਨੇ। ਇਹਨਾਂ ਚੀਜ਼ਾਂ ਨੂੰ ਮੈਂ ਸਿਰਫ ਸਮਝਾਉਣਾ ਚਾਹੁੰਦਾ ਕਿ ਏਜੰਸੀਆਂ ਦੇ ਹੱਥ ਥੋਲੇ ਨਾ ਬਣੋ। ਏਜੰਸੀਆਂ ਨੇ ਬਹੁਤ ਨੁਕਸਾਨ ਕਰਤਾ ਔਰ ਪਹਿਲਾਂ ਵੀ ਸਾਡਾ ਬਹੁਤ ਨੁਕਸਾਨ ਕੀਤਾ ਪੰਜਾਬ ਦੇ ਵਿੱਚ। ਬਸ ਇਹੀ ਬੇਨਤੀ ਹੈ ਕਿ ਮੈਂ ਆਪਣੇ ਕੌਮ ਨੂੰ ਇਕੱਠਾ ਰੱਖਣਾ ਚਾਹੁੰਦਾ। ਵਿਚਾਰਾਂ ਦੀ ਕਲੈਸ਼ ਨਾ ਕਰੋ, ਇਕਮੁੱਠ ਹੋ ਜਾਓ, ਇੱਕ ਝੰਡੇ ਥੱਲੇ ਆ ਜਾਓ ਔਰ ਅਸੀਂ ਇਹ ਜੰਗ ਜਿੱਤ ਕੇ ਰਵਾਂਗੇ। ਕਿਉਂਕਿ ਇੱਕ ਢਾਹ ਲੱਗਦੀ ਹੈ ਜਿਹੜੀ 1 ਤਰੀਕ ਵਾਲੀ ਕਾਲ ਸੀਗੀ 1 ਫਰਵਰੀ ਨੂੰ ਪਾਰਲੀਮੈਂਟ ਘੇਰਨੀ, ਉਹ ਕਾਲ ਹੁਣ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਤੁਹਾਨੂੰ ਅੰਦਰ ਦਿੱਲੀ ਵੜ ਦੂ, ਕਿਉਂਕਿ ਬਹੁਤ ਵੱਡੇ ਲੈਵਲ ਤੇ ਅੱਜ ਰਾਤ ਨੂੰ ਖੋਟ ਲਾ ਦਿੱਤੀ ਜਾਣੀ ਹੈ। ਕਿਉਂਕਿ 15 ਬਟਾਲੀਅਨ ਤਾਂ ਇਹਨਾਂ ਨੇ ਸੈਂਟਰ ਰਿਜ਼ਰਵ ਦੀਆਂ ਮੰਗਾ ਲਈਆਂ ਨੇ, 10 ਬਟਾਲੀਅਨ ਇਹਨਾਂ ਨੇ ਆਰਮਡ ਫੋਰਸ ਦੀਆਂ ਮੰਗਾ ਲਈਆਂ ਨੇ ਔਰ ਵੱਡੇ ਲੈਵਲ ਤੇ ਹੁਣ ਘੇਰੇਬੰਦੀ ਫੋਰਸ ਨੇ ਕਰ ਦੇਣੀ ਹੈ ਦਿੱਲੀ ਦੀ। ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਪੈਣਾ ਗਿੱਲ ਸਾਹਿਬ, ਕਿਉਂਕਿ ਜੰਗ ਜਿੱਤਣੀ ਹੈ ਸ਼ਾਂਤ ਰਹਿ ਕੇ ਜਿੱਤੀ ਜਾਣੀ ਹੈ। ਹੋਰ ਕੋਈ ਰਸਤਾ ਨਹੀਂਗਾ, ਸੰਯਮ ਦੇ ਨਾਲ ਜਿੱਤੀ ਜਾਣੀ ਹੈ। ਸੰਯਮ ਰੱਖੋ, ਸੰਯਮ। ਬਸ ਮੇਰਾ ਇਹੀ ਬੇਨਤੀ, ਸੰਯਮ ਰੱਖੋ ਪਲੀਜ਼। ਠੀਕ ਹੈ ਜੀ, ਥੈਂਕ ਯੂ ਜੀ।
ਧੰਨਵਾਦ ਜੀ। ਸਾਹਿਬ ਸਿੰਘ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਦੇਖੋ ਕਿੰਨੀ ਪਲੈਨਿੰਗ ਦੇ ਨਾਲ ਦੀਪ ਸਿੱਧੂ ਕੋਈ ਗੱਲ ਕਰੂੰਗਾ। ਜਦੋਂ ਬੈਰੀਕੇਡ ਟੁੱਟੇ ਆ ਉਸ ਟਾਈਮ ਦੀਪ ਸਿੱਧੂ ਨਾਲ ਸੀਗਾ। ਉਸ ਤੋਂ ਬਾਅਦ ਦੀਪ ਸਿੱਧੂ ਗਾਇਬ ਹੋ ਗਿਆ। ਕਿਹੜੇ ਰਸਤੇ ਦੀ ਕਿਸ ਤਰ੍ਹਾਂ ਉਹ ਲਾਲ ਕਿਲੇ ਤੇ ਪਹੁੰਚਿਆ? ਲਾਲ ਕਿਲੇ ਦੇ ਕਿੰਨੇ ਗੇਟ ਹੈ? ਗੇਟ ਕਿਸ ਤਰ੍ਹਾਂ ਤੋੜੇ ਗਏ? ਤੋੜੇ ਹੈ ਕਿ ਗੋਲ ਗੇਟਾਂ ਦੇ ਅੰਦਰ ਵੜਿਆ? ਅੰਦਰੋਂ ਕਿਹਨੇ ਖੋਲੇ ਹੈਗੇ? ਬੜੀ ਤਕੜੀ ਇੱਕ ਸੋਚਣ ਦੀ ਲੋੜ ਹੈਗੀ। ਉੱਥੇ ਦੀਪ ਸਿੱਧੂ ਝੰਡਾ ਲੈਣ ਹੁੰਦਾ ਮੈਂ ਦੇਖਿਆ ਆਪ ਖੁਦ। ਜਦ ਇਹਨਾਂ ਨੂੰ ਕਿਹਾ ਵੀ ਇਹ ਕੰਮ ਨਹੀਂ ਕਰਨਾ, ਕਿਉਂ ਕੀਤਾ ਇਸ ਬੰਦੇ ਨੇ? ਇਹ ਆਪਣੇ ਸਮਝ ਨਹੀਂ ਆਉਂਦੀ ਵੀ ਇਹਨੂੰ ਕਿਹੜੇ ਸ਼ਬਦਾਂ ਨਾਲ ਇਹਨੂੰ ਨਿੰਦੀਏ, ਕਿਹੜੇ ਸ਼ਬਦਾਂ ਨਾਲ ਇਹਨੂੰ ਬੋਲੀਏ। ਬੜਾ ਮਨ ਦੁਖੀ ਹੋਇਆ। ਥੈਂਕ ਯੂ ਬਾਈ ਜੀ। ਧੰਨਵਾਦ ਜੀ। ਦਿਲ ਸਾਹਿਬ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਗਿੱਲ ਸਾਹਿਬ ਚਲੋ ਹਰ ਇੱਕ ਨੂੰ ਆਪਣੀ ਗੱਲ ਦਾ ਢੰਗ ਤਰੀਕਾ ਵਧੀਆ ਆਪਣੀ ਗੱਲ ਕਰ ਸਕਦੇ, ਪਰ ਮੇਰੀ ਦੇਖੋ ਸਾਹਿਬ ਬੇਨਤੀ ਹੈ ਵੀ ਜੇ ਏਕਤਾ ਦੀ ਗੱਲ ਕਰਨੀ ਤਾਂ ਇੱਕ ਆਪਣਾ ਨੈਰੇਟਿਵ ਨਾ ਠੋਕੋ ਕਿਸੇ ਤੇ ਵੀ। ਤੁਸੀਂ ਦੀਪ ਸਿੱਧੂ ਨੂੰ ਜਾਂ ਕਿਸੇ ਨੂੰ ਏਜੰਸੀਆਂ ਦਾ ਬੰਦਾ ਦੱਸ ਕੇ ਤੇ ਇਹਦਾ ਮਤਲਬ ਯੂਨੀਅਨਾਂ ਦੇ ਵਿੱਚ ਏਜੰਸੀਆਂ ਦੇ ਬੰਦੇ ਨਹੀਂ ਹੈਗੇ। ਇਹ ਇਸ ਤਰ੍ਹਾਂ ਨਹੀਂ ਹੁੰਦੀ ਵੀ ਤੁਹਾਨੂੰ ਤੁਸੀਂ ਕਿਹਾ ਵੀ ਦਿੱਲੀ ਦੇ ਏਰੀਏ ਬਾਰੇ ਜਾਣਕਾਰੀ ਦੱਸੋ, ਨਾ ਕਿ ਤੁਸੀਂ ਆਪਣਾ ਨੈਰੇਟਿਵ ਦੱਸਣਾ ਹੁੰਦਾ ਵੀ ਮੈਂ ਦੱਸਦਾ ਵੀ ਆਹ ਬੰਦਾ ਏਜੰਸੀਆਂ ਦਾ, ਆਹ ਬੰਦਾ ਨਹੀਂ ਏਜੰਸੀਆਂ ਦਾ। ਜੇ ਇਹਨਾਂ ਨੂੰ ਇੰਨੀ ਜਾਣਕਾਰੀ ਹੋਈ, ਜੇ ਇਹਨੇ ਵੀਡੀਓ ਦੇਖੀਆਂ ਹੋਵੇ, ਤਿੰਨਾਂ ਥਾਂ ਤੋਂ ਉੱਥੇ ਦਿੱਲੀ 'ਚ ਪਹੁੰਚੇ ਬੰਦੇ, ਸਭ ਤੋਂ ਪਹਿਲਾਂ ਗਾਜੀਪੁਰ ਤੋਂ ਉੱਥੇ ਪਹੁੰਚੇ ਆ। ਉੱਥੇ ਲੱਖਾਂ ਬੰਦਾ ਸੀਗਾ। ਉੱਥੇ ਦੀਪ ਸਿੱਧੂ ਜਾਂ ਕੋਈ 10-20 ਬੰਦੇ ਨਹੀਂ ਕਿ ਜਿਹਨੀ ਫਲੈਗ ਚੜਾ ਦਿੱਤਾ। ਉਹ ਬੰਦਿਆਂ ਦੀਆਂ ਵੀਡੀਓ ਦੇਖ ਲਓ ਜਿਹੜੇ ਕੰਧਾਂ ਟੱਪ ਕੇ ਕਿੱਦਾਂ ਅੰਦਰ ਵੜੇ ਜਾਂ ਕਿੱਦਾਂ। ਨਾਲੇ ਮੰਨ ਲਓ ਵੀ ਵੜ ਵੀ ਗਏ, ਉਹਦੇ ਵਿੱਚ ਕੀ ਰੋਂਗ ਕਰ ਦਿੱਤਾ? ਕੋਈ ਕ੍ਰਾਈਮ ਕਰ ਦਿੱਤਾ ਉਹਨਾਂ ਨੇ? ਤੁਸੀਂ ਇਹ ਸਵਾਲ ਕਿਉਂ ਨਹੀਂ ਕਰਦੇ ਵੀ ਯੂਨੀਅਨਾਂ ਨੇ ਇਹ ਕੰਮ ਕਿਉਂ ਕਰਨ ਦਿੱਤਾ? ਉਹਨਾਂ ਨੇ, ਉਹ ਸਰਕਾਰ ਨੇ ਤਾਂ ਯੂਨੀਅਨਾਂ ਨੇ ਰਲ ਕੇ ਜਿਹੜਾ ਪ੍ਰੋਗਰਾਮ ਦਿੱਤਾ, ਕੀ ਉਹ ਲੋਕਾਂ ਨੂੰ ਮਨਜ਼ੂਰ ਸੀਗਾ? ਸਾਨੂੰ ਇੱਥੇ 2 ਮਹੀਨੇ ਹੋ ਗਏ ਪੁੱਛਦੇ ਰੋਜ਼ ਕਿੰਤੂ ਪਰੰਤੂ ਕਰੀਦੀ ਆ। ਕੀ ਦੱਸੋ ਵੀ ਯੂਨੀਅਨਾਂ ਨੇ ਅੱਜ ਤੱਕ ਇਹ ਸਵਾਲ ਕਿਸੇ ਨੂੰ ਕਿਹਾ ਪਹੁੰਚਾਇਆ ਵੀ ਤੁਸੀਂ ਇਹਨਾਂ ਦੀ ਗੱਲ ਕਿਉਂ ਨਹੀਂ ਸੁਣਦੇ? ਉਹ ਲੱਖਾਂ ਲੋਕ ਤੁਸੀਂ ਦੀਪ ਸਿੱਧੂ ਮਾਈਨਸ ਕਰ ਦੋ। ਏਜੰਸੀਆਂ ਦੇ ਬੰਦੇ ਤੁਸੀਂ ਇੱਕ ਧਿਰ ਨੂੰ ਏਜੰਸੀਆਂ ਦੇ ਬਣਾ ਕੇ ਦੂਜਿਆਂ ਨੂੰ ਤੁਸੀਂ ਬਣਾ ਦੋ ਵੀ ਫੇਰ ਮੰਨ ਲਓ ਚਲੋ ਆਪਾਂ ਨਿਸ਼ਾਨ ਸਾਹਿਬ ਹੀ ਛੱਡ ਦਈਏ ਤਾਂ ਫੇਰ ਕੀ ਜੇ ਸਾਰੇ ਜਿਹੜੇ ਤਿਰੰਗੇ ਥੱਲੇ ਗਏ ਸੀਗੇ ਉਹ ਕਿਸਾਨੀ ਲੈ ਗਏ ਸੀਗੇ? ਕਿਸਾਨੀ ਦੇ ਤਿਰੰਗੇ ਨਾਲ ਕੀ ਸੰਬੰਧ ਆ? ਜੇ ਤੁਸੀਂ ਕਿਸੇ ਦੇ ਨਿਸ਼ਾਨਾਂ ਦੇ ਵਿਰੁੱਧ ਜਾ ਕੇ ਆਪਣਾ ਸੈਕੂਲਰ ਮਾਈਂਡ ਜਾਂ ਆਪਣਾ ਮਟੀਰੀਅਲਿਸਟ ਮਾਈਂਡ ਥੋਕਣਾ ਮੇਰੇ ਖਿਆਲ ਨਾਲ ਵਧੀਆ ਨਹੀਂ। ਇਹਨਾਂ ਨੂੰ ਸੋਚਣਾ ਚਾਹੀਦਾ ਵੀ ਜਿਹੜਾ ਯੂਨੀਅਨ ਨੇ 26 ਦਾ ਪ੍ਰੋਗਰਾਮ ਨਵੰਬਰ ਦਾ ਦਿੱਤਾ ਸੀਗਾ, ਉਦੋਂ ਵੀ ਉਹਨਾਂ ਦੇ ਵਿੱਚ ਦਮ ਨਹੀਂ ਸੀਗਾ। ਉਹ ਟੱਪ ਸਕਦੇ ਸੀ ਸ਼ੰਭੂ। 26 ਜਨਵਰੀ ਦਾ ਵੀ ਨਹੀਂ ਟੱਪ ਸਕਦੇ ਸੀਗੇ। 1 ਫਰਵਰੀ ਨੂੰ ਨਹੀਂ ਦੇ ਦਿੱਤਾ। ਕੀ ਇਹਨਾਂ ਨੂੰ ਕਿਸੇ ਨੂੰ ਯਕੀਨ ਹੈਗਾ ਵੀ ਉਹ ਮਾਰਚ ਕੱਢ ਲੂਗੇ ਸਰਕਾਰ ਦੀ ਸਹਿਮਤੀ ਤੋਂ ਬਿਨਾਂ? ਉਹ ਸਰਕਾਰਾਂ ਦੇ ਨਾਲ ਰਲ ਕੇ ਹੀ ਸਾਰਾ ਕੁਝ ਕੀਤਾ ਜਾਂਦਾ। ਜੇ ਏਜੰਸੀਆਂ ਬੈਠੀਆਂ ਸਾਰੀਆਂ ਥਾਵਾਂ ਤੇ ਬੈਠੀਆਂ, ਉਹ ਕੱਲਾ ਦੀਪ ਸਿੱਧੂ ਜਾਂ ਲੱਖਾ ਸਧਾਣਾ ਨਹੀਂ ਏਜੰਸੀਆਂ ਦਾ ਬੰਦਾ। ਉਹ ਸਾਰੇ ਬੈਠੇ, ਇੱਧਰ ਰਜਿੰਦਰ ਸਿੰਘ ਦੀਪ ਵਾਲਾ ਬੈਠਾ ਆ, ਉਧਰ ਕਾਂਤੀ ਕਾਮਰੇਡ ਬੈਠਾ, ਜੋਗਿੰਦਰ ਯਾਦਵ ਬੈਠਾ, ਇਹ ਸਾਰੇ ਹੀ ਏਜੰਸੀਆਂ ਦੇ ਬੰਦੇ ਆ। ਤੇ ਆਪਾਂ ਇਦਾਂ ਆਪਣੇ ਨੈਰੇਟਿਵ ਠੋਕਦੇ। ਚਲੋ ਮੈਨੂੰ ਨਹੀਂ ਹੋ ਸਕਦਾ ਦੀਪ ਇਦਾਂ ਹੋਵੇ, ਆਉਣ ਵਾਲੇ ਸਮੇਂ 'ਚ ਸਾਰਾ ਕੁਝ ਪਤਾ ਲੱਗ ਜਾਣਾ। ਤੁਸੀਂ ਸਾਨੂੰ ਲੱਗਦਾ ਇੱਥੇ ਕੋਈ ਦਾ ਪ੍ਰਿੰਟ ਪੜ੍ਹ ਲਵੇ, ਅਲ ਜਜ਼ੀਰਾ ਨੇ ਖਬਰਾਂ ਦਿੱਤੀਆਂ, ਉਹ ਤਾਂ ਕੁਛ ਹੋਰ ਦੱਸ ਰਹੇ ਆ। ਅਸੀਂ ਉਹ ਨੈਰੇਟਿਵ ਦੱਸ ਰਹੇ ਆ ਜਿਹੜੇ ਜਿੱਥੇ ਸਾਨੂੰ ਅਸੀਂ ਯੂਨੀਅਨਾਂ ਨਾਲ ਸਹਿਮਤ ਆ। ਯੂਨੀਅਨ ਦਾ ਕੇਡਰ ਜੋ ਕਰ ਰਿਹਾ ਵਧੀਆ ਕਰ ਰਿਹਾ, ਅਸੀਂ ਆਪਣੇ ਨੈਰੇਟਿਵ ਦੱਸ ਰਹੇ ਆ। ਮੈਂ ਯੂਨੀਅਨਾਂ ਨਾਲ ਬਹੁਤ ਗੱਲਾਂ ਨਾਲ ਸਹਿਮਤ ਆ, ਪਰ ਜਿਹੜਾ ਯੂਨੀਅਨਾਂ ਨੇ ਝੂਠ ਹੁਣ ਤੱਕ ਫੈਲਾਇਆ ਮੈਂ ਉਹਦਾ ਵੀ ਉਨਾ ਹੀ ਵਿਰੋਧੀ ਆ। ਉਹਦੇ ਬਾਰੇ ਸੇਖੋਂ ਸਾਹਿਬ ਜਾਂ ਆਮ ਬੰਦੇ ਕਿਉਂ ਨਹੀਂ ਬੋਲਦੇ? ਜੇ ਤੁਸੀਂ ਗੱਲ ਏਕਤਾ ਦੀ ਕਰਨੀ ਹੈ, ਕਿਸੇ ਨੇ ਠੇਕਾ ਨਹੀਂ ਲਿਆ ਵੀ ਸਾਰਿਆਂ ਨੇ ਤਿਰੰਗੇ ਥੱਲੇ ਜਾਂ ਯੂਨੀਅਨਾਂ ਦੇ ਥੱਲੇ ਏਕਤਾ ਰੱਖਣੀ ਆ। ਏਕਤਾ ਇੱਕ ਦੂਜੇ ਦਾ ਸਤਿਕਾਰ ਕਰਕੇ ਹੋਣੀ ਆ, ਇੱਕ ਦੂਜੇ ਦਾ ਬਰਾਬਰ। ਜਿਹੜੇ ਸਾਡੇ ਨਿਸ਼ਾਨਾਂ ਨੂੰ ਇਹ ਬਾਰ-ਬਾਰ ਕੋਈ ਧਾਰਮਿਕ ਨਿਸ਼ਾਨ ਦੱਸਦੇ, ਇਦਾਂ ਨਹੀਂ ਹੁੰਦੀ ਮੇਰੇ ਖਿਆਲ ਦੇ ਨਾਲ। ਪਹਿਲਾਂ ਤਾਂ ਇਹ ਜਿਹੜੀ ਉਹ ਯੂਨੀਅਨ ਵੀ ਕਹਿੰਦੇ ਉਹ ਕਿਰਤੀ ਕਿਸਾਨ ਯੂਨੀਅਨ ਹੈ ਮਾਝੇ ਦੀ, ਅੰਮ੍ਰਿਤਸਰ ਦੀ, ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਲੱਖਾਂ ਉਹਨਾਂ ਦਾ ਵੀ ਕੇਡਰ ਲੱਖਾਂ ਦੇ ਵਿੱਚ ਆ। ਉਹਨਾਂ ਨੇ ਪਹਿਲੇ ਦਿਨ ਤੋਂ ਇਹਨਾਂ ਦੇ ਨਾਲ ਸਹਿਮਤੀ ਦਿੱਤੀ ਵੀ ਤੁਸੀਂ ਸਰਕਾਰ ਨਾਲ ਗਲਤ ਮੀਟਿੰਗਾਂ ਕਰਦੇ, ਤੁਸੀਂ ਰਲ ਕੇ ਮੀਟਿੰਗਾਂ ਕਰਦੇ ਆ। ਉਹ ਕਹਿੰਦੇ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ। ਉਹਨੇ ਪਹਿਲਾਂ ਜਿਹੜਾ ਇਹਨਾਂ ਨੇ ਪ੍ਰੋਗਰਾਮ ਦਿੱਤਾ ਹੈਗਾ ਵੀ ਰਿੰਗ ਰੋਡ ਦਾ ਅੱਗੇ ਕਹਿੰਦੇ ਅਸੀਂ ਉਸੇ ਪ੍ਰੋਗਰਾਮ ਜਾਣਾ। ਜਿਹੜੇ ਕਹਿੰਦੇ ਆ ਵੀ ਰਾਤ ਦੇ ਬੈਠੇ ਚਿੱਟੇ ਝੰਡੇ ਵਾਲੇ, ਇਹਨਾਂ ਨੂੰ ਨਾਂ ਤੱਕ ਨਹੀਂ ਉਹਨਾਂ ਦਾ ਪਤਾ। ਜੇ ਤੁਸੀਂ ਸਲੀਪਰ ਸੈੱਲ ਦੱਸਦੇ, ਸਲੀਪਰ ਸੈੱਲ ਤਾਂ ਤੁਹਾਡੇ ਯੂਨੀਅਨ ਵਿੱਚ ਖੁਦ ਬੈਠੇ ਆ। ਜੋਗਿੰਦਰ ਯਾਦਵ ਨੂੰ ਕਿਹਨੇ ਕਿਹਾ ਵੀ ਤਿਰੰਗਾ ਲੈ ਕੇ ਉੱਥੇ ਕਰਨਾ? ਤੁਸੀਂ ਰੋਜ਼ ਤੁਸੀਂ ਆਪਣੇ ਹਜ਼ਾਰਾਂ ਸੈਂਕੜੇ ਬੰਦੇ ਮਰਵਾ ਕੇ ਤੁਹਾਨੂੰ ਕਿਹੜੇ ਗਣਤੰਤਰ ਦਿਵਸ ਦੀ ਖੁਸ਼ੀ ਚੜ੍ਹੀ ਹੋਆ? ਮੇਰੇ ਖਿਆਲ ਦੇ ਨਾਲ ਪੂਰਾ ਏਕਤਾ ਕਰਨੀ ਹੈ, ਨੈਰੇਟਿਵ ਸਿਰਜੋ, ਦੋਨਾਂ ਤਰ੍ਹਾਂ ਦੀਆਂ ਗਲਤੀਆਂ ਕੱਢੋ, ਫੇਰ ਜਾ ਕੇ ਏਕਤਾ ਹੋਣੀ। ਇਹ ਨਾ ਹੈਗਾ ਵੀ ਯੂਨੀਅਨ ਵਾਲਿਆਂ ਨੂੰ ਅਸੀਂ ਬਹੁਤ ਵਧੀਆ ਬਣਾਈਏ। ਗਲਤੀ ਸਰਕਾਰ ਦੀ ਆ ਤੇ ਯੂਨੀਅਨ ਵਾਲਿਆਂ ਦੀ, ਦੋਨਾਂ ਦੀ ਜ਼ਿੰਮੇਵਾਰੀ ਆ। ਜਿੰਨੇ ਵੀ ਉੱਥੇ ਲੋਕ ਕੈਜੂਅਲਟੀ ਹੁੰਦੀਆਂ, ਜੋ ਘਟਨਾਵਾਂ ਹੁੰਦੀਆਂ, ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਜੇ ਨਹੀਂ ਲੈਣੀ ਚਾਹੀਦੀ ਇਹ ਲੋਕਾਂ ਦੇ, ਫਿਰ ਮੇਰੇ ਖਿਆਲ ਨਾਲ ਇਹਨਾਂ ਦੀ ਲੋਕਾਂ ਨੇ ਆਪੇ ਆਉਣ ਵਾਲੇ ਸਮੇਂ ਜਿੱਦਾਂ ਅੱਜ ਬੀਜੇਪੀ ਵਾਲਿਆਂ ਨੂੰ ਬਾਣੇ ਤੇ ਲੋਕਾਂ ਨੇ ਜਵਾਬ ਦੇ ਦੇਣਾ ਵੀ ਜ਼ਿੰਮੇਵਾਰ ਕੌਣ ਆ। ਕਿਉਂਕਿ ਅਸੀਂ ਤੁਸੀਂ ਤਾਂ ਜੋ ਮਰਜ਼ੀ, ਮੈਂ ਰੇਡੀਓ ਤੇ ਕਹਿੰਦਾ ਤੁਸੀਂ ਮੇਰੇ ਨਾਲ ਸਹਿਮਤ ਹੋਗੇ ਵੱਖਰੀ ਗੱਲ ਆ, ਪਰ ਲੋਕ ਦੱਸ ਦਿੰਦੇ ਹੁੰਦੇ ਆ ਵੀ ਕੌਣ ਕੀ ਆ। ਇਤਿਹਾਸ ਨੇ ਦੱਸਣਾ ਹੁੰਦਾ।
ਉਹ ਜਿਹੜੇ ਝੂਠੇ ਨੈਰੇਟਿਵ ਅਸੀਂ ਪਹਿਲਾਂ ਬਣਾਇਆ ਵਾ ਉਹ ਹੁਣ ਵਾਰ-ਵਾਰ ਨਾ ਥੋਪੀ ਇੱਕ ਦੂਜੇ ਤੇ ਫਲਾਨਾ ਜ਼ਿੰਮੇਵਾਰ ਆ। ਤੇ ਮੇਰੇ ਖਿਆਲ ਨਾਲ ਜੇ ਏਕਤਾ ਕਰਨੀ ਆ, ਏਕਤਾ ਦੇ ਲਈ ਸਾਰਿਆਂ ਨੂੰ ਦੋਸ਼ੀ ਧਿਰਾਂ ਨੂੰ ਜ਼ਿੰਮੇਵਾਰ ਕਹਿਣਾ ਪੈਣਾ। ਤੇ ਖਾਸ ਕਰਕੇ ਯੂਨੀਅਨਾਂ ਦੀ ਤਾਂ ਮੈਂ ਸਭ ਤੋਂ ਵੱਧ ਕਰਦਾ, ਜਿਨ੍ਹਾਂ ਨੇ ਪ੍ਰੋਗਰਾਮ ਹੀ ਲੋਕਾਂ ਨੂੰ ਜਾਣਬੁੱਝ ਕੇ ਇਦਾਂ ਦੇ ਦਿੱਤੇ ਵੀ ਲੋਕ ਸਾਰਾ ਕੁਝ ਇਹ ਜਿਹਾ ਕੁਝ ਕਰਨ। ਇਹ ਕੋਈ ਐਡਾ ਖਾਸ ਹੋਇਆ ਵੀ ਨਹੀਂ ਤੇ ਵੱਡੀ ਗੱਲ ਇਹ ਵੀ ਆ। ਧੰਨਵਾਦ ਜੀ। ਧੰਨਵਾਦ ਜੀ। ਸਰਵੰਤ ਸਿੰਘ ਜੀ, ਲਾਈਨ ਨੰਬਰ 4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਪਣੇ ਗੱਲ ਸਾਹਿਬ ਮੈਂ ਗੱਲ ਕਰਨੀ ਚਾਹੁੰਦਾ ਸੀ, ਜਿਹੜਾ ਦਿੱਲੀ ਦੇ ਵਿੱਚ ਇਨਸੀਡੈਂਟ ਜੋ ਵੀ ਹੋਇਆ ਤੇ ਉਹ ਮੈਂ ਥੋੜਾ ਪਿਛੋਕੜ 'ਚ ਜਾਣਾ ਚਾਹੁੰਦਾ ਸੀ ਕਿ ਕਿਸ ਤਰ੍ਹਾਂ ਉਹਨੂੰ ਜੀ ਦੀਪ ਸਿੱਧੂ ਤੇ ਲੱਖੇ ਸਿਧਾਣੇ ਵਰਗੇ ਜਿਹੜੇ ਯੂਥ ਦੇ ਲੀਡਰ ਆ ਉਹਨਾਂ ਨੂੰ ਕਿੱਦਾਂ ਇਹਨਾਂ ਵੱਲੋਂ ਸਮੇਂ-ਸਮੇਂ ਤੇ ਟਾਰਗੇਟ ਕੀਤਾ ਜਾਂਦਾ ਰਿਹਾ। ਜੇ ਦੀਪ ਸਿੱਧੂ ਹੋਣੀ ਪਹਿਲੇ ਦਿਨ ਸਿੰਘੂ ਆਪਣੇ ਦੂਸਰੇ ਇੱਥੋਂ ਉੱਠ ਕੇ ਤੇ ਬੈਰੀਕੇਡ ਤੋੜ ਕੇ ਦਿੱਲੀ ਦੇ ਬਾਰਡਰਾਂ ਤੇ ਨਾ ਜਾਂਦੇ ਤੇ ਸ਼ਾਇਦ ਹੋ ਸਕਦਾ ਜੀ ਕਾਮਰੇਡੀ ਤਰ੍ਹਾਂ ਤੇ ਫੁਹਾਰਾ ਚੌਂਕ ਦੇ ਵਿੱਚ ਅੱਜ ਪੱਲੀ ਵਿਖਾ ਕੇ ਬੈਠੇ ਹੁੰਦੇ। ਉਹਨਾਂ ਨੌਜਵਾਨਾਂ ਦੀ ਬਦੌਲਤ ਇਹ ਲੋਕ ਜਿਹੜੇ ਆ ਜਾ ਕੇ ਭਾਰਤ ਦੇ ਗ੍ਰਹਿ ਮੰਤਰੀ ਦੇ ਨਾਲ ਮੀਟਿੰਗਾਂ ਕਰਨ ਦੇ ਕਾਬਿਲ ਹੋਏ ਆਏ। ਉਸ ਤੋਂ ਬਾਅਦ ਮੈਂ ਜਦੋਂ ਵੀ ਦੀਪ ਸਿੱਧੂ ਦੀਆਂ ਸਪੀਚਾਂ ਸੁਣੀਆਂ ਉਹਦੇ ਹਮੇਸ਼ਾ ਏਕਤਾ ਦੀ ਗੱਲ, ਸਾਂਝੇ ਫੈਸਲਿਆਂ ਦੀ ਗੱਲ ਕੀਤੀ ਆ। ਉਹ ਜਦੋਂ ਪਿੱਛੇ ਜੇ ਇਹਨਾਂ ਦਾ ਇੰਸੀਡੈਂਟ ਹੁੰਦਾ ਕਿ ਉਸੇ ਫੜਿਆ ਜਾਂਦਾ ਜਿਹੜਾ ਕਹਿੰਦਾ ਵੀ ਉਹ ਗੋਲੀ ਚਲਾਉਣ ਦਾ ਪਲਾਨ ਬਣਾ ਕੇ ਜੋ ਇਹ ਫੜਦੇ ਮੁੜ ਕੇ ਪੁਲਿਸ ਦੇ ਹਵਾਲੇ ਕਰਦੇ ਮੁੱਕਰ ਜਾਂਦਾ ਆ। ਉਸ ਤੋਂ ਬਾਅਦ ਦੀਪ ਸਿੱਧੂ ਇਹ ਗੱਲ ਕਹਿ ਰਿਹਾ ਕਿ ਸਾਡੇ ਬਜ਼ੁਰਗ ਆ, ਅਸੀਂ ਇਹਨਾਂ ਦੇ ਨਾਲ ਖਲੋਤੇ ਆ, ਕਿਸੇ ਦੀ ਕੀ ਜ਼ਰੂਰਤ ਹੈ ਵੀ ਇਹਨਾਂ ਵੱਲ ਅੱਗ ਵੀ ਚੁੱਕ ਜੇ। ਫਿਰ ਰਾਜੇਵਾਲ ਦਾ ਬਿਆਨ ਆਉਂਦਾ ਕਿ ਦੀਪ ਸਿੱਧੂ ਕੌਣ ਹੈ, ਉਹਦੀ ਕੀ ਕੰਟਰੀਬਿਊਸ਼ਨ ਹੈ ਮੋਰਚੇ ਦੇ ਵਿੱਚ। ਇੱਥੋਂ ਇਹਨਾਂ ਆਗੂਆਂ ਦੀ ਸਿਆਣਪ ਦਾ ਪਤਾ ਲੱਗਦਾ ਆ। ਫਿਰ ਜਦੋਂ ਦਿੱਲੀ ਜਾਣ ਤੋਂ ਪਹਿਲੋਂ ਸਟੇਜ ਦੇ ਉੱਤੇ ਰਾਮ ਰੌਲਾ ਪੈਂਦਾ ਆ, ਪਹਿਲੋਂ ਯੂਥ ਜਾ ਕੇ ਸਟੇਜ ਦੇ ਉੱਤੇ ਚੜ੍ਹਦੀ ਆ, ਇਹ ਕਾਮਰੇਡੀ ਲਾਣਾ ਉੱਥੋਂ ਫਰਾਰ ਹੁੰਦਾ ਆ। ਦੀਪ ਸਿੱਧੂ ਉਹ ਤੋਂ ਬਾਅਦ ਚ ਆਉਂਦਾ ਆ, ਉੱਥੇ ਵੀ ਉਹ ਕਹਿੰਦਾ ਵੀ ਅਸੀਂ ਏਕਤਾ ਨਹੀਂ ਤੋੜਨਾ, ਜਾਬਤੇ ਚ ਰਹਿਣਾ, ਸਾਂਝਾ ਫੈਸਲਾ ਲਈਏ, ਉਹਦੇ ਤਾਂ ਸਾਰੇ ਫੁੱਲ ਚੜਾਉਣਗੇ। ਜੇ ਇਹਨਾਂ ਐਡੇ ਸਿਆਣਪ ਦੇ ਮਾਲਕ ਸੀ ਤੇ ਇਹਨਾਂ ਨੂੰ ਉਦਣ ਸੀ ਰਾਤ ਨੂੰ ਮੀਟਿੰਗ ਕਰਨੀ ਚਾਹੀਦੀ ਸੀ ਯੂਥ ਦੇ ਨਾਲ ਦਿੱਲੀ ਤੁਰਨ ਤੋਂ ਪਹਿਲਾਂ। ਉਸ ਤੋਂ ਬਾਅਦ ਜੇ ਕੋਈ ਇਹਨਾਂ ਦੇ ਮੰਨ ਲਓ ਵੀ ਕਿਤੇ ਪਲਾਨ ਤੋਂ ਬਾਹਰ ਜਾਂਦਾ ਤੇ ਅਸੀਂ ਕਹਿੰਦੇ ਉਹ ਏਜੰਸੀਆਂ ਦਾ ਬੰਦਾ। ਅੱਜ ਇਹ ਲੱਖੇ ਸਿਧਾਣੇ ਨੇ 10-12 ਦਿਨ ਗਰਾਊਂਡ ਤੇ ਆ ਕੇ ਕਿੰਨਾ ਕੰਮ ਕੀਤਾ, ਪਿੰਡਾਂ ਦੇ ਵਿੱਚੋਂ ਕਿਸਾਨਾਂ ਦੇ ਲਾਮਬੰਦੀ ਕਰਕੇ ਟਰੈਕਟਰ ਟਰਾਲੀਆਂ ਕੱਢੇ, ਨੌਜਵਾਨਾਂ ਨੂੰ ਕੱਢਿਆ। ਹਾਂਜੀ, ਅੱਜ ਇਹ ਬੰਦੇ ਉਹਨੂੰ ਟਾਰਗੇਟ ਕਰ ਰਹੇ ਆ। ਜੇ ਦੀਪ ਸਿੱਧੂ ਦੇ ਲੱਖੇ ਸਿਧਾਣੇ ਵਰਗੇ ਨੌਜਵਾਨ ਅੱਗੇ ਨਾ ਆਉਂਦੇ ਤੇ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਕੱਟ ਕਦੀ ਵੀ ਨਹੀਂ ਸੀ ਹੋ ਸਕਦਾ। ਬਾਕੀ ਦੂਸਰੀ ਗੱਲ, ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਪਹਿਲੀ ਵਾਰੀ ਨਹੀਂ ਝੂਲਿਆ। ਜਦੋਂ ਦਿੱਲੀ ਫਤਿਹ ਦਿਵਸ ਮਨਾਇਆ ਜਾਂਦਾ ਉਦੋਂ ਕੇਸਰੀ ਨਿਸ਼ਾਨ ਉਹਦੇ ਚਲਾਇਆ ਜਾਂਦਾ ਆ। ਬਿਲਕੁਲ ਚਲਾਉਂਦੇ ਆ ਜੀ। ਜੀ.ਕੇ. ਸਿੰਘ ਵੇਲੇ ਮੈਂ ਵੀਡੀਓ ਦੇਖੀ ਆ, ਉਸ ਦਿਨ ਵੀ ਚਲਾਇਆ ਉਹਨਾਂ। ਦਿੱਲੀ ਪਾਕਿਸਤਾਨ ਦੇ ਚੀਨ ਦੇ ਬਾਰਡਰਾਂ ਦੇ ਉੱਤੇ ਕੇਸਰੀ ਨਿਸ਼ਾਨ ਝੁੱਲ ਰਿਹਾ। ਸਿੱਖ ਰੈਜੀਮੈਂਟ ਦੀਆਂ ਗੱਡੀਆਂ ਦੇ ਉੱਤੇ ਨਿਸ਼ਾਨ ਸਾਹਿਬ ਆਪ ਲਾ ਕੇ ਲੀਡਰ ਉਹਨਾਂ ਨੂੰ ਬਦਲਾਂ ਨੂੰ ਤੋੜਦੇ ਆ। ਕਿਸੇ ਨੂੰ ਉਹਦੇ ਕੇਸਰੀ ਨਿਸ਼ਾਨ ਦੇ ਉੱਤੇ ਸਿਰਫ ਝੰਡਾ ਲੱਗਾ ਸੀ, ਨਾ ਕਿ ਖਾਲਿਸਤਾਨ ਜਿੰਦਾਬਾਦ ਲਿਖਿਆ ਸੀ। ਨਹੀਂ ਬਿਲਕੁਲ, ਨਾਲੇ ਇਹ ਤਾਂ 50 ਸਾਲ ਦੀ ਗੱਲ ਹੈ। ਸਾਡੇ ਕਾਮਰੇਡੀ ਲੀਡਰਾਂ ਵੱਲੋਂ ਕਿਸ ਤਰ੍ਹਾਂ ਉਸ ਨੌਜਵਾਨੀ ਨੂੰ ਟਾਰਗੇਟ ਕਰਨ ਵਾਸਤੇ ਇਹਨੂੰ ਰੂਪ ਕੀ ਦਿੱਤਾ ਜਾ ਰਿਹਾ ਆ। ਜਦ ਕਿ ਮੈਂ ਇਹਨਾਂ ਨੂੰ ਜਦੋਂ ਇਹਨਾਂ ਦਾ ਰੋਡ ਮੈਪ ਇਹਨਾਂ ਨੇ ਤਿਆਰ ਕੀਤਾ ਆ, ਇਹਨਾਂ ਦੀ ਜਥੇਬੰਦੀਆਂ ਦੀ ਆਪਸ ਵਿੱਚ ਸਹਿਮਤੀ ਨਹੀਂ ਸੀ ਜੀ। ਅੱਜ ਟਾਰਗੇਟ ਦੀਪ ਸਿੱਧੂ ਉਹਨਾਂ ਨੂੰ ਕਰ ਰਹੇ ਆ। ਮੈਂ ਚੜੂੰਗੀ ਸਾਹਿਬ ਦੀ ਇੰਟਰਵਿਊ ਸੁਣੀ ਸੀ। ਉਹਨਾਂ ਨੂੰ ਜਦੋਂ ਇਹਦੇ ਰੋਡ ਮੈਪ ਦੇ ਬਾਰੇ ਇਹਨਾਂ ਦੇ ਬਾਰੇ ਪੁੱਛਿਆ ਗਿਆ, ਉਹ ਕਹਿੰਦਾ ਮੈਂ ਨਿੱਜੀ ਤੌਰ ਤੇ ਸਹਿਮਤ ਨਹੀਂ ਹਾਂ, ਜੇ ਮੈਂ ਉੱਥੇ ਕੋਈ ਗੱਲ ਕਰਦਾ ਤੇ ਉਹਦੇ ਡਿਸਪਿਊਟ ਹੋ ਸਕਦਾ ਸੀ। ਜਦ ਇਹਨਾਂ ਦੀ ਜਥੇਬੰਦੀਆਂ ਦੀ ਸਹਿਮਤੀ ਨਹੀਂ ਆ ਪੰਧੇਰ ਸਾਹਿਬ, ਉਦੋਂ ਹੀ ਇਹਨਾਂ ਦਾ ਮੰਨ ਲਓ ਸਟੇਜ ਦੇ ਉੱਤੇ ਇਹਨਾਂ ਦਾ ਕਹਿ ਦਿਓ ਜੋ ਇਹਨਾਂ ਨੇ ਕੀਤਾ, ਪੁਲਿਸ ਦਾ ਜਿੱਦਾਂ ਮੈਪ ਇਹਨਾਂ ਨੇ ਅਡਾਪਟ ਕੀਤਾ, ਅਸੀਂ ਉਹਦੇ ਨਾਲ ਸਹਿਮਤ ਨਹੀਂ, ਅਸੀਂ ਰਿੰਗ ਰੋਡ ਦੇ ਉੱਤੇ ਹੀ ਚੱਲਾਂਗੇ। ਜੇ ਤੇ ਰਿੰਗ ਰੋਡ ਦਾ ਨਾਂ ਲੱਗੇ, ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਟਰੈਕਟਰ ਇਕੱਠੇ ਕੀਤੇ ਆ। ਠੀਕ ਹੈ ਜੀ ਸੁਖਵੰਤ ਸਿੰਘ ਜੀ। ਹਾਂਜੀ ਠੀਕ ਹੈ। ਤੇ ਇਹ ਜਾਣ ਬੁੱਝ ਕੇ ਜਿਹੜੀਆਂ ਧਿਰਾਂ ਆ, ਇਹ ਸਿੱਖੀ ਸੋਚ ਵਾਲੇ ਨੌਜਵਾਨਾਂ ਨੂੰ ਜਾਣ ਬੁੱਝ ਕੇ ਟਾਰਗੇਟ ਕਰ ਰਹੀਆਂ ਆ। ਧੰਨਵਾਦ ਭਾਈ ਜੀ, ਧੰਨਵਾਦ। ਕਮਲ ਜੀ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ।
ਗਿੱਲ ਸਾਹਿਬ ਦੇਖੋ ਜੀ, ਜਿੱਦਾਂ ਆਪਣਾ ਸੰਘਰਸ਼ ਹੈ ਨਾ 1984 ਤੋਂ ਆਪਾਂ ਪਹਿਲਾਂ ਦੇਖ ਲਈ ਜਾਂ ਬਾਅਦ ਵਿੱਚ ਵੀ, ਉਦੋਂ ਵੱਡੀ ਗਿਣਤੀ ਲੋਕ ਸੀਗੇ। ਮੈਂ ਮੰਨਦਾ ਵੀ ਬਾਦਲ ਆਉਣੇ, ਜਿਵੇਂ ਬਾਦਲ ਵਰਗੇ ਹੋ ਗਏ, ਇਹ ਉਹ ਲੋਕਾਂ ਦੀ ਨਿਗਾਹ ਦੇ ਵਿੱਚ ਬਹੁਤ ਧਰਮੀ ਬਣੇ ਹੋਏ ਸੀ ਤੇ ਲੋਕ ਮੰਨਦੇ ਵੀ ਸੀ ਬਹੁਤ ਹੱਦ ਤੱਕ। ਬਹੁਤ ਵੱਡੀ ਗਿਣਤੀ ਸੀ ਜਿਹੜੇ ਲੋਕ, ਉਹਨਾਂ ਦੀ ਅਸਲੀਅਤ ਮੂਹਰੇ ਆਉਣ ਨੂੰ ਕਾਫੀ ਟਾਈਮ ਲੱਗ ਗਿਆ ਜੀ। ਦੇਖੋ ਹਰੇਕ ਦੇ ਆਪਦੇ ਵਿਚਾਰ ਆ, ਪਰ ਮੈਨੂੰ ਦੀਪ ਸਿੱਧੂ ਬੰਦਾ ਠੀਕ ਨਹੀਂ ਲੱਗ ਰਿਹਾ ਜੀ। ਲੱਖਾ ਸਧਾਣਾ ਠੀਕ ਆ ਜੇ ਆਪਾਂ ਨੌਜਵਾਨਾਂ 'ਚ ਦੇਖੀਏ। ਤੁਸੀਂ, ਮੈਨੂੰ ਉਸ ਦਿਨ ਤੋਂ ਸ਼ੱਕ ਹੋ ਰਿਹਾ ਸੀਗਾ। ਮੈਂ ਇਹਨੂੰ ਦੀਪ ਸਿੱਧੂ ਨੂੰ ਪਹਿਲਾਂ ਮੈਂ ਪੂਰਾ ਸਹਿਮਤ ਸੀ। ਗਿੱਲ ਸਾਹਿਬ ਜਿੱਦਣ ਇਹਨੇ ਸਨੀ ਦਿਓਲ ਨੇ ਟਵੀਟ ਕੀਤਾ ਕਿ ਮੇਰਾ ਦੀਪ ਸਿੱਧੂ ਨਾਲ ਕੋਈ ਸੰਬੰਧ ਨਹੀਂ, ਕੀ ਸਨੀ ਦਿਓਲ ਨੂੰ ਕੋਈ ਸਵਾਲ ਹੋ ਰਹੇ ਸੀ ਕਿ ਤੇਰੇ ਦੀਪ ਸਿੱਧੂ ਨਾਲ ਕੀ ਸੰਬੰਧ ਆ? ਉਹਨੂੰ ਕੋਈ ਸਵਾਲ ਨਹੀਂ ਕੀਤਾ ਜਾ ਰਿਹਾ ਸੀ। ਉਹ ਜਿਹੜਾ ਟਵੀਟ ਸੀ ਉਹ ਸਿਰਫ ਆਪਣੇ ਨੌਜਵਾਨਾਂ ਨੂੰ ਇੱਕ ਯਕੀਨ ਦਿਵਾਉਣ ਲਈ ਮੇਰੇ ਹਿਸਾਬ ਨਾਲ ਕੀਤਾ ਗਿਆ ਕਿ ਲੋਕਾਂ ਨੂੰ ਯਕੀਨ ਆ ਜਾਵੇ ਕਿ ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ। ਸਨੀ ਦਿਓਲ ਨੂੰ ਤਾਂ ਉਸ ਚੀਜ਼ ਦਾ ਕੋਈ ਨੁਕਸਾਨ ਹੀ ਨਹੀਂ ਹੋ ਰਿਹਾ ਸੀ, ਨਾ ਉਹਨੂੰ ਕੋਈ ਸਵਾਲ ਕਰ ਰਿਹਾ ਸੀ। ਔਰ ਅੱਜ ਵੀ ਦੀਪ ਸਿੱਧੂ ਜਿੱਦਾਂ ਟਾਈਮ ਤੇ ਆਇਆ, ਮੌਕੇ ਤੇ ਆਪਦਾ ਕਰਕੇ ਲਾਈਵ ਹੋ ਕੇ ਉੱਥੇ ਤੇ ਜਦੀ ਨਿਕਲ ਗਿਆ ਉੱਥੋਂ। ਇਹ ਚੀਜ਼ ਆਪਾਂ ਨੂੰ ਸਮਝਣੀ ਚਾਹੀਦੀ ਹੈ। ਜਿਵੇਂ ਬਾਦਲ ਉਹਨਾਂ ਦੀ ਅਸਲੀਅਤ ਬਾਅਦ ਚ ਸਮਝ ਆਈ ਆ, ਉਸ ਟਾਈਮ ਬਹੁਤ ਵੱਡੇ ਲੋਕ, ਵੱਡੀ ਗਿਣਤੀ 'ਚ ਲੋਕ ਉਹਨਾਂ ਨੂੰ ਸਹੀ ਮੰਨਦੇ ਸੀ। ਮੈਨੂੰ ਇਹ ਲੱਗਦਾ ਉਹ ਗਲਤੀ ਆਪਾਂ ਦੁਬਾਰਾ ਨਾ ਕਰ ਲਈਏ ਕਿ ਅਸਲੀਅਤ ਸਾਹਮਣੇ ਉਹਨੂੰ ਟਾਈਮ ਲੱਗ ਜਾਵੇ। ਧੰਨਵਾਦ ਗਿੱਲ ਸਾਹਿਬ। ਇੱਕ ਮੈਂ ਕਲੀਅਰ ਕਰਾਂ ਪਲੀਜ਼ ਥੋੜਾ ਜਿਹਾ, ਇਹ ਇੱਕ ਆਪਾਂ ਸਮਝਿਓ, ਉਹ ਕੇਸਰੀ ਨਿਸ਼ਾਨ ਸਾਹਿਬ ਨੂੰ ਤੁਸੀਂ ਖਾਲਿਸਤਾਨ ਦਾ ਝੰਡਾ ਨਾ ਕਹੋ। ਉਹ ਖਾਲਿਸਤਾਨ ਦਾ ਝੰਡਾ ਨਹੀਂ ਹੈ। ਕੇਸਰੀ ਨਿਸ਼ਾਨ ਸਾਹਿਬ ਜਿਹੜਾ ਹੈ ਸਾਡਾ ਗੁਰੂ ਸਾਹਿਬਾਨ ਤੋਂ ਸਾਡਾ ਨਿਸ਼ਾਨ ਹੈ। ਜੇ ਦਸਮ ਪਾਤਸ਼ਾਹ ਤੂੰ ਹੀ ਕਹਿ ਦਈਏ, ਉਸ ਤੋਂ ਪਹਿਲਾਂ 6ਵੇਂ ਪਾਤਸ਼ਾਹ ਨੇ ਫੌਜ ਰੱਖੀ, ਨਿਸ਼ਾਨ ਨਹੀਂ ਸੀ ਸਾਡੇ? ਨਿਸ਼ਾਨ ਸੀ ਸਾਡੇ। ਤੇ ਔਰ ਭਾਰਤ ਦੇ ਝੰਡੇ ਤੋਂ ਮੈਂ ਤੁਹਾਨੂੰ ਦੱਸਿਆ ਵੀ ਬੀਜੇਪੀ ਦਾ ਝੰਡਾ, ਭਾਰਤ ਦਾ ਝੰਡਾ ਲਾ ਕੇ ਤਿਰੰਗਾ ਉਹਦੇ ਤੇ ਲਾਇਆ, ਤੇ ਸਾਡੀ ਜਿਹੜੀ ਰੈਜੀਮੈਂਟ ਜਿਹੜੀ ਆ ਸਾਡੀ ਸਿੱਖਾਂ ਦੀ, ਉਹਦੇ ਮੂਹਰੇ ਕੇਸਰੀ ਝੰਡਾ ਲਾ ਕੇ ਟਰੱਕਾਂ ਤੇ ਮਿਲਟਰੀ ਵਾਲਿਆਂ ਤੇ ਜਾਂਦਾ। ਫਿਰ ਤੁਹਾਨੂੰ ਸਾਰਿਆਂ ਕੋਲ, ਤੁਹਾਡੇ ਕੋਲ ਜਿਹੜੀਆਂ ਨੇ ਬਾਬਰੀ ਮਸਜਿਦ ਦਾ 2.5 ਤਾਂ ਝੰਡਾ ਕਿਹੜਾ ਲਾਇਆ ਸੀ? ਉਹਦੇ ਤਿਰੰਗਾ ਲਾਇਆ ਸੀ। ਤੇ ਆਪਾਂ ਆਪ ਨਾ ਉਹਨੂੰ ਖਾਲਿਸਤਾਨ ਦਾ ਝੰਡਾ ਕਹੀਏ। ਉਹ ਕੇਸਰੀ ਨਿਸ਼ਾਨ ਆ ਜਿਹਦਾ ਖੰਡਾ ਸਾਡਾ ਹੈ। ਹੁਣ ਉਹੀ ਕੇਸਰੀ ਨਿਸ਼ਾਨ ਹੈ ਜਿਹੜਾ ਉਹ ਦੁਨੀਆ 'ਚ ਝੂਲਦਾ ਜਾਂ ਲੰਗਰ ਵਰਤਾਉਂਦੇ ਨੇ ਸਿੱਖ। ਉਹੀ ਕੇਸਰੀ ਝੰਡਾ ਜਿਹੜਾ ਸਾਰੇ ਟੈਂਟਾਂ ਤੇ ਲਾ ਜਿੱਥੇ ਲੰਗਰ ਵਰਤਾਉਂਦੇ ਨੇ। ਅਰਬਾਂ ਰੁਪਈਆ ਖਰਚ ਹੋ ਗਿਆ ਪਿਛਲੇ 2 ਮਹੀਨਿਆਂ ਦੇ ਵਿੱਚ ਦਿੱਲੀ 'ਚ। ਉਹ ਕਿੱਥੋਂ ਜਾਂਦਾ ਪੈਸਾ? ਕੌਣ ਭੇਜਦਾ? ਉਹ ਪਠਾਨ ਭੇਜਦਾ ਬਲੋਚਿਸਤਾਨ ਦਾ? ਕਿਹਨੇ ਉਹਨੂੰ ਉੱਥੇ ਪ੍ਰਸ਼ਾਦਾ ਪਾਣੀ ਕੌਣ ਭੇਜਦਾ? ਕੋਈ ਸੋਚ ਸਕਦਾ ਕੌਣ ਭੇਜਦਾ? ਮੈਂ ਨਹੀਂ ਕਹਿੰਦਾ ਵੀ ਇਕੱਲੇ ਸਿੱਖ ਹੀ ਭੇਜਦੇ ਆ, ਬਾਕੀ ਵੀ ਝੰਡੇ ਕੋਈ ਰੋਕਦਾ ਨਹੀਂ। ਕਿਸੇ ਨੇ ਕੋਈ ਚਿੱਟਾ ਲਾ ਲਵੇ, ਕੋਈ ਹਰਾ ਲਾ ਲਵੇ। ਐਡਾ ਜਿਹੜਾ ਇਸ਼ੂ ਉਹ ਏਡਾ ਨਹੀਂ ਹੈ ਝੰਡੇ ਦਾ ਜਿਹੜਾ ਲੱਗਦਾ। ਹਾਂ, ਉੱਥੇ ਤੱਕ ਇੱਕ ਗੱਲ ਤੇ ਆਪਾਂ ਸਾਰੇ ਸਹਿਮਤ ਹਾਂ ਬਈ ਇਸ ਸੰਘਰਸ਼ ਨੂੰ ਆਪਾਂ ਹੋਰ ਚੀਜ਼ਾਂ ਤੋਂ ਪਰਾਂ ਰੱਖ ਕੇ, ਕਿਉਂਕਿ ਹੁਣ ਉਹ ਰੈਲੇਵੈਂਟ ਕੋਈ ਚੀਜ਼ਾਂ ਇੱਥੋਂ ਅਮਰੀਕਾ ਦੇ ਵਿੱਚੋਂ ਸੁਨੇਹਾ ਜਾ ਰਿਹਾ। 2020 ਵਾਲੇ ਕਹਿ ਰਹੇ ਨੇ ਵੀ ਲਾਲ ਕਿਲੇ ਤੇ ਝੰਡਾ ਚੜਾ $2.5 ਲੱਖ ਦਵਾਂਗੇ। ਗੁਰਪ੍ਰਤਾਪ ਸਿੰਘ ਪੰਨੂ ਉਹਨਾਂ ਨੇ ਪਿਛਲੇ ਦਿਨ ਕਿਹਾ, ਤੇ ਉਹ ਝੰਡਾ ਝੁੱਲ ਗਿਆ। ਤੇ ਤੁਹਾਨੂੰ ਉੱਟਣ ਦੇ ਲਈ ਉਹ ਚੀਜ਼ਾਂ ਜੋੜੀਆਂ ਜਾ ਸਕਦੀਆਂ ਨੇ। ਉਸ ਗੱਲ ਤੇ ਸਾਰੇ ਵਿਚਾਰ ਕਰ ਰਹੇ ਨੇ ਵੀ ਇਸ ਸਮੇਂ ਨੂੰ ਆਪਾਂ ਅਵੋਇਡ ਕਰ ਸਕਦੇ ਸੀ। ਇਸ ਗੱਲ ਦੀ ਆਪਾਂ ਨੂੰ ਜ਼ਰੂਰਤ ਹੈ। ਹਾਂ, ਇੱਕ ਸਕੂਲ ਆਫ ਥਾਟ ਇਹ ਹੀ ਹੈ ਵੀ ਸਾਡੇ ਜੇ ਨਿਸ਼ਾਨ ਹੀ ਹੈ ਨਹੀਂ ਤਾਂ ਅਸੀਂ ਕਰਨਾ ਕੀ ਹੈ? ਇੱਕ ਜਿਹੜਾ ਇਕੱਠ ਇਹ ਕਹਿ ਰਿਹਾ, ਇੱਕ ਇਕੱਠ ਕਹਿ ਰਿਹਾ ਕਿ ਨਹੀਂ, ਤੁਸੀਂ ਇਸ ਨੂੰ ਇਕੱਠਿਆਂ ਤੌਰ ਤੇ ਜੇ ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ ਸਾਰੇ ਰਲ ਕੇ ਇਹਨੂੰ ਜਿੱਤਦੇ, ਹਲੇ ਵੀ ਜਿੱਤਿਆ ਜਾਊ। ਹਲੇ ਮੈਨੂੰ ਸਵੇਰੇ ਵੀ ਮੈਨੂੰ ਆਪਾਂ ਨੂੰ ਦੱਸਦਾ ਵੀ ਇਹ ਜਿਹੜਾ ਤੁਹਾਨੂੰ ਲੱਗ ਰਿਹਾ ਉਹ ਇੱਥੇ ਹੈ ਨਹੀਂ, ਪਰ ਉੱਥੇ ਤਾਂ ਹੈ ਨਹੀਂ। ਗਵਰਨਮੈਂਟ ਦੇ ਦਫ਼ਤਰਾਂ 'ਚ ਕੀ ਹੋ ਰਿਹਾ ਕ੍ਰੈਕਡਾਊਨ ਕਰਨ ਲਈ? ਯੂਨਿਟੀ ਜਿੱਥੇ ਕਰਤੀ, ਕੱਲ ਤੁਹਾਨੂੰ ਅਨਮੋਲ ਸਿੰਘ ਉਹਨੇ ਦੱਸ ਕੇ ਗਏ ਆ ਕਿ ਜਦ ਫਰੀडम ਆਫ ਸਪੀਚ ਤੇ ਐਕਸਪ੍ਰੈਸ਼ਨ ਦੇਤਾ ਤੇ ਜਦ ਇਹ ਹੋ ਗਿਆ ਉਹਦੇ 'ਚ ਬਈ ਹੁਣ ਦੇਸ਼ ਦੀ ਅਖੰਡਤਾ ਨੂੰ ਖਤਰਾ, ਉਹ ਕਹਿੰਦੇ ਜਦੇ ਵਾਪਸ ਲੈ ਦਿੰਦੇ ਆ। ਐਨੀਵੇਜ਼, ਬਾਕੀ ਕਾਲਰ ਸਰ ਗੁਰਦਰਸ਼ਨ ਸਿੰਘ ਲਾਈਨ ਨੰਬਰ 2। ਗੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚੀਜ਼ ਨੂੰ ਜਸਟੀਫਾਈ ਕਰਨ ਵਾਸਤੇ ਬਹੁਤ ਹੀ ਜਿਹੜੇ ਨਗੂਣੇ ਜੇ ਆਰਗੂਮੈਂਟ ਦਿੱਤੇ ਜਾ ਸਕਦੇ ਆ। ਪਹਿਲੀ ਗੱਲ ਹੈ, ਤੁਸੀਂ ਵੀ ਹੁਣ ਬੋਲ ਰਹੇ ਸੀ ਕਿ ਇਹ ਜੱਦੋ ਜਹਿਦ ਦਾ ਮਨੋਰਥ ਸਿੱਖ ਝੰਡਾ ਲਾਉਣਾ ਸੀ। ਪਹਿਲੀ ਗੱਲ ਮੈਂ ਤੁਹਾਨੂੰ ਪੁੱਛ ਰਿਹਾ, ਤੁਸੀਂ ਵੀ ਹੁਣ ਕਹਿ ਰਹੇ ਹੋ ਬਿਲਕੁਲ ਨਹੀਂ ਕੀ ਸਿਧਾਣੇ ਤੇ ਸਿੱਧੂ ਦੇ ਕਹਿਣ ਦੇ ਉੱਤੇ ਲੋਕਾਂ ਨੇ ਰੁਪਈਆ ਦਿੱਤਾ ਲੰਗਰਾਂ ਨੂੰ।
ਨਹੀਂ ਦਿੱਤਾ। ਜਿਸ ਦਿਨ ਸਿੱਧੂ ਆਇਆ ਸੀ ਇਹਦਾ ਪਿਛੋਕੜ RRS ਦਾ ਇਹ ਪਲਾਂਟ ਕੀਤਾ ਗਿਆ ਬੰਦਾ ਸੀ, ਤਾਂ ਹੀ ਜਿਹੜੇ ਸਾਡੇ ਜਿਨ੍ਹਾਂ ਨੂੰ ਹੁਣ ਅਸੀਂ ਗੁਣਹੀਣ ਕਹਿ ਰਹੇ ਹਾਂ, ਸਾਡੇ ਜਿਹੜੇ ਲੀਡਰ ਸਨ ਕਿਸਾਨ ਵੱਖੋ ਵੱਖਰੀਆਂ ਯੂਨੀਅਨ ਦੇ, ਉਹਨਾਂ ਨੇ ਮਹਿਸੂਸ ਕਰ ਲਿਆ ਸੀ ਇਹਨੂੰ ਸਟੇਜ ਤੇ ਦੇਣਾ, ਸਮਾਂ ਦੇਣਾ, ਤਾਂ ਹੀ ਬੰਦ ਕੀਤਾ ਗਿਆ ਸੀ। ਇਹ ਜਦੋਂ ਉਹਨਾਂ ਨੇ ਲੈਕ ਆਊਟ ਕੀਤਾ ਸੀ ਲਾਲ ਕਿਲੇ ਤੇ ਨਹੀਂ ਜਾਣਾ, ਤੇ ਲਾਲ ਕਿਲੇ ਤੇ ਜਾਣ ਦੇ ਨਾਲ ਮੈਂ ਕਈ ਵਾਰੀ ਸੁਣਦਾ ਤੁਹਾਡੇ ਰੇਡੀਓ ਤੇ ਵੀ ਦੂਜਿਆਂ ਤੇ ਵੀ, ਸਿੱਖਾਂ ਨੇ 50 ਦਫਾ ਝੰਡਾ ਲਹਿਰਾਤਾ ਦਿੱਲੀ ਤੇ। ਮੈਂ ਕੁਛ ਨਹੀਂ ਹੁਣ ਤੱਕ 30 ਕਿਤਾਬਾਂ ਸਿੱਖ ਇਤਿਹਾਸ ਦੀਆਂ ਪੜ੍ਹ ਹਟਿਆ, ਮੈਨੂੰ ਕਿਸੇ ਜਗ੍ਹਾ ਤੇ ਨਹੀਂ ਮਿਲਿਆ ਵੀ ਉੱਥੇ 50 ਦਫਾ ਜਾ ਕੇ ਝੰਡਾ ਚਲਾ ਦਿੱਤਾ। ਝੂਠ ਬੋਲਣ ਦਾ ਠੇਕਾ ਅਸੀਂ ਲੈ ਲਿਆ। ਅਸੀਂ ਗੱਲ ਤੁਹਾਡੇ ਕੋਲ ਹੈ ਤਾਂ ਮੈਂ ਤੁਹਾਨੂੰ ਇੱਕ ਸਿੰਪਲ ਕੁਐਸਚਨ ਕਰ ਦਿੰਦਾ, ਕੀ ਇਸ ਜੱਦੋ ਜਹਿਦ ਦਾ ਮਨੋਰਥ ਕੀ ਸੀ? ਜਿਹੜੇ ਬੰਦਿਆਂ ਨੇ ਲਾਲ ਕਿਲੇ ਤੇ ਜੋ ਕੁਝ ਕੀਤਾ, ਕੀ ਉਹ ਮਨੋਰਥ ਦੇ ਮੁਤਾਬਕ ਕੀਤਾ? ਕਾ ਸਿੱਖੀ ਨੂੰ ਬਦਨਾਮ ਕਰਨ ਲਈ ਕੀਤਾ ਤੇ ਕਿਸਾਨ ਮੋਰਚੇ ਨੂੰ ਫਿਰ ਕਰਨ ਲਈ ਦਿੱਤਾ? ਸੁਣੋ ਮੇਰੀ ਗੱਲ, ਹੁਣ ਤੁਸੀਂ ਦੇਖਿਆ ਸਕਦੇ, ਤੁਸੀਂ ਇੱਕ ਚੀਜ਼ ਨੂੰ ਜਸਟੀਫਾਈ ਕਰਨ ਵਾਸਤੇ ਦੋ ਨੂੰ ਹੀਰੋ ਬਣਾ ਕੇ ਕਿ ਉਹਨਾਂ ਨੇ ਝੰਡਾ ਲਾ ਦਿੱਤਾ। ਝੰਡਾ ਤਾਂ ਮੈਂ ਵੀ ਲਾ ਦਿੰਦਾ ਆਪਣੀ ਕਾਰ ਦੇ ਉੱਤੇ। ਇਹ ਕੋਈ ਉਹਨਾਂ ਦੀ ਕੋਈ ਸਿਆਣਪ ਜਾਂ ਉਹਨਾਂ ਦੀ ਬੁੱਧਤਾ ਨਹੀਂ ਸੀ। ਇਹ ਇੱਕ ਢਾਲ ਲਾਉਣ ਦਾ ਇੱਕ ਤਰੀਕਾ ਸੀ ਜਿਹੜਾ ਗਵਰਨਮੈਂਟ ਨੇ ਲੱਭਿਆ ਸੀ। ਅਸੀਂ ਵਿਕਾਊ ਮਾਲ ਆ ਤੇ ਵਿਕਾਊ ਜਿਹੜਾ ਇਹੋ ਜਿਹਾ ਕੰਮ ਕਰਦੇ। ਸੁਣੋ ਗੱਲ, ਸੁਣੋ, ਜਿਹੜਾ 50 ਵਾਰ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਹ ਵੀ ਨਹੀਂ ਤੁਸੀਂ ਕਹਿ ਸਕਦੇ ਵੀ ਲਾਲ ਕਿਲੇ ਤੁਹਾਡਾ ਰੇਡੀਓ ਤੇ ਆ ਰਿਹਾ ਹੈਗਾ, ਮੈਂ ਸੁਣਦਾ ਰੇਡੀਓ ਤੁਹਾਡੇ। ਵੈਸੇ ਅੱਜ ਕੱਲ ਮੈਂ ਬੋਲਣਾ ਬੰਦ ਕੀਤਾ ਹੋਇਆ ਤੇ ਮੈਂ ਬੜਾ ਤੁਹਾਡਾ ਆ ਰਿਹਾ ਸੀ, ਬੜਾ ਜਸਟੀਫਿਕੇਸ਼ਨ ਕਰ ਰਹੇ ਸੀ ਸਿੱਧੂ ਨੂੰ ਤੇ ਸਿਧਾਣੇ ਨੂੰ ਜਿਹੜਾ ਹੈਗਾ, ਤੇ ਦੂਜੇ ਸਾਰਿਆਂ ਨੂੰ ਬੇਵਕੂਫ ਬਣਾ ਰਹੇ ਸੀ ਜਿਨ੍ਹਾਂ ਨੇ ਕਿਹਾ ਭਾਈ ਰਸਨ ਸਿੰਘ ਜੀ ਤੁਸੀਂ ਵੱਡੇ ਹੋ, ਸਤਿਕਾਰ ਤੋਂ ਆਵਾਜ਼ ਤੋਂ ਤੁਹਾਡਾ ਲੱਗਦਾ ਤੁਸੀਂ ਵੱਡੇ ਹੋ, ਮੂਰਲੀ ਵੀ ਸੁਣ ਲਈਦੀ ਹੁੰਦੀ ਹੈ, ਧੂੜ ਚ ਟੱਟੂ ਨਹੀਂ ਛੱਡੀਦਾ ਹੁੰਦਾ। ਮੇਰੀ ਵੀ ਸੁਣ ਲਓ, ਜੇ ਤੁਸੀਂ 30 ਕਿਤਾਬਾਂ ਪੜ੍ਹੀਆਂ ਨੇ, ਤੁਸੀਂ ਕਿਸੇ ਤੇ ਅਹਿਸਾਨ ਨਹੀਂ ਕੀਤਾ। ਤੁਸੀਂ 300 ਕਿਤਾਬਾਂ ਪੜ੍ਹ ਲਓ ਚਾਹੇ, ਪਰ ਉਹ 30 ਕਿਤਾਬਾਂ ਦੇ ਵਿੱਚੋਂ ਤੁਹਾਡਾ ਨਰੇਟਿਵ ਕੀ ਸਿਰਜਿਆ? ਤੁਸੀਂ ਇਹ ਵੀ ਨਹੀਂ ਕਹਿ ਸਕਦੇ, ਜੇ 50 ਵਾਰ ਨਹੀਂ ਤਾਂ ਤੁਸੀਂ ਇਹ ਵੀ ਨਹੀਂ, ਇਹਨੂੰ ਵੀ ਨਹੀਂ ਝੁਠਲਾ ਸਕਦੇ ਵੀ ਸਿੰਘਾਂ ਨੇ ਦਿੱਲੀ ਤੇ ਕਿਸੇ ਸਮੇਂ ਝੰਡਾ ਚਲਾਇਆ। ਬਘੇਲ ਸਿੰਘ ਹੋਣਾ ਨੇ, ਜੱਸਾ ਸਿੰਘ ਰਾਮਗੜੀਆ ਹੋਣਾ ਨੇ, ਜੱਸਾ ਸਿੰਘ ਆਲੂਵਾਲੀਆ ਨੇ, ਤੇ ਸਿੱਲ ਜਿਹੜੀ ਉੱਥੋਂ ਖਿੱਚ ਕੇ ਲਿਆਂਦੀ ਰਾਮਗੜੀਆ ਬੁੰਗੇ ਦੇ ਵਿੱਚ ਪਈ ਆ, ਉਹ ਵੀ ਸਿੱਖੇ ਲੈ ਕੇ ਆਏ ਨੇ। ਮੈਂ ਉਸ ਨੂੰ ਰੈਲੇਵੈਂਸੀ ਨਹੀਂ ਦੇ ਰਿਹਾ ਇੱਥੇ। ਫਿਰ ਮੈਂ ਤੁਹਾਨੂੰ ਦੱਸਾਂ, ਮੈਂ ਇਹ ਗੱਲ ਮੁੜ ਕੇ ਕਹਿ ਰਿਹਾ ਵੀ ਇਸ ਚੀਜ਼ ਨੂੰ ਸੁਣ ਲਈਦੀ ਹੁੰਦੀ ਆ ਕਿਸੇ ਦੀ। ਕਈ ਵਾਰ ਬਜ਼ੁਰਗਾਂ ਨੂੰ ਇਹ ਆਦਤ ਹੁੰਦੀ ਆ ਵੀ ਨਹੀਂ ਮੈਂ ਰਾਈਟ ਆ, ਇਸ ਤਰ੍ਹਾਂ ਨਹੀਂ ਹੈ। ਜੇ ਤੁਹਾਡਾ ਬੌਧਿਕ ਪੱਧਰ ਐਡਾ ਵੀ ਤੁਸੀਂ ਬਹੁਤ ਕਿਤਾਬਾਂ ਪੜ੍ਹੀਆਂ ਤਾਂ ਫਿਰ ਸੁਣੋ ਵੀ, ਆਦਤ ਪਾਓ ਸੁਣਨ ਦੀ। ਮੈਂ ਇਹ ਕਹਿ ਰਿਹਾ ਵੀ ਇਸ ਨੂੰ ਇਸ ਸਮੇਂ, ਜੇ ਉਹ ਕਹਿੰਦੇ ਨੇ ਵੀ ਜੇ ਸਾਡੇ ਨਿਸ਼ਾਨ ਨਹੀਂ ਤਾਂ ਸਾਡਾ ਕੁਛ ਨਹੀਂ, ਮੈਂ ਇੱਕ ਪੱਖ ਦੀ ਗੱਲ ਕਰ ਰਿਹਾ, ਪਰ ਇਸ ਨੂੰ ਇਸ ਕਿਸਾਨ ਸੰਘਰਸ਼ ਦੇ ਵਿੱਚ ਜੇ ਉੱਥੇ ਆਪਾਂ ਨਾ ਵੀ ਚੜਾਉਂਦੇ, ਮੈਂ ਪਹਿਲਾਂ ਕੀ ਕਹਿੰਦਾ ਹਟਿਆ, ਸੁਣ ਲਓ ਗੱਲ ਵੀ ਇੱਕ ਇੱਥੋਂ ਸੁਨੇਹਾ ਜਾ ਰਿਹਾ, ਉਧਰੋਂ ਚੜ ਰਿਹਾ, ਤੇ ਉਹਦੇ ਬਾਅਦ ਗਵਰਨਮੈਂਟ ਕੋਲ ਇੱਕ ਟੂਲ ਆ ਜਾਏਗਾ ਇਸ ਨੂੰ ਡਿਸਮੈਂਟਲ ਕਰਨ ਲਈ ਸੰਘਰਸ਼ ਨੂੰ। ਮੈਂ ਇਹੀ ਕਹਿ ਰਿਹਾ ਵੀ ਇਸ ਦੀ ਜ਼ਰੂਰਤ ਨਹੀਂ ਸੀ। ਨੰਬਰ 3, 5 ਲੱਖ ਬੰਦੇ ਨੂੰ 2 ਮਹੀਨੇ ਦੇ ਬੈਠੇ ਨੂੰ ਸਾਂਭਣਾ 30-32 ਜਥੇਬੰਦੀਆਂ ਦਾ ਨਹੀਂ ਚੱਕਰ ਹੈ। 5 ਲੱਖ ਬੰਦਾ ਜਾਂ ਸੜਕ ਤੇ ਜਾਂ 50,000 ਬੰਦਾ ਤੁਰ ਗਿਆ, ਉਹਨੇ ਕੀ ਕਰਨਾ ਉਹ ਤਾਂ ਉਹੀ ਜਾਣਦੇ ਨੇ, ਹੋਰ ਨਹੀਂ ਕਿਸੇ ਨੂੰ ਪਤਾ। ਉਹਨੇ ਕਿੱਧਰ ਨੂੰ ਜਾਣਾ, ਉਹਨੇ ਕੀ ਕਰਨਾ, ਉਹ ਕਿਸੇ ਨੂੰ ਨਹੀਂ ਪਤਾ ਉੱਥੇ। ਸੋ ਇਸ ਚੀਜ਼ ਦਾ ਬਹੁਤ ਖਿਆਲ ਰੱਖਣ ਦੀ ਆਪਾਂ ਨੂੰ ਲੋੜ ਆ ਵੀ ਅਸੀਂ ਗੱਲ ਕੀ ਕਰ ਰਹੇ ਹਾਂ, ਅਸੀਂ ਕੀ ਕਹਿ ਰਹੇ ਹਾਂ, ਅਸੀਂ ਕੀ ਕਹਿਣਾ ਚਾਹੁੰਦੇ ਹਾਂ। ਇਹ ਗੱਲਾਂ ਜਿਹੜੀਆਂ ਇਹ ਮੈਂ ਇਹੀ ਕਹਿ ਰਿਹਾ। ਸਰ ਸਰਜੀਤ ਸਿੰਘ ਜੀ, ਲਾਈਨ ਨੰਬਰ 3। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ, ਲੋਕ ਦੱਸਣਾ ਵੀ ਹੋਰ ਦਿਨਾਂ ਤੋਂ ਛੱਡ ਕੇ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਬੰਦਾ ਜਾਊ ਤੇ ਜਾਊ ਕਿਵੇਂ? ਕਿਉਂਕਿ ਇੰਨੀਆਂ ਤਲਾਸ਼ੀਆਂ ਆਉਂਦੀਆਂ, ਇੰਨੇ ਉਹਦੇ ਫੌਜੀ ਪਹਿਰੇ ਹੁੰਦੇ ਆ। ਇਹ ਗੱਲ ਇੱਥੇ ਦੀਪ ਸਿੱਧੂ ਫੇਲ ਹੁੰਦਾ, ਫੇਲ ਨਹੀਂ ਮਤਲਬ ਮੈਂ ਉਹਨੂੰ ਪੁੱਛਦਾ ਗਿਆ ਕਿਵੇਂ ਉਹ। ਦੂਜੀ ਗੱਲ ਮੇਰਾ ਆਪਦੀ ਭਵਿੱਖਬਾਣੀ ਹੈ ਵੀ ਦੀਪ ਸਿੱਧੂ ਹੁਣ ਪੰਜਾਬ ਦੇ ਵਿੱਚ ਕਿਤੇ ਸ਼ੂਟਿੰਗ ਕਰਕੇ ਦਿਖਾਵੇ। ਜੇ ਪੰਜਾਬੀ ਫਿਲਮਾਂ ਲੱਗਣਗੀਆਂ, ਬਣਨਗੀਆਂ ਤੇ ਲੱਗਣਗੀਆਂ, ਸਭ ਤੋਂ ਵੱਧ ਲੱਗਦੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ 'ਚ, ਉੱਥੇ ਆਦੀ ਮੂਵੀ ਲਾ ਕੇ ਦਿਖਾਵੇ, ਇਹ ਪਤਾ ਲੱਗੂ ਇਹ ਕਿੰਨੇ ਕੁ ਪਾਣੀ ਦਾ ਮਾਲਕ ਹੈ। ਧੰਨਵਾਦ ਜੀ। ਓਕੇ ਜੀ, ਧੰਨਵਾਦ ਜੀ।
ਉਹ ਹਲੇ ਕੁਛ ਇਹੋ ਜਿਹਾ ਰੂਲ ਆਊਟ ਨਹੀਂ ਕਰ ਸਕਦੇ ਵੀ ਅਸੀਂ ਉਹਨੂੰ ਕਹੀਏ ਵੀ ਉਹਦੀਆਂ ਅਸੀਂ ਵੀਡੀਓ ਨਹੀਂ ਲਾ ਸਕਦੇ ਤੇ ਉਹਦੀਆਂ ਫਿਲਮਾਂ ਨਹੀਂ ਲਾ ਸਕਦੇ। ਹਲੇ ਇੱਕ ਚੀਜ਼ ਉਹਨੇ ਕੀਤੀ ਹੈ, ਉਹਦੇ ਲਈ ਉਹ ਜਵਾਬਦੇਹ ਹੈ, ਪਰ ਅਸੀਂ ਇਹ ਨਹੀਂ ਰੂਲ ਆਊਟ ਕਰ ਸਕਦੇ ਵੀ ਅਸੀਂ ਉਹਦੀਆਂ ਮੂਵੀਆਂ ਨਹੀਂ ਲਾਵਾਂਗੇ ਜਾਂ ਉਹਦੀ ਪੰਜਾਬ 'ਚ ਨਹੀਂ ਹੋਊਗੀ। ਇਹਨੂੰ ਆਪਾਂ ਪਹਿਲਾਂ ਸਮਝੀਏ ਸਹੀ। ਇਹ ਗੱਲ ਮੈਂ ਸਵੇਰੇ ਵਾਲੇ ਪ੍ਰੋਗਰਾਮ ਵੀ ਕੀਤੀ ਸੀ, ਇੱਕ ਸਿਕਿਉਰ ਪ੍ਰੀਮਿਸਿਸ ਦੇ ਵਿੱਚ ਬੰਦੇ ਕਿਵੇਂ ਚਲੇ ਜਾਂਦੇ ਨੇ, ਇਹ ਇੱਕ ਸੋਚਣ ਵਾਲੀ ਗੱਲ ਹੈ। ਤੇ ਉਹ ਵੱਧ ਰਹੇ ਸੀ ਉਧਰ ਨੂੰ ਤਾਂ ਵੀ ਸੋਚਣ ਵਾਲੀ ਗੱਲ ਹੈ। ਇਹਦਾ ਮਤਲਬ ਉਸ ਨੂੰ ਅਲਾਓ ਕੀਤਾ ਗਿਆ। ਸਰਬਜੀਤ ਸਿੰਘ, ਲਾਈਨ ਨੰਬਰ 3। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੇਖੋ ਮੈਂ ਇੱਕ ਸੋਚਦਾ ਸੀ ਕਿ ਜੇ ਮੰਨ ਲਓ ਕਿ ਇਹ ਪ੍ਰੋਗਰਾਮ ਨਾ ਹੁੰਦਾ ਜਿਹੜਾ ਲਾਲ ਕਿਲੇ ਦਾ ਸਾਰਾ ਐਪੀਸੋਡ ਹੋਇਆ, ਤਾਂ ਕਿ 27 ਤਰੀਕ ਨੂੰ ਮੋਦੀ ਜੀ ਆ ਕੇ ਜਿਹੜਾ ਹੈ ਮੋਦੀ ਆ ਕੇ ਸਾਨੂੰ ਸਰੋਪਾ ਦਿੰਦੇ ਤੇ ਜਾ ਕੇ ਕਹਿੰਦੇ ਲਓ ਭਾਈ ਤੁਹਾਡੀ ਗੱਲਾਂ ਮੰਨ ਲੀਆਂ। ਨਹੀਂ, ਕੁਝ ਵੀ ਨਹੀਂ ਹੋਣਾ ਸੀ। ਜੇ ਤੁਸੀਂ ਧਿਆਨ ਨਾਲ ਦੇਖੋ, ਅਸੀਂ ਵੀ ਸਾਰੀ ਮਤਲਬ 3-4 ਘੰਟੇ 5 ਦੇਖਦੇ ਰਹੇ ਰਾਤੀ ਕਿਵੇਂ ਤੇ ਹੁੰਦਾ ਪਿਆ। ਕਿਸੇ ਵੀ ਜਿਹੜੇ ਵੱਡੇ ਜਿਹੜੇ ਹੈਗੇ ਨੇ ਉਹਦੀ ਮੀਡੀਆ ਕਹਿ ਲਓ ਜਾਂ ਜਿਹੜੇ ਵੀ ਆਪਣੇ ਮੀਡੀਆਜ਼ ਵੱਡੇ ਉੱਥੋਂ ਦੇ, ਉਹਨਾਂ ਨੇ ਨਾਲ ਇੱਧਰਲੀ ਟਰੈਕਟਰ ਰਿਪੋਰਟਾਂ ਦੀ ਬਹੁਤ ਐਵੇਂ ਦਿਖਾਈ ਹੋਈ ਨਹੀਂ, ਪਰੇਡ ਦਾ ਦਿਖਾਉਂਦੇ ਪਏ ਸੀ। ਪੀਟੀਸੀ ਠੀਕ ਆ, ਉਹ ਨਾਲ ਅੱਧੀ 25-30% ਕਰੋ ਨਾਲ ਇੱਧਰਲਾ ਉੱਧਰਲਾ ਦਿਖਾਉਂਦਾ ਪਿਆ ਸੀ। ਇਹ ਗੱਲ ਉਵੇਂ ਹੀ ਹੋਣੀ ਸੀ। ਦੇਖਿਆ ਜਾਏ ਤਾਂ 26 ਤਰੀਕ ਵਾਲਾ ਜਿਹੜਾ ਕੱਲ ਵਾਲਾ ਪ੍ਰੋਗਰਾਮ ਕੋਈ ਉਹਦਾ ਵੱਡਾ ਨਹੀਂ, ਇਸ ਤੋਂ ਜ਼ਿਆਦਾ ਵੱਡਾ ਪ੍ਰੋਗਰਾਮ ਤਾਂ ਆਪਣਾ 2 ਮਹੀਨੇ ਦਾ ਜਿਹੜਾ ਆਲਰੇਡੀ ਚੱਲ ਚੁੱਕਿਆ ਹੈ, ਜਿਹਨੂੰ ਕਿ ਵੀ ਇਹਨਾਂ ਨੇ ਕੋਈ ਬਹੁਤੀ ਇੰਪੋਰਟੈਂਸ ਨਹੀਂ, ਉਹ ਇਗਨੋਰ ਕਰੀ ਬੈਠੀ ਹੈ। ਇਹ ਮੋਦੀ ਹੋ ਗਿਆ ਜਾਂ ਜੋ ਵੀ ਸਰਕਾਰ ਹੈ, ਜਿਹੜਾ ਕਿ ਇਗਨੋਰ ਕਰਨਾ ਨਹੀਂ ਸੀ ਬਣਦਾ। 150 ਬੰਦੇ ਦੇ ਨੇੜੇ ਮਰ ਚੁੱਕਿਆ ਉੱਥੇ। ਹੋਰ ਵੀ ਕਿੰਨਾ ਜਿਹੜੇ ਆਪਾਂ ਚਲੋ ਜਿਹਨਾਂ ਦੀ ਡੈਥ ਹੁੰਦੀ ਉਹ ਸੋਚਦੇ, ਜਿਹੜੇ ਲੋਕ ਉੱਥੇ ਬੈਠੇ ਆ ਉਹ ਵੀ ਕੋਈ ਆਸਾਨੀ ਨਾਲ ਨਹੀਂ, ਬੜਾ ਮੁਸ਼ਕਲ। ਆਪਾਂ ਤੋਂ 2 ਦਿਨ ਜੇ ਆਪਾਂ ਨੂੰ ਕਹੇ ਨਾ ਕਿ ਇੱਥੇ ਬੈਠ ਕੇ ਆਪਣਾ ਸਟੇਸ਼ਨ ਤੇ ਜਾਂ ਕੁਛ ਰਾਤ ਕੱਟ ਕੇ ਦੇਖੋ, ਮਜਬੂਰੀ ਆ ਜੇ ਤਾਂ ਇਟਸ ਵੈਰੀ ਡਿਫਿਕਲਟ, ਪਰ ਉਹ ਇਗਨੋਰ ਕਰਦੇ ਪਏ ਆ। ਪਰ ਇਦਾਂ ਹੀ ਆਪਾਂ ਨੂੰ ਹੁਣ ਜੇ ਆਪਣੇ ਇੱਧਰੋਂ ਕੋਈ ਹੋ ਗਈ ਗਲਤੀ, ਇਹ ਆਪਾਂ ਨੂੰ ਤਾਂ ਨਹੀਂ ਹੋਈ ਕਿ ਕਰਵਾਈ ਗਈ ਹੈ ਜਾਣ ਕੇ ਖੁੱਲਾ ਏਰੀਆ, ਜਿਵੇਂ ਤੁਸੀਂ ਦੱਸਦੇ ਸੀ ਕਿ ਉੱਥੇ ਬੰਦੇ ਪਹੁੰਚ ਕਿਵੇਂ ਗਏ। ਜੇ ਕਰਵਾਈ ਗਈ ਹੈ ਤਾਂ ਉਹਨਾਂ ਨੇ ਕਰਵਾਈ, ਸਗੋਂ ਆਪਾਂ ਨੇ ਇਹਨੂੰ ਇਗਨੋਰ ਕਰਨਾ ਚਾਹੀਦਾ। ਹੋ ਗਈ ਦੈਟਸ ਓਕੇ। ਇਹ ਲੱਖਾਂ ਦਾ ਇਕੱਠ ਹੈਗਾ ਜੀ, ਲੱਖਾਂ ਦਾ ਜਿਹੜੇ ਬੰਦੇ ਉੱਧਰ ਸਹੀ ਗਏ ਨੇ ਉਹਨੂੰ ਆਪਾਂ ਇੰਪੋਰਟੈਂਸ ਦਈਏ। ਜਿਹੜਾ ਕੁਝ ਹਜ਼ਾਰਾਂ ਇੱਧਰ ਚਲੋ ਗਏ ਨੇ ਕਰਵਾਏ ਗਏ ਕਿਵੇਂ ਵੀ। ਦੂਸਰੀ ਗੱਲ ਦੇਖੋ, ਆਪਾਂ ਦੀਪ ਸਿੱਧੂ ਦੀ ਗੱਲ ਕਰੀਏ, ਮੈਂ ਕੋਈ ਉਹਦਾ ਹਿਮਾਇਤੀ ਨਹੀਂ ਹੈਗਾ, ਚਲੋ ਹੁਣੀ, ਪਰ ਇੱਕ ਚੀਜ਼ ਦੇਖੋ ਤੁਸੀਂ, ਉਹਦਾ ਇਹ 'ਚ ਕੀ ਬੈਨੀਫਿਟ ਆ? ਉਹਨੇ ਦਾ ਸਾਰੀ ਜਿਵੇਂ ਕਹਿੰਦੇ ਨਾ ਪੂਰਾ ਨਿਚੋੜ ਕੇ ਜ਼ਹਿਰ ਉਹਨੇ ਆਪਣੇ ਤੇ ਸੁੱਟ ਲਿਆ। ਪਰ ਜੇ ਆਪਾਂ ਦੇਖੀਏ ਫਾਇਦਾ ਜਾਂ ਨੁਕਸਾਨ ਕਿਸਾਨੀ ਨੂੰ, ਜਿਹੜਾ ਇਹ ਮੋਰਚੇ ਨੂੰ, ਮੈਂ ਕਹਾਂਗਾ ਨੁਕਸਾਨ ਘੱਟ ਹੋਏਗਾ, ਫਾਇਦਾ ਕਿਸਾਨੀ ਮੋਰਚੇ ਨੂੰ ਵੱਧ ਹੋਏਗਾ। ਤੁਸੀਂ ਦੇਖੋ ਵਰਲਡ ਦੇ ਵਿੱਚ ਸ਼ਾਇਦ ਉਨੀ ਗੱਲ ਨਹੀਂ ਪਹੁੰਚਦੀ ਜਿੰਨੀ ਕਿ ਉੱਥੇ ਝੂਲਿਆ, ਜਦੋਂ ਝੰਡੇ ਝੂਲ ਗਏ ਕਿ ਭਾਈ ਹੋ ਕੀ ਗਿਆ ਉੱਥੋਂ ਦੀ, ਉਹਨਾਂ ਨੇ ਉੱਥੇ ਜਾ ਕੇ ਝੁਲਾਤੇ। ਇਹਦੇ ਨਾਲ ਇਹਨਾਂ ਨੂੰ ਕੀ ਹੋਏਗਾ? ਲਓ ਜੀ, ਆਗੂ ਬੜੇ ਹੀ ਸਿਆਣੇ ਸੀਗੇ, ਕੁਛ ਵਿੱਚ ਦੀ 1-2 ਨਲਾਇਕ ਬੰਦੇ ਨੇ ਚਲੋ ਏਦਾਂ ਕਰਤਾ, ਪਰ ਅਲਟੀਮੇਟਲੀ ਤਾਂ ਕਿਸਾਨ ਆਗੂ ਨੂੰ ਹੀ ਉਹਦਾ ਕ੍ਰੈਡਿਟ ਮਿਲੇਗਾ ਨਾ ਜੀ। ਉਹਨਾਂ ਨੇ ਫਿਰ ਵੀ ਬੜਾ ਵਧੀਆ ਕਰਕੇ ਆਪਣੇ ਵੱਲੋਂ ਲੈ ਕੇ ਗਏ ਤੇ ਅਲਟੀਮੇਟਲੀ ਜਿਹੜੀ ਮੰਨਣਾ ਉਹਨਾਂ ਨੇ ਹਾਲੇ ਵੀ ਨਹੀਂ ਸੀਗਾ। ਕਿਵੇਂ ਮੰਨਦੇ? ਅੱਜ ਮੰਨਦੇ ਆ, ਦੇਖੋ ਮਹੀਨੇ ਨੂੰ ਹੈ, ਸਾਲ ਨੂੰ ਹੈ, ਪਰ ਅਲਟੀਮੇਟਲੀ ਇੰਨਾ ਨਹੀਂ ਸੋਚਣਾ ਚਾਹੀਦਾ ਕਿ ਆਪਾਂ ਬਹੁਤ ਜ਼ਿਆਦਾ ਥੱਲੇ ਲੱਗ ਗਏ। ਅਗਲੇ ਯਾਰ ਇਹਨਾਂ ਰੌਂਗ ਕਰੀ ਜਾਂਦੇ ਆ, ਉਧਰੋਂ ਅਮਿਤ ਸ਼ਾਹ ਹੋ ਗਿਆ, ਬਾਕੀ ਸਾਰੇ ਉਹਨਾਂ ਸਰਕਾਰ ਹੋ ਗਈ, ਉਹ ਆਪਣੇ ਆਪ ਚੁੱਪਚਾਪ ਬੈਠੀ ਹੈ ਮਸਤ ਵਾਂਗੂ। ਜੇ ਆਪਣੇ ਤੋਂ ਹੋ ਗਿਆ, ਆਪਣਾ ਬੈਠੋ, ਕੋਈ ਗੱਲ ਨਹੀਂ, ਹੋਰ ਆਪਣਾ ਹੱਲ ਚਲਾਓ। ਠੀਕ ਹੈ ਜੀ ਸਰਜੀਤ ਸਿੰਘ, ਗੱਲ ਹੋ ਗਈ ਜੀ, ਤੁਸੀਂ ਰਿਪੀਟ ਕਰ ਰਹੇ ਹੋ ਫਿਰ ਪਲੀਜ਼। ਲਾਈਨ ਨੰਬਰ 5 ਕਸ਼ਮੀਰ। ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿਲ ਸਾਹਿਬ, ਆਪਾਂ ਸਵੇਰੇ ਵੀ ਇਹੀ ਗੱਲ ਕਰਦੇ ਸੀ, ਜੇ ਆਪਾਂ ਕਹਿੰਦੇ ਨਾ ਵੀ ਜਿਹੜਾ ਝੰਡਾ ਸਾਹਿਬ ਆਪਣਾ ਇਹ ਖਾਲਿਸਤਾਨ ਦਾ, ਤਾਂ ਜਿਹੜਾ ਆਪਣਾ ਝੰਡਾ ਜੋ ਖਾਲਸੇ ਦਾ ਉਹ ਲਾਇਆ, ਪਰ ਉਹ ਲਾਇਆ ਏਦਾਂ ਵੀ ਇਹਨਾਂ ਦੇ ਭਾਅ ਦਾ ਤਾਂ ਬਹੁਤ ਵੱਡਾ ਚੀਜ਼ ਹੈ ਨਾ, ਜਿਹੜਾ ਜੋ ਮੀਡੀਆ ਦਿਖਾਉਂਦਾ ਗੋਦੀ ਮੀਡੀਆ, ਉਹਨਾਂ ਵਾਸਤੇ ਤਾਂ ਉਹਨੇ ਖਾਲਿਸਤਾਨ ਬਣਾਇਆ, ਉਹਨੇ ਖਾਲਸੇ ਦਾ ਝੰਡਾ ਥੋੜਾ ਬਣਾਇਆ। ਇਹਦੇ ਕਰਕੇ ਇਹਨਾਂ ਨੂੰ ਸਾਡਾ ਇਸ਼ੂ ਲੱਭਿਆ ਮਾੜਾ ਜਿਹਾ ਗੱਲ ਕਰਨ ਦਾ, ਪਰ ਇਹਦੇ ਕਰਕੇ ਜਿਹੜਾ ਦੀਪ ਸਿੱਧੂ ਨੇ ਕੰਮ ਕੀਤਾ, ਇਹ ਤਾਂ ਮੈਂ ਸਵੇਰੇ ਵੀ ਕਹਿੰਦਾ, ਮੈਂ ਹੁਣ ਵੀ ਕਹਿੰਦਾ, ਇਹ ਜੋ ਹੈ ਕਿ ਪੇੜ ਬੰਦੇ ਆ ਬੀਜੇਪੀ ਦੇ। ਇਹਦੇ ਕਰਕੇ ਅੰਦਰ ਚਲੇ ਕਿੱਦਾਂ ਗਏ? ਇਹਦੇ ਇੰਨੀ ਸਿਕਿਉਰਿਟੀ ਕਰਕੇ ਬੰਦਾ ਅੰਦਰ ਨੇ ਉੱਤੇ ਨਹੀਂ ਚੜ ਸਕਦਾ, ਉਹ ਚਲੇ ਕਿੱਦਾਂ ਗਏ? ਦੂਜੇ ਪਾਸੇ ਦੂਜਾ ਤਾਂ ਇੰਟਰਨੈਟ ਬੰਦ ਕੀਤਾ ਸੀ। ਇਹਨਾਂ ਨੂੰ ਡਰ ਨਹੀਂ, ਇਹਨਾਂ ਨੂੰ ਬੀਜੇਪੀ ਨੂੰ ਕੋਈ ਇੰਟਰਨੈਟ ਬੰਦ ਕਰ ਨਹੀਂ ਕੀਤਾ, ਦਿਖਾ ਲੈਣ ਲੋਕਾਂ ਨੂੰ ਸਾਰਾ ਕੁਝ ਹੈਗਾ ਆ। ਇਹਦੇ ਕਰਕੇ ਜਦੋਂ ਰੰਗਜੇਬ ਆ, ਰੰਗਜੇਬ ਦੇ ਟਾਈਮ ਦੇ ਵਿੱਚ ਵੀ ਏਦਾਂ ਦੇ ਬੰਦੇ ਸੀਗੇ, ਦੀਪ ਸਿੱਧੂ ਵਰਗੇ, ਉਦੋਂ ਵੀ ਸਾਰੇ ਸੀਗੇ, ਸਾਰੇ ਜੋ ਵੀ ਸੀਗੇ। ਇਹਦੇ ਕਰਕੇ ਆਪਣੇ ਸਿੱਖਾਂ ਨੂੰ ਜਾਂ ਜਿੰਨਾ ਵੀ ਕਿਸਾਨ ਉੱਪਰ ਭਾਈਚਾਰਾ, ਉਹਨਾਂ ਨੂੰ ਡਰਨਾ ਨਹੀਂ ਚਾਹੀਦਾ, ਉਹਦਾ ਸਾਹਮਣਾ ਕਰੋ। ਏਦਾਂ ਦੀਆਂ ਇਹ ਜਿਹੜੇ ਮੋਦੀ ਇਹ ਤਾਂ ਐਮ ਜਿਹਾ, ਤੁਸੀਂ ਇਹਨਾਂ ਦਾ ਮੂੰਹ ਦੇਖੋ, ਇਹਨਾਂ ਦਾ ਇਹ ਨਾ ਸੋਚੋ ਵੀ ਅੰਦਰੋਂ ਬਹੁਤ ਦਲੇਰ ਵਾ, ਦਲੇਰ ਹੈ ਨਹੀਂ ਕੁਝ ਵੀ, ਇਹ ਤਾਂ ਬੁਝਿਓ ਦੇਲ ਵਾ। ਉਹ ਤਾਂ ਬੈਠੇ ਹੋ ਲੋਕਾਂ ਨੇ ਸਿਕਿਉਰਿਟੀ ਲਾ ਕੇ ਬੈਠੇ ਹੋ, ਤਾਂ ਅੰਦਰ ਬੈਠੇ ਹੋ, ਇਹਨਾਂ ਨੂੰ ਇਹ ਨਾ ਸਮਝੋ ਵੀ ਇਹ ਪਤਾ ਨਹੀਂ ਕਿੱਡੇ ਕੁ ਦਲੇਰ ਆ। ਇਹਦੇ ਸਾਹਮਣੇ ਬੰਦੇ ਆ ਗਏ ਤਾਂ
ਆਪ ਹੀ ਦੇਖ ਸਕਦੇ ਆਪਣੇ ਆਪ ਹੀ, ਕਿਉਂਕਿ ਡਰ ਦੇ ਨਾਲ ਹੀ ਵੀ ਜੋ ਕੰਡ ਹੈ ਉਹ ਹੈ। ਆਪਾਂ ਨੂੰ ਕੋਈ ਡਰ ਦੀ ਲੋੜ ਨਹੀਂ। ਅਜੇ ਕੋਈ ਗੱਲ ਨਹੀਂ, ਆਪਣਾ ਟਾਈਮ ਹੈਗਾ, ਆਪਾਂ ਜਿੱਤ ਕੇ ਜਾਵਾਂਗੇ ਤੋਂ ਦਿੱਲੀ ਤੋਂ, ਐਡੀ ਗੱਲ ਨਹੀਂ ਵੱਡੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਇਹਨੂੰ ਮੈਂ ਹੁਣ ਕਿਉਂਕਿ ਗੱਲਾਂ ਆਪਾਂ ਸਵੇਰ ਦੀਆਂ ਕਰਦੇ, ਇਹਨੂੰ ਮੈਂ ਕਨਕਲੂਡ ਕਰਾਂ। ਠੀਕ ਹੈ, ਮੈਂ ਫੇਰ ਤੁਹਾਨੂੰ ਕਹਿਣਾ, ਮੈਂ ਦੀਪ ਸਿੱਧੂ ਨੂੰ ਜਸਟੀਫਾਈ ਨਹੀਂ ਕਰ ਰਿਹਾ। ਸਾਡਾ ਸਭ ਤੋਂ ਸਾਰਿਆਂ ਦਾ ਇੱਕੋ ਹੀ ਚੀਜ਼ ਸੀ, ਉਹਦੇ ਤੇ ਨਿਗਾਹ ਅਸੀਂ ਰੱਖਣੀ ਸੀ, ਸੰਘਰਸ਼ ਤੇ ਉਸ ਨੂੰ ਸਿੱਧੇ ਪਾਸੇ ਲੈ ਕੇ ਜਾਣਾ ਸੀ। ਉਹਨੂੰ ਧਰਮ ਵਾਲੇ ਪਾਸਿਓਂ ਕਿਸੇ ਪਾਸਿਓਂ ਵੀ ਪਰਾਂ ਰੱਖਣਾ ਸੀ। ਸਾਰੇ ਧਰਮ ਦੇ ਲੋਕ ਬੈਠੇ। ਪਰ ਠੀਕ ਹੈ, ਇੱਕ ਬੰਦੇ ਨੇ ਇਹ ਕੰਮ ਕਰ ਦਿੱਤਾ, ਦੀਪ ਨੇ, ਉਹ ਇਹਦੇ ਚੋਂ ਖੱਟੂਗਾ ਕੀ ਖੱਟੂਗਾ ਇਹਦੇ ਵਿੱਚ? ਇਹ ਚੋਂ ਲੀਡਰ ਬਣ ਜੂ ਉਹ ਪੰਜਾਬ ਦਾ? ਨਹੀਂ। ਇਹਦੇ ਚੋਂ ਉਹ ਆਪਣੀ ਫਿਲਮ ਇੰਡਸਟਰੀ ਨੂੰ ਪ੍ਰਮੋਟ ਕਰ ਜੂ? ਨਹੀਂ। ਇਹਨੂੰ ਵੀ ਨਾ ਸੋਚੋ। ਪਰ ਇਹਦੇ ਤੋਂ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ, ਦੇਸ਼ ਦੇ ਗ੍ਰਹਿ ਮੰਤਰੀ ਦੀ, ਦੇਸ਼ ਦੀ ਸਰਕਾਰ ਦੀ ਵੀ ਜ਼ਿੰਮੇਵਾਰੀ ਆ ਕੋਈ। ਵੀ 2 ਮਹੀਨੇ ਹੋ ਗਏ ਤੁਹਾਡੀ ਸੜਕ ਤੇ ਉਹ ਬੈਠੇ ਨੇ, ਭੁੱਖਣ ਭਾਣੇ, ਠੰਡੇ ਚ ਭੁੱਖਣ ਭਾਣੇ ਨਾ ਕਾਂ ਠੰਡਾਂ ਦੇ ਵਿੱਚ, ਤੇ ਉਹਨਾਂ ਵੱਲ ਵੀ ਵੇਖਿਆ ਜਾਵੇ। ਹੁਣ ਅਸੀਂ ਮਹੀਨੇ ਲਈ ਬੰਦ ਕਰ ਦਿਆਂਗੇ, ਅਸੀਂ 2 ਲਈ ਕਰ ਦਿਆਂਗੇ, ਅਸੀਂ 1.5 ਸਾਲ ਲਈ ਕਰ ਲਿਆਂਗੇ, ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ। 5 ਬੰਦੇ ਘਰ ਦੇ, ਇੱਕ ਪਰਿਵਾਰ 'ਚ 5 ਸਕੇ ਭਾਈ, ਇੱਕ ਦੂਜੇ ਨਾਲ ਰਾਏ ਨਹੀਂ ਰਲਦੀ। ਐਡੇ ਵੱਡੇ ਇਕੱਠ ਨੂੰ ਸਾਂਭ ਕੇ ਰੱਖਣਾ ਉਹ ਬਹੁਤ ਔਖਾ ਸੀ। ਹਾਲੇ ਵੀ 2 ਮਹੀਨੇ ਉਹ ਕਿਵੇਂ ਬੈਠੇ ਰਹੇ। ਤੇ ਨੰਬਰ 2, ਕੋਈ ਵੀ ਹੁੱਲੜਬਾਜ਼ੀ ਨਹੀਂ, ਕਿਸੇ ਦੁਕਾਨ ਦਾ ਨੁਕਸਾਨ ਨਹੀਂ, ਕਿਸੇ ਬੰਦੇ ਦੇ ਸੱਟ ਨਹੀਂ, ਪੇਟ ਨਹੀਂ। ਇਹ ਵੀ ਇੱਕ ਸੰਘਰਸ਼ ਦਾ ਸ਼ਾਨਮਈ ਇਤਿਹਾਸ ਹੈ। 50-50 ਸਾਲ ਦੇ ਜਿਹੜੇ ਲੀਡਰ ਨੇ ਯੂਨੀਅਨ ਦੇ, ਕਿ ਉਹਨਾਂ ਨੇ ਸਾਰਾ ਇਕੱਠ ਕਰਕੇ ਇਹ ਬੰਦਾ ਬਿਠਾ ਲਿਆ ਉੱਥੇ? ਇਹ ਵੀ ਗੱਲ ਹੀ ਹੈ। ਪੰਜਾਬ ਆਪ ਤੁਰ ਕੇ ਗਿਆ। ਰਾਹ ਦੇ ਬੈਰੀਕੇਡ ਸ਼ੰਭੂ ਦੇ ਲੀਡਰਾਂ ਨੇ ਪੱਟਤੇ? ਨਹੀਂ, ਲੋਕਾਂ ਨੇ ਪੱਟੇ ਨੇ। ਲੋਕ ਕਿਸੇ ਦੇ ਵੀ ਥੱਲੇ ਨਹੀਂ ਕੰਮ ਕਰਦੇ। ਇਹਨਾਂ ਸਾਰਿਆਂ ਲੋਕਾਂ 'ਚ ਸਾਰੀਆਂ ਪਾਰਟੀਆਂ ਦੇ ਬੰਦੇ ਨੇ, ਸਾਰੇ ਮਤਾਂ ਦੇ ਬੰਦੇ ਨੇ। ਕੁਛ ਉੱਥੇ ਖਾਸ ਜਿਹਾ ਨਹੀਂ ਕੀਤਾ ਗਿਆ ਜਿਹਦੇ ਦੇ ਵਿੱਚੋਂ ਸਾਨੂੰ ਇਸ ਤਰ੍ਹਾਂ ਹੋਵੇ ਕਿ ਸਾਨੂੰ ਇਹ 'ਚੋਂ ਸ਼ਰਮ ਆਉਂਦੀ। ਇਹ ਸਾਡੀ ਤੁਹਾਡੀਆਂ ਪਰੰਪਰਾਵਾਂ ਨੇ। ਤੁਸੀਂ ਇੱਥੇ ਚਾਹ ਦੇ 10 ਗਲਾਸ ਕਿਸੇ ਨੂੰ ਪਿਲਾਉਂਦੇ ਹੋ ਨਗਰ ਕੀਰਤਨ ਦੇ, ਝੰਡਾ ਕਿਹੜਾ ਲਾਇਆ ਹੁੰਦਾ? ਇੱਕ ਨਾਲ ਝੰਡਾ ਵੀ ਲਾਇਆ ਹੋ, ਇੱਕ ਕੰਪਨੀ ਦਾ ਨਾਂ ਵੀ ਲਿਖਿਆ ਹੋ। ਸਾਰੇ ਇਸ ਤਰ੍ਹਾਂ ਕਰਦੇ ਆ। ਜਿਹਦਾ ਜਿਵੇਂ ਜੀ ਕਰਦਾ ਹੁੰਦਾ ਉੱਥੇ ਰੂਲ ਆਊਟ ਨਹੀਂ ਕਰ ਸਕਦੇ ਤੁਸੀਂ ਵੀ ਮੈਂ 100 ਟੈਂਟਾਂ ਤੇ ਜਾਵਾਂ ਤੇ ਮੇਰੇ ਕੋਲ ਸੋਟੀ ਹੋਵੇ ਤੇ ਮੈਂ ਕਹਾਂ ਨਾ ਤੂੰ ਆਹ ਨਹੀਂ ਕਰ ਸਕਦਾ, ਕੋਈ ਨਹੀਂ ਕਰ ਦਿੰਦਾ। ਬਹੁਤ ਚੀਜ਼ਾਂ ਨੇ ਜਿਹੜੀਆਂ ਸਾਨੂੰ ਹਲੇ ਕਲੀਅਰ ਨਹੀਂ, ਉਹ ਕਿਵੇਂ ਹੋਈਆਂ, ਉਹ ਕਿਉਂ ਹੋਈਆਂ, ਕਿੱਧਰ ਨੂੰ ਗਈਆਂ, ਤੇ ਉਹਦਾ ਤੁਹਾਡੇ ਸਾਹਮਣੇ ਹੀ ਦਿਨਾਂ ਦੇ ਵਿੱਚ ਉਹ ਕਲੀਅਰ ਹੋ ਜਾਣੀਆਂ, ਕਿਉਂਕਿ ਸਾਨੂੰ ਹਲੇ ਕੁਝ ਨਹੀਂ ਪਤਾ। ਅਸੀਂ ਤਾਂ ਇਹ ਕਿਆਸ ਰਾਈਆਂ ਲਾ ਰਹੇ ਹਾਂ। ਸਾਨੂੰ ਦਿਖ ਰਿਹਾ ਹੈ ਵੀ ਉੱਥੇ ਇਕੱਠ ਗਿਆ, ਉੱਥੇ ਝੰਡਾ। ਜਿਹੜਾ ਇੱਕ ਮੁੰਡਾ ਮਰਿਆ, ਹਰਦੀਪ ਸਿੰਘ ਡਿਬਡਿਬਾ ਲੇਖਕ ਦਾ ਪੋਤਾ, ਉਹ ਪੁਲਿਸ ਦੀ ਗੋਲੀ ਨਾਲ ਨਹੀਂ ਮਰਿਆ। ਪੁਲਿਸ ਕੋਲ ਕਿਸੇ ਕੋਲ ਗਨ ਨਹੀਂ ਸੀ ਉੱਥੇ, ਨਾ ਉਹਦੇ ਤੇ ਗੋਲੀ ਕਿਸੇ ਨੇ ਉਹਦੇ ਮਾਰੀ ਆ। ਉਹ ਸੱਟ ਲੱਗੀ, ਟਰੈਕਟਰ ਤੋਂ ਡਿੱਗਿਆ, ਕਿਵੇਂ ਡਿੱਗਿਆ ਉਹ ਵੀ ਗੱਲ ਨਿਕਲ ਕੇ ਆ ਜਾਏਗੀ ਬਾਹਰ। ਸੋ ਇਹ ਵੀ ਆਪਾਂ ਰੱਖਣਾ। ਸਰਕਾਰ ਇਸ ਤੋਂ ਨਿਕਲਣਾ ਚਾਹੁੰਦੀ ਆ, ਕੋਈ ਸਰਕਾਰ ਨਹੀਂ ਚਾਹੁੰਦੀ ਉਹਦੇ ਦਰਾਂ ਤੇ 2 ਮਹੀਨੇ ਕੋਈ ਵੱਡਾ ਸੰਘਰਸ਼ ਹੋਵੇ। ਹਾਂ, ਉਹਨਾਂ ਨੇ ਅੰਡਰਮਾਈਨ ਕੀਤਾ ਇਸ ਨੂੰ, ਪੰਜਾਬ ਤੋਂ ਤੁਰਿਆ ਹੋਇਆ ਨੂੰ ਐ ਸੀ ਅਸੀਂ ਹਰਿਆਣੇ ਚੋਂ ਲੰਘਣ ਨਹੀਂ ਦੇਣੇ। ਪਰ ਕੁਦਰਤ ਨੇ ਕੀ ਕੀਤਾ, ਜਿਹੜਾ ਕੁਝ ਹਰਿਆਣੇ ਨੇ ਕੀਤਾ ਉਹ ਰਾਜਸਥਾਨ ਨੇ ਕੀਤਾ, ਯੂਪੀ ਦੇ ਨੇ ਕੀਤਾ, ਕੱਲਾ ਸਿੱਖਾਂ ਨੇ ਨਹੀਂ ਕੀਤਾ, ਹਿੰਦੂ ਵੀਰਾਂ ਨੇ ਇਹਦੇ 'ਚ ਬਹੁਤ ਕੰਮ ਕੀਤਾ। ਜਿਹੜੀਆਂ ਟਰਾਲੀਆਂ ਜਾ ਰਹੀਆਂ ਸਤਨਾਮ ਉਹਨਾਂ ਦੇ ਨਾਲ, ਪਹਿਲੀ ਉਹਦੇ 'ਚ ਬਹੁਤ ਟਰਾਲੀਆਂ ਜਿਹੜੀਆਂ ਹਰਿਆਣੇ ਦੇ ਲੋਕਾਂ ਦੀਆਂ। ਅਸੀਂ ਤਾਂ ਦੀਪ ਸਿੱਧੂ ਦੇ ਪਿੱਛੇ ਪਏ ਹੋਏ ਆ ਵੀ ਉਹਨੇ ਇਹ ਗੱਲ ਕੀਤਾ। ਕਿਤੇ ਹਰਿਆਣੇ ਦੇ ਲੋਕਾਂ ਦਾ ਬਿਆਨ ਤੁਸੀਂ ਸੁਣਿਆ? ਮੋਦੀ ਨੂੰ ਤੇ ਅਮਿਤ ਸ਼ਾਹ ਨੂੰ ਕਹਿੰਦੇ ਕੀ ਨੇ, ਵੱਢ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਇੱਕ ਰਾਜਸਥਾਨ ਤੋਂ ਆਇਆ ਸੀ, ਉਹ ਕਹਿੰਦਾ ਜੇ ਹੱਕਾ ਮੰਗਣ ਵਾਲੇ ਖਾਲਿਸਤਾਨੀ, ਮੈਂ ਵੀ ਖਾਲਿਸਤਾਨੀ। ਉਹ 6 ਫੁੱਟ 5 ਇੰਚ ਦਾ ਬੰਦਾ ਖੜਾ ਹੀ ਸਿਰ ਤੇ ਪੱਗ ਬੰਨੀ, ਉਹਨੂੰ ਕਿਹੜੇ ਖਾਤੇ 'ਚ ਰੱਖੋਗੇ ਤੁਸੀਂ? ਸਾਡਾ ਕੁਝ ਅੰਦਰ ਬਣਿਆ ਹੁੰਦਾ ਬਈ ਜਿਹੜਾ ਅਸੀਂ, ਸਾਡੀ ਵਿਚਾਰਧਾਰਾ ਕੁਝ ਜਿਹ 'ਚ ਅਸੀਂ ਜੰਮੇ ਪਲੇ ਆ, ਸਾਡੇ ਪਰਿਵਾਰ ਦੀ ਵਿਚਾਰਧਾਰਾ, ਉਹਦੇ 'ਚ ਜਦ ਕੋਈ ਮੂਹਰਲਾ ਬੰਦਾ ਫਿੱਟ ਨਾ ਆਵੇ ਅਸੀਂ ਉਹਨੂੰ ਫਿਰ ਝੱਲਦੇ ਰਹਾਂ ਜਿਵੇਂ ਮਰਜ਼ੀ ਸੂਤ ਆਵੇ। ਇੱਥੇ ਥੱਲੇ ਬਹਿ ਕੇ ਖਾਣਾ ਜੀ, ਉੱਪਰ ਬਹਿ ਕੇ ਖਾਣਾ, ਲਾਈਨਾਂ ਨਿਕਲ ਆਈਆਂ ਸੀ ਨਾ, 10 ਸਾਲ ਲਾਈਨਾਂ ਰਹੀਆਂ ਤੇ ਹੁਣ ਉਹੀ ਲਾਈਨਾਂ ਖਤਮ ਹੋ ਗਈਆਂ। ਹੁਣ ਉੱਪਰ ਵਾਲੇ ਉੱਪਰ ਬੈਠੀ ਜਾਂਦੇ, ਥੱਲੇ ਵਾਲੇ ਥੱਲੇ ਬੈਠੀ ਜਾਂਦੇ ਨੇ। ਹੁਣ ਇਸ਼ੂ ਕਿਉਂ ਨਹੀਂ ਸੀ ਬਈ?
ਤੇ ਜਦੋਂ ਇਸ਼ੂ ਬਣਾਇਆ ਗਿਆ ਸੀ ਉਹ ਇਸ਼ੂ ਕਿਹਨੇ ਬਣਾਇਆ ਸੀ? ਫਿਰ ਅੱਜ ਉਹ ਇਸ਼ੂ ਕਿੱਥੇ ਆ? ਕਹਿੰਦਾ ਕੋਈ ਤੂੰ ਥੱਲੇ ਬਹਿ ਜਾ, ਤੂੰ ਉੱਪਰ ਬਹਿ ਜਾ। ਲੋ ਇਸੇ ਤਰ੍ਹਾਂ ਕੋਈ ਚੀਜ਼ ਨੂੰ ਛੇਤੀ ਸਮਝਣਾ ਆਪਣੇ ਵੱਸ ਦੀ ਨਹੀਂ ਗੱਲ। ਅਸੀਂ ਬੈਠੇ ਹਾਂ ਦੂਰ, ਅਸੀਂ ਚਾਹੁੰਦੇ ਹਾਂ ਸਾਡੇ ਕੋਲ ਰਿਮੋਟ ਦੇ ਬਟਨ ਵਾਂਗੂ ਚੀਜ਼ਾਂ ਹੋਣ। ਜਿਵੇਂ ਮੈਂ ਕਹਾ ਉਹ ਰਾਜੇਵਾਲ ਕਰੇ, ਜਿਵੇਂ ਮੈਂ ਕਹਾ ਉਹ ਸੁਰਜੀਤ ਫੂਲ ਕਰੇ, ਜਿਵੇਂ ਮੈਂ ਕਹਾ ਉਹ ਸਿਧਾਣਾ ਕਹੇ, ਜਿਵੇਂ ਮੈਂ ਕਹਾ ਦੀਪ ਸਿੱਧੂ। ਇਸ ਤਰ੍ਹਾਂ ਨਹੀਂ ਹੁੰਦਾ। ਇਹਦੇ ਵਿੱਚੋਂ 22 ਦੀਆਂ ਇਲੈਕਸ਼ਨਾਂ ਵੀ ਦਿਖ ਰਹੀਆਂ ਨੇ, ਰਾਜਨੀਤੀ ਵੀ ਨਿਕਲ ਰਹੀ ਹੈ। ਕਿਹੜੇ ਬੰਦੇ ਨੇ ਕਿਹੜੇ ਗਰੁੱਪ ਉੱਥੇ ਬਿਠਾਏ ਹੋਏ ਨੇ ਸਾਨੂੰ ਕੁਝ ਨਹੀਂ ਪਤਾ। ਹੁਣ ਬਿੱਟੂ ਉਹਨਾਂ ਦਾ ਉਸ ਇਕੱਠ ਚ ਆਉਣਾ ਤੇ ਉਹ ਕਿਵੇਂ ਪਹੁੰਚ ਗਿਆ ਬੰਦਾ ਉੱਥੇ Z+ ਸਿਕਿਉਰਿਟੀ ਛੱਡ ਕੇ? ਬਈ ਤੇ ਕਿਹੜੇ ਬੰਦੇ ਨੇ ਉਹਨੂੰ ਘੇਰਿਆ, ਕਿਹੜੇ ਉੱਥੋਂ ਕੱਢ ਕੇ ਲੈ ਗਏ? ਅੱਜ ਉਹ ਬਿਆਨ ਦੇ ਰਿਹਾ, ਕਹਿੰਦਾ ਵੀ 2.5 ਲੱਖ ਜਿਹੜਾ ਇਨਾਮ ਸੀ ਉਹਨਾਂ ਨੇ ਝੰਡਾ ਚਲਾਤਾ। ਮਤਲਬ ਆਪਾਂ ਨੂੰ ਇਸ ਤੋਂ ਬਹੁਤ ਕੁਝ ਸੋਚਣਾ ਚਾਹੀਦਾ ਵੀ ਹੋ ਕੀ ਰਿਹਾ। ਤੇ ਇਹ 2 ਮਹੀਨੇ ਨੂੰ ਨਹੀਂ ਰੱਖਣਾ ਚਾਹੀਦਾ, 47 ਤੋਂ ਵੇਖਣਾ ਚਾਹੀਦਾ ਕੌਮ ਕਿਹੜੀਆਂ ਕਿਹੜੀਆਂ ਘਾਟੀਆਂ ਚੋਂ ਲੰਘ ਰਹੀ, ਉਹ ਵੀ ਨਾਲ ਰੱਖਣਾ ਚਾਹੀਦਾ। ਕੋਈ ਕਿਸੇ ਲਈ ਕੋਈ ਵੀ ਮੰਨਦਾ ਹੋਵੇ ਉਹ 2 ਦਿਨਾਂ 'ਚ ਨਹੀਂ ਬਣ ਜਾਂਦੀਆਂ ਚੀਜ਼ਾਂ। ਔਰ ਇਸ ਸੰਘਰਸ਼ ਨੇ ਉੱਥੇ ਦਿਖਾ ਦਿੱਤਾ ਵੀ ਇਸੇ ਦਿੱਲੀ 'ਚ 37 ਸਾਲ ਪਹਿਲਾਂ ਜਿਹੜਾ ਕੋਈ ਸਾਡੇ ਨਾਲ ਹੋਇਆ, 2 ਬੰਦਿਆਂ ਨੇ 2 ਸਿੱਖਾਂ ਨੇ ਇੰਦਰਾ ਮਾਰੀ, ਬਾਕੀ ਸਿੱਖ ਜਿਹੜਾ ਕੋਈ ਛੋਲੇ ਪੂਰੀਆਂ ਦੀ ਰੇਹੜੀ ਲਾਈ ਬੈਠਾ ਸੀ ਉਹਦਾ ਤਾਂ ਕਸੂਰ ਨਹੀਂ ਸੀ ਨਾ ਕੋਈ। ਤੇ ਨਾ ਹੀ ਉਹ ਧੀਆਂ ਧਿਆਣੀਆਂ ਦਾ ਕਸੂਰ ਸੀ ਜਿਹੜੀਆਂ 15 16 18 ਵਰ੍ਹਿਆਂ ਦੀਆਂ ਬਾਲੜੀਆਂ ਸੀ, ਨਾ ਹੀ ਉਹ 70 ਸਾਲ ਦੀ ਮਾਂ ਦਾ ਕਸੂਰ ਸੀ ਜਿਹਦੇ ਸਾਹਮਣੇ ਗੈਂਗਰੇਪ ਹੋਇਆ। ਉਹਦੀ ਜਸਟੀਫਿਕੇਸ਼ਨ ਕਰਦੇ ਆ ਨਵੰਬਰ ਨੂੰ। ਉਧਰ ਝੀਥਾਂ ਬੰਦ ਹੋ ਜਾਂਦੀਆਂ, ਉਦਣ ਵੀ ਨਹੀਂ ਬੋਲ ਹੁੰਦਾ। ਫਿਰ ਉਧਰ ਦੇਸ਼ ਦੀ ਅਖੰਡਤਾ ਮੂਹਰੇ ਆ ਜਾਂਦੀ ਹੈ। ਫਿਰ ਉਸ ਦਿਨ ਵੀ ਨਹੀਂ ਬੋਲ ਹੁੰਦਾ। ਜਿਹੜੇ ਅੱਜ ਨਵੇਂ ਕਲਰ ਆ ਕੇ ਬੋਲਦੇ ਨੇ ਨਵੰਬਰ 84 ਵਾਲੇ ਦਿਨ ਮੈਂ ਆਵਾਜ਼ ਮਾਰੂ, ਬੋਲਿਓ ਆ ਕੇ ਦੱਸਿਓ। ਫਿਰ ਬਹੁਤ ਇੱਕ ਵਰਗ ਤੁਹਾਡਾ 40 ਕਿਤਾਬਾਂ 50 ਪੜ੍ਹੀਆਂ, ਉਹ ਕਿੱਥੇ ਨੇ? ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਕੱਲ ਨੂੰ ਫੇਰ 12:20 ਤੇ ਵਾਪਸ ਆਉਣਾ। ਅਖੀਰ ਚ ਕਮਰ ਗਰੇਵਾਲ। ਰੱਬ ਰੱਖਾ।